ਗੁੱਡ ਮਾਰਨਿੰਗ ਤੇ ਗੁੱਡ ਈਵਨਿੰਗ ਇਹ ਸਾਂਝੀ ਤਾਂ ਕਰ ਲਈ ਕਿਉਂਕਿ ਦੋਵਾਂ ਥਾਵਾਂ ਦੇ ਉੱਪਰ ਬਿਲਕੁਲ ਹੀ ਪੁੱਠ ਟਾਈਮ ਹੁੰਦਾ। ਜੇ ਆਪਾਂ ਗੱਲ ਕਰੀਏ ਕੈਨੇਡਾ ਇੱਧਰ ਵੈਨਕੂਵਰ ਵਾਲੇ ਪਾਸੇ ਤਾਂ ਸ਼ਾਮਾਂ ਜੀਆਂ, ਜੇ ਕਰੀਏ ਪੰਜਾਬ ਦੇ ਹਿਸਾਬ ਨਾਲ ਗੱਲਬਾਤ ਤਾਂ ਉੱਥੇ ਜੀ ਤੜਕਾ। ਸੋ ਇਸ ਕਰਕੇ ਦੋਵੇਂ ਚੀਜ਼ਾਂ ਰਲਾ ਮਿਲਾ ਕੇ ਅਤੇ ਰਲਾਉਣ ਵਾਲੀ ਗੱਲ ਇਸ ਕਰਕੇ ਵੀ ਥੋੜ੍ਹੀ ਜਿਹੀ ਠੀਕ ਲੱਗਦੀ ਹੈ ਕਿਉਂਕਿ ਅੱਜ ਕੱਲ੍ਹ ਤਾਂ ਇਲੈਕਸ਼ਨਾਂ ਨੇ ਅਤੇ ਇਲੈਕਸ਼ਨਾਂ ਦੇ ਦੌਰ ਦੇ ਵਿੱਚ ਕੁਛ ਨਹੀਂ ਪਤਾ ਲੱਗਦਾ ਵੀ ਕਿਹੜਾ ਬੰਦਾ ਪਿਛਲੀ ਵਾਰਾਂ ਕਿੱਥੋਂ ਖੇਡਦਾ ਸੀ, ਮਹੀਨਾ ਕੁ ਪਹਿਲਾਂ ਕਿਹਦੇ ਨਾਲ ਸੀ, ਇਹ 2-4 ਦਿਨ ਪਹਿਲਾਂ ਕਿੱਧਰ ਸੀਗਾ, ਜਾਂ ਜਿਹੜਾ ਬੰਦਾ ਵੋਟਾਂ ਮੰਗਦਾ ਫਿਰਦਾ ਉਹ ਵੋਟਾਂ ਮੰਗਣ ਤੋਂ ਜਾਂ ਟਿਕਟ ਮਿਲਣ ਤੋਂ ਚੰਦ ਘੰਟੇ ਪਹਿਲਾਂ ਕਿਹੜੀ ਪਾਰਟੀ ਸੀਗਾ। ਸੋ ਇਹਨਾਂ ਤਬਦੀਲੀਆਂ ਦੇ ਵਿੱਚ ਮੈਨੂੰ ਐਂ ਸੀ ਵੀ ਆਪਾਂ ਜਿਹਨੂੰ ਸਮਝਣਾ ਸੌਖਾ ਹੋ ਜਾਊ ਵੀ ਗੁੱਡ ਮਾਰਨਿੰਗ ਗੁੱਡ ਈਵਨਿੰਗ ਜਿਹੜੀ ਉਹ ਸਾਂਝੀ ਵੀ ਹੋ ਜਾਂਦੀ ਕਿਸੇ ਵੇਲੇ। ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ TV ਅਤੇ ਪ੍ਰੋਗਰਾਮ ਉਹੀ ਪ੍ਰਾਈਮ ਫੋਕਸ ਨਾਲ ਵੀਰ ਪਰਮੀਰ ਬਾਠ। ਹੋਰ ਬਾਠ ਸਾਹਿਬ ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਹਾਰਾਜ, ਕਿੱਦਾਂ ਸਿਹਤਾਂ ਠੀਕ ਨੇ ਜੀ, ਬਸ ਵਧੀਆ ਇਹੋ ਹੀ ਚਾਹੀਦਾ, ਹੋਰ ਲੈ ਵੀ ਕੀ ਜਾਣਾ ਬਾਠ ਸਾਹਿਬ। ਨਹੀਂ ਉਹ ਤਾਂ ਗੱਲ ਤਾਂ ਠੀਕ ਹੈ, 2 ਟਾਈਮ ਦੀ ਰੋਟੀ ਹੈ ਨਾ, ਸਿਹਤ ਨਾਲ ਚਾਹ ਦਾ ਮਤਲਬ 4 ਵਜੇ ਵਾਲੀ ਹੋ ਜਾਏ ਕਿਤੇ। ਨਹੀਂ ਦੇਖੋ ਸਾਨੂੰ ਤਾਂ 2 ਟਾਈਮ ਦੀ ਰੋਟੀ ਚਾਹ ਚਾਹੀਦੀ ਹੁੰਦੀ, ਸਾਨੂੰ ਕਿਹੜਾ ਤੁਹਾਡੇ ਵਾਂਗੂ ਟਿਕਟ ਚਾਹੀਦੀ ਆ। ਨਹੀਂ ਉਹ ਤਾਂ ਹੁਣ ਮੈਂ ਵੀ ਨਹੀਂ ਮੰਗਦਾ ਕਿਉਂਕਿ ਹੁਣ ਤਾਂ ਵੰਡੀਆਂ ਗਈਆਂ, ਹੁਣ ਤਾਂ ਨਾਮ ਹੀ ਵਾਪਸ ਲੈ ਗਿਆ, ਹੁਣ ਤਾਂ ਕੰਮ ਹੋ ਗਿਆ। ਨਹੀਂ ਤੁਸੀਂ ਇੱਦਾਂ ਹੌਸਲਾ ਨਹੀਂ ਹਾਰਨਾ, ਆਪਸ਼ਨ ਬਹੁਤ ਨੇ। ਮੈਂ ਤੁਹਾਨੂੰ ਇੱਕ ਬੰਦੇ ਦੀ ਗੱਲ ਦੱਸ ਦੇਣਾ, ਉਹਦੇ ਤੋਂ ਬਾਅਦ ਤੁਹਾਨੂੰ ਵੀ ਲੱਗਣਾ ਤੁਹਾਡੇ ਲਈ ਆਪਸ਼ਨ ਹੈਗੀ ਆ। ਕਿਉਂਕਿ ਪਿਛਲੇ ਦਿਨ ਇੱਕ ਬੜੀ ਚਰਚਿਤ ਹੋਈ ਸੀ ਨਾ ਚੀਜ਼, ਸੰਘਾ ਸਾਹਿਬ ਦੀ ਆਡੀਓ ਚਰਚਿਤ ਹੋਈਆਂ ਸੀ। ਉਹ ਕਹਿੰਦੇ ਜੀ ਮੈਨੂੰ ਅਜੇ ਤੱਕ ਵੀ ਵੱਖ-ਵੱਖ ਪਾਰਟੀਆਂ ਦੇ ਫੋਨ ਆਈ ਜਾਂਦੇ ਆ ਕਿ ਸੰਘਾ ਸਾਹਿਬ ਸਾਡੇ ਸ਼ਾਮਲ ਹੋ ਜਾਓ, ਸੰਘਾ ਸਾਹਿਬ ਸਾਡੇ ਸ਼ਾਮਲ ਹੋ ਜਾਓ। ਉਹ ਜੇ ਉਹਨਾਂ ਨੂੰ ਆਫਰ ਆਈ ਜਾਂਦੀਆਂ ਤੁਹਾਨੂੰ ਤਾਂ ਆਈ ਜਾਣੀਆਂ। ਨਹੀਂ ਪਰ ਹੁਣ ਜਾਂ ਤਾਂ ਮੇਰੀ ਵੀ ਨਾ ਵਾਇਰਲ ਕਰਾਓ ਆਡੀਓ ਇੱਕ। ਨਹੀਂ ਤੁਸੀਂ ਸਿਆਣੇ ਹੋ ਇਸ ਵਕਤ। ਅਦਾ ਗੱਲ ਇਹ ਆ WhatsApp ਵੀ ਚਲੋ ਇਹ ਤਾਂ ਗੱਲ ਪੱਕੀ ਆ ਵੀ ਜਿੰਨੇ ਕੁ ਦਿਨ ਵੋਟਾਂ ਨਹੀਂ ਪੈਂਦੀਆਂ ਉਹਨਾਂ ਦਿਨ ਲੀਡਰਾਂ ਨੂੰ ਹਰੇਕ ਤਰ੍ਹਾਂ ਦਾ ਬੰਦਾ ਚਾਹੀਦਾ। ਉਹ ਚਾਹੇ ਕਿਸੇ ਤਰ੍ਹਾਂ ਵੀ ਪੋਪੂਲਰ ਹੋਵੇ, ਉਹਦੇ ਨਾਲ 4 ਵੋਟਾਂ ਹੋਣ, ਉਹਦੇ ਨਾਲ 40 ਹੋਣ, 400 ਹੋਣ ਜਾਂ 4000 ਹੋਣ। ਪਰ ਕਾਰਨ ਇਹ ਆ ਵੀ ਜੇ ਇਹ ਸਾਰੀ ਲੜਾਈ ਸਿਰਫ ਤੇ ਸਿਰਫ ਕੁਰਸੀ ਦੀ ਹੈ, ਜਿੱਤ ਕੇ ਤੇ ਉੱਥੇ ਬਹਿਣ ਦੀ ਤੇ ਉਸ ਤੋਂ ਬਾਅਦ 5 ਸਾਲ ਜੁਜਾਰੀ ਲੈਣ ਦੀ ਹੈ, ਤੇ ਫਿਰ ਲੋਕਾਂ ਵਿਚਾਰਿਆਂ ਦਾ ਕੀ ਵੱਟਿਆ ਜਾਊਗਾ? ਗੱਲ ਤੇ ਹੈ। ਨਹੀਂ ਦੇਖੋ ਲੋਕਾਂ ਦਾ ਕੀ ਵੱਟਿਆ ਜਾਣਾ, ਲੋਕਾਂ ਦਾ ਮੁੱਲ ਤਾਂ ਤੁਸੀਂ ਟਾਈਮ ਨਾਲ ਹੀ ਵੱਟ ਲੈਂਦੇ ਹੋ। ਯਾਨੀ ਸਾਡੇ ਵਾਲਾ ਮੁੱਲ ਤਾਂ ਤੁਸੀਂ ਵੱਟਿਆ ਹੀ ਪਿਆ ਨਾ। ਅਜੇ ਟਾਈਮ ਦੇ ਨਹੀਂ, ਉਹਦਾ 20 ਨੂੰ ਵੋਟਾਂ 18 ਦੇ 19 ਵੈਸੇ ਚਲੋ ਕੋਈ ਨਹੀਂ। ਦੱਸੋ ਕੀ ਮੈਂ ਤੇ ਆਪਣੀ ਤਰੀਕ ਦੇ ਹਿਸਾਬ ਨਾਲ ਮੁੰਡਿਆਂ ਨੂੰ ਕਦੋਂ ਕਹਿਣਾ ਵੀ ਸ਼ਾਮਾਂ ਹੀ ਜਾਗਣਾ ਫਲਾਨਾ ਸਿਆਂ ਘਰੇ ਹੀ ਆ। ਫਿਰ ਨਹੀਂ ਸੰਧਾਲੀਆ ਸਾਹਿਬ ਇੱਦਾਂ ਹੁੰਦਾ ਨਹੀਂ, ਦੇਖੋ ਐਤਕੀ ਇੱਦਾਂ ਹੁੰਦਾ ਹੀ ਨਹੀਂ, ਅੱਗੇ ਵੀ ਕਦੀ ਨਹੀਂ ਹੋਇਆ ਤੇ ਹੁਣ ਤੁਸੀਂ ਕਿਤੇ ਮੰਨਣਾ ਨਾ ਕੋਈ ਗੱਲ ਨਹੀਂ। ਅੱਗੇ ਤਾਂ ਬਹੁਤ ਕੁਛ ਹੁੰਦਾ। ਅੱਗੇ ਤੁਹਾਨੂੰ ਇੱਦਾਂ ਨਾ ਗੱਡੀਆਂ ਮੋੜ ਕੇ ਨਹੀਂ ਸੀ ਕਦੇ ਵੀ ਲਾਉਣੀਆਂ ਪੈਂਦੀਆਂ। ਅੱਗੇ ਤੁਹਾਨੂੰ ਹੁੰਦਾ ਸੀ ਕਿ ਯਾਰ ਅੱਜ ਇਹਦੇ ਵੀ ਚਾਹ ਪੀਣੀ, ਇਹਦੇ ਵੀ ਚਾਹ ਪੀਣੀ। ਉਹ ਕਹਿੰਦੇ ਜੀ ਅੱਜ ਆ ਵੀ ਗਲ ਪੈ ਗਿਆ, ਜਾ ਵੀ ਗਲ ਪੈ ਗਿਆ। ਯਾਨੀ ਕਾਪੀ ਉਹੀ ਹੈ, ਪੈਨ ਉਹੀ ਹੈ, ਵਿਚਾਲੇ ਲਕੀਰ ਉਹੀ ਮਾਰੀ ਹੈ, ਪਰ ਉੱਥੇ ਇਬਾਰਤ ਐਤਕੀ ਕੁਛ ਹੋਰ ਲਿਖੀ ਜਾ ਰਹੀ ਹੈ। ਪਰ ਇੱਕ ਗੱਲ ਹੈਗੀ ਆ, ਜਿਹੜਾ ਵੀ ਬੰਦਾ ਮਿਲੇ, ਦੇਸ਼ੋਂ ਫੋਨ ਆਵੇ, ਵਿਦੇਸ਼ ਵਾਲਾ ਬੰਦਾ, ਪ੍ਰਵਾਸੀ ਆਪਣੇ ਵੀਰ ਭੈਣ ਮਿਲਣ ਸਾਰੇ, ਤਾਂ ਉਹ ਇੱਕੋ ਹੀ ਗੱਲ ਕਹਿੰਦੇ ਜੀ ਐਤਕੀ ਸਮਝ ਨਹੀਂ ਆਉਂਦੀ ਕੌਣ ਜਿੱਤੂਗਾ। ਐਤਕੀ ਨਾ ਬਹੁਤਾ ਹੀ ਕੰਮ ਜਿਹਾ ਖਰਾਬ ਹੋ ਗਿਆ। ਐਤਕੀ ਤਾਂ ਉਮੀਦਵਾਰਾਂ ਦੇ ਨਾਂ ਵੀ ਚੇਤੇ ਰੱਖਣੇ ਔਖੇ ਹੋ ਗਏ ਆ। ਐਤਕੀ ਤਾਂ ਜਦੋਂ 5-5 6-6 ਖੜ੍ਹੇ ਆ, ਕੋਈ ਨਹੀਂ ਸਮਝ ਆਉਂਦੀ ਸਰਕਾਰ ਕਿਹਦੀ ਬਣੂਗੀ। ਸਾਰਿਆਂ ਨੂੰ ਐਂ ਲੱਗਦਾ। ਦੇਖੋ ਸੰਧਾਲੀਆ ਸਾਹਿਬ, ਆਮ ਲੋਕਾਂ ਨੇ ਅਜੇ ਆਪਣਾ ਕੰਮ ਕਰਨਾ ਹੈ ਕਿਉਂਕਿ 20 ਨੂੰ ਵੋਟਾਂ। ਤੁਸੀਂ ਲੀਡਰਾਂ ਨੇ ਆਪਣਾ ਸਾਰਾ ਕੰਮ ਕਰ ਦਿੱਤਾ। ਪਹਿਲਾਂ ਤੁਸੀਂ 1 ਮਹੀਨਾ ਇੱਧਰਲੀ ਪਾਰਟੀ 'ਚੋਂ ਚੱਕ ਛਾਲ ਮਾਰ ਇੱਧਰ, ਇੱਧਰਲੀ ਪਾਰਟੀ 'ਚੋਂ ਚੱਕ ਛਾਲ ਮਾਰ ਇੱਧਰ। ਫਿਰ ਉਹਦੇ ਤੋਂ ਬਾਅਦ ਟਿਕਟਾਂ ਲੈਣੀਆਂ, ਆਪਣੇ ਹਲਕੇ ਤੋਂ ਨਹੀਂ ਮਿਲਦੀ ਦੂਸਰੇ ਤੋਂ ਲੈ ਲਓ, ਦੂਸਰੇ ਤੋਂ ਮਿਲਦੀ ਤੀਸਰੇ ਤੋਂ ਲੈ ਲਓ, ਉਹਨੇ ਨਹੀਂ ਦਿੱਤੀ ਇੱਧਰਲੇ ਪਾਸੇ ਆ ਜਾਓ, ਆਜ਼ਾਦ ਕਾਗਜ਼ ਦਾਖਲ ਕਰ ਦਿਓ। ਯਾਨੀ ਪੰਜਾਬ ਦਾ ਮੁੱਦਾ ਕੋਈ ਨਹੀਂ ਚੱਕਿਆ। ਟਿਕਟਾਂ ਕਿੱਦਾਂ ਲੈਣੀਆਂ, ਟਿਕਟਾਂ ਲੈ ਕੇ ਜਿੱਤਣਾ ਕਿੱਦਾਂ, ਜਿੱਤ ਕੇ ਵੱਡੀ ਕੁਰਸੀ ਕਿੱਦਾਂ ਲੈਣੀ, ਕੁਰਸੀ ਵੱਡੀ ਲੈ ਕੇ ਉਹਦੇ ਤੋਂ ਵੱਡੀ ਕੁਰਸੀ ਕਿੱਦਾਂ ਲੈਣੀ, ਉਹਦੇ ਲਈ ਤੁਹਾਡਾ ਰੋਡ ਮੈਪ ਬਿਲਕੁਲ ਕਲੀਅਰ ਸੀ। ਪੰਜਾਬ ਦੇ 2 ਕਰੋੜ 12 ਲੱਖ ਵੋਟਰਾਂ ਦੇ ਲਈ ਰੋਡ ਮੈਪ ਬਿਲਕੁਲ ਕਲੀਅਰ ਨਹੀਂ ਸੀ। ਮੈਂ ਇੱਕ ਛੋਟੀ ਜਿਹੀ ਉਦਾਹਰਨ ਦਿੰਦਾ। ਪੰਜਾਬ ਦਾ ਇੱਕ ਹਲਕਾ ਬੱਲੂਆਣਾ ਬੜਾ ਘੱਟ ਸੁਣਿਆ ਜਾਂਦਾ ਸ਼ਹਿਰ ਹੈ, ਨੇੜੇ ਤੇੜੇ ਦੇ ਲੋਕਾਂ ਨੇ ਤਾਂ ਸੁਣਿਆ ਹੋਊਗਾ। ਉੱਥੋਂ ਦੇ ਇੱਕ ਸੱਜਣ ਨੇ, ਮਾਣਯੋਗ ਲੀਡਰ ਨੇ, ਗੁਰਤੇਜ ਸਿੰਘ ਜੀ ਘੁੜਿਆਣਾ, 2-3 ਵਾਰੀ ਦੇ MLA, ਪੁਰਾਣੇ ਅਕਾਲੀ ਆਗੂ। ਐਤਕੀ ਉਹਨਾਂ ਨੂੰ ਲੱਗਦਾ ਸੀ ਕਿ ਨਹੀਂ ਭਾਈ ਇਹਨਾਂ ਨੇ ਟਿਕਟ ਦੇਣੀ, ਚੁੱਪ ਕਰਕੇ ਝੋਲਾ ਚੱਕਿਆ, ਟਾਈਮ ਨਹੀਂ, ਠੰਡੇ ਧੁੱਪ ਨਹੀਂ ਚੜ੍ਹਨ ਦਿੱਤੀ, ਸੂਰਜ ਜੇ ਨਿਕਲਿਆ ਹੀ ਨਹੀਂ ਸੀ। ਭਾਰਤੀ ਜਨਤਾ ਪਾਰਟੀ ਸ਼ਾਮਲ ਹੋਇਆ। ਕਹਿੰਦੇ ਕਿਆ ਪਾਰਟੀ ਹੈ, ਬਹੁਤ ਵਧੀਆ ਪਾਰਟੀ ਹੈ, ਇੰਨੀ ਵਧੀਆ ਪਾਰਟੀ ਹੈ ਵੀ ਕਮਾਲ ਹੋ ਜੂਗੀ। ਉਹਨਾਂ ਨੂੰ ਪਤਾ ਹੈ ਕਿ ਇੱਧਰੋਂ ਟਿਕਟ ਪੱਕੀ ਹੈ। ਉਹਨਾਂ ਨੇ ਵੀ ਜਦੋਂ ਹਿਸਾਬ ਕਿਤਾਬ ਜਿਹਾ ਲਾਇਆ, 2-3 ਹਿੱਸਿਆਂ 'ਚ ਟਿਕਟਾਂ ਵੰਡੀਆਂ ਸੀ। ਗੁਰਤੇਜ ਸਿੰਘ ਹੋਰਾਂ ਦਾ ਕੰਮ ਉੱਥੇ ਵੀ ਸੂਤ ਨਾ ਆਇਆ। ਜਦੋਂ ਉਹਨਾਂ ਨੇ ਦੇਖਿਆ ਟਿਕਟਾਂ ਤਾਂ ਵੰਡ ਦਿੱਤੀਆਂ, ਉਹਨਾਂ ਨੇ ਵੀ ਨਹੀਂ ਦਿੱਤੀ। ਫਿਰ ਦੂਜੇ ਦਿਨ ਸਵੇਰੇ ਉੱਠੇ, ਝੋਲਾ ਚੱਕਿਆ, ਠੰਡੇ ਸੂਰਜ ਨਹੀਂ ਨਿਕਲਣ ਦਿੱਤਾ। ਸੁਖਬੀਰ ਸਿੰਘ ਬਾਦਲ ਸਾਹਿਬ ਨਾਲ ਖੜੇ ਸੀ, ਕਹਿੰਦੇ ਜੀ ਘਰ ਮੁੜਨਾ ਹੀ ਚੰਗਾ ਹੈ, ਇਹਦੇ ਤੋਂ ਚੰਗੀ ਪਾਰਟੀ ਕੋਈ ਨਹੀਂ। ਇੰਨੀ ਫਲੈਕਸੀਬਿਲਿਟੀ ਜਦੋਂ ਤੁਹਾਡੇ 'ਚ ਆ ਨਾ, ਜੇ ਉਹਦੇ ਤੋਂ ਅੱਧੀ ਫਲੈਕਸੀਬਿਲਿਟੀ ਵੀ ਅਸੀਂ 20 ਫਰਵਰੀ ਨੂੰ ਵੋਟਾਂ ਪਾਉਣ ਵੇਲੇ ਲੈ ਆਏ, ਕਮਾਲਾਂ ਹੋ ਜਾਣਗੀਆਂ।
ਪਰ ਤੁਸੀਂ ਇਹ ਦੇਖੋ ਨਾ, ਇਹ ਦਿਲ ਗੁਰਦਾ ਵੀ ਤੇ ਲੀਡਰਾਂ 'ਚ ਹੀ ਹੈ ਨਾ। ਇਹ ਤਾਂ ਤੁਸੀਂ ਇੱਕ ਉਦਾਹਰਨ ਦਿੱਤੀ, ਐਤਕੀ ਤੇ ਕਈਆਂ ਨੇ ਫਲਾਕੀਆਂ ਮਾਰੀਆਂ ਇਦਾਂ ਦੀਆਂ। ਮੈਂ ਕਿਹਾ ਰੁਲ ਜਾਣੀ ਸੀ ਨਾ ਉਦਾਹਰਨ ਹੀ। ਮੈਂ ਤਾਂ ਕਿਹਾ ਵੀ ਦੇਖੋ ਕਾਰਨ ਇਹ ਆ ਵੀ ਇਹ ਜਿਹੜਾ ਕੰਮ ਹੈ ਉਹ ਆਮ ਬੰਦਾ ਨਹੀਂ ਕਰ ਸਕਦਾ, ਕਿਉਂਕਿ ਆਮ ਬੰਦਾ ਕਿਹੜੇ ਸੋਚ ਲੈਂਦਾ ਵੀ ਯਾਰ ਉਦੋਂ ਗਏ ਸੀਗੇ ਯਾਰ, ਉਹ ਗੱਲ ਤੇ ਚੱਲ ਕੁਛ ਵੀ ਨਹੀਂ ਸੀ, ਆਪਾਂ ਹੈ ਤੇ ਠੀਕ ਸੀਗੇ, ਪਰ ਫਿਰ ਵੀ ਚੱਲ ਅਗਲਾ ਨਾਲ ਖਲੋਤਾ। ਹੁਣ ਉਦੋਂ ਹੁਣ ਉਹ ਦਾੜੀਆਂ ਬੀਬੀਆਂ ਦਾੜੀਆਂ ਵਾਲੇ ਬੰਦੇ ਸੀ ਯਾਰ, ਹੁਣ ਉਹਨਾਂ ਨੇ ਕਿਹਾ ਤੇ ਫਿਰ ਹੁਣ ਵੋਟ ਤੇ ਪਾਉਣੀ ਪੈਣੀ। ਲਾਗੋਂ ਮੁੰਡੇ ਸਮਝਾਉਂਦੇ ਆ ਵੀ ਬਾਪੂ ਤੈਨੂੰ ਪਤਾ ਤਾਂ ਹੈ ਵੀ ਉਹ ਕੀ ਆ ਕੀ ਨਹੀਂ, ਤੇ ਤੂੰ ਉਹ ਯਾਰ ਮੁੰਡਿਓ ਤੁਸੀਂ ਪਾ ਦਿਓ ਫਿਰ ਉਹਨੂੰ, ਜਾਓ ਮੈਂ ਤੇ ਫਿਰ ਉਹਦੇ ਨਾਲ ਹੀ ਆ। ਉਹ ਜਿਹੜਾ ਆਪਣੇ ਵਾਲੇ ਜੇ ਬਜ਼ੁਰਗਾਂ 'ਚ ਨਹੀਂ ਨਾ ਗੇੜਾ ਵੱਜਦਾ, ਉਹ ਮੇਰਾ ਖਿਆਲ ਉਹਨਾਂ ਨੂੰ ਕਿਤੇ ਨਾ ਕਿਤੇ ਇਹੋ ਜਿਹੀਆਂ ਉਦਾਹਰਨਾਂ ਨਾਲ ਸੋਚਣਾ ਚਾਹੀਦਾ ਵੀ ਜੇ ਅਗਲਾ ਬੰਦਾ ਜਮਾਂ ਹੀ ਯੂ ਟਰਨ ਮਾਰ ਜਾਂਦਾ, ਜਿੱਥੇ ਲਿਖਿਆ ਵੀ ਹੁੰਦਾ ਵੀ ਯੂ ਟਰਨ ਮਾਰਨੀ ਮਨਾ, ਤੇ ਆਪਾਂ ਹੀ ਘੱਟੋ ਘੱਟ ਸੋਚ ਲਿਆ ਕਰੀਏ। ਕਿਉਂਕਿ ਦੇਖੋ ਨਾ, ਬਾਪੂ ਰਾਂ ਇੰਨੀਆਂ ਵੋਟਾਂ ਪਾ ਕੇ ਦੇਖ ਲਈਆਂ, ਇੱਕ ਹੁੰਦਾ ਵੀ ਲੈ ਵੀ ਯਾਰ ਇੰਨੀ ਵਾਰ ਫਲਾਨੀ ਚੀਜ਼ ਬਣਾ ਕੇ ਦੇਖੀ ਨਹੀਂ ਬਣੀ, ਇੱਕ ਕਦੀ ਨਾ ਬੰਦਾ ਕਹੇ ਯਾਰ ਤੂੰ ਕਰਕੇ ਦੇਖ ਲਾ। ਉਹ ਜਾਣੇ ਗਾਂ ਹੁਣ ਨਿਆਣਿਆਂ ਦੇ ਆਖੇ ਲਾ ਕੇ ਕਿਤੇ ਵੇਖ ਲੈਣ ਵੀ ਯਾਰ ਚੱਲ ਐਤਕੀ ਚਲੋ ਤੁਹਾਡੇ ਆਖੇ ਲੱਗ ਜਾਂਦੇ। ਨਹੀਂ ਜ਼ਰੂਰੀ ਹੈ। ਦੇਖੋ ਅੱਗੇ ਨਾ ਸੰਧਾਲੀਆ ਸਾਹਿਬ ਇੱਕ ਸ਼ਬਦ ਬੜਾ ਵਰਤਿਆ ਜਾਂਦਾ ਸੀ, ਨੌਜਵਾਨ ਨਵੀਂ ਪੀੜ੍ਹੀ ਨੂੰ ਪਤਾ ਨਹੀਂ, ਪਰਿਆ ਮਤਲਬ ਪੰਚਾਇਤ। ਪੰਚਾਇਤ ਦਾ ਮਤਲਬ ਇਹ ਨਹੀਂ ਕਿ ਲੋਕਾਂ ਦੇ ਚੁਣੇ ਹੋਏ ਸਰਪੰਚ ਪੰਚ, ਜਾਣੀ ਲੋਕਾਂ ਦਾ ਸਾਂਝਾ ਇਕੱਠ। ਉਹ ਫਿਰ ਘਾਟਾ ਪਵੇ ਵਾਧਾ ਪਵੇ, ਉਹ ਕਹਿੰਦੇ ਜੀ ਫਿਰ ਪਰਿਆ ਨੇ ਫੈਸਲਾ ਕਰਤਾ ਸੀ, ਹੁਣ ਉਹ ਤੋਂ ਨਹੀਂ ਮੁੱਕਰਨਾ, ਫਿਰ ਹੁਣ ਤਾਂ ਖੜ ਗਿਆ ਭਾਈ। ਉਹ ਪੱਥਰ ਤੇ ਲਕੀਰ ਹੀ ਹੁੰਦੀ ਸੀ, ਉਹਦੀ ਲਿਖਤ ਨਹੀਂ ਸੀ ਕੋਈ ਹੁੰਦੀ, ਪਰ ਉਹ ਦਿਲ ਤੇ ਲਿਖਿਆ ਜਾਂਦਾ ਹੈ ਫੈਸਲਾ ਕਿ ਭਾਈ ਪਰਿਆ ਨੇ ਫੈਸਲਾ ਕਰਤਾ। ਫੈਸਲਾ ਹੁਣ ਵੀ ਪਰਿਆ ਹੀ ਕਰਦੀ ਹੈ, ਪਰ ਉਹ ਬਾਅਦ 'ਚ ਇਹਨਾਂ ਕਹਿੰਦੇ ਫੈਸਲਾ ਤਾਂ ਪਰਿਆ ਨੇ ਕੀਤਾ, ਪਰ ਮੈਂ ਤਾਂ ਥੋੜ੍ਹਾ ਜਿਹਾ ਪਰਾਂ ਹੋ ਕੇ ਖੜਾ ਸੀ। ਮੈਂ ਥੋੜਾ ਪਰੇ ਸੀਗਾ, ਪਰਿਆ ਚੋਂ, ਇਸ ਕਰਕੇ ਵੀ ਮੈਨੂੰ ਸਮਝ ਨਹੀਂ ਲੱਗੀ ਗੱਲ ਦੀ। ਚਲੋ ਜੋ ਵੀ ਹੈਗਾ ਇਸ ਵਕਤ ਵਧੀਆ। ਤੇ ਜਿਹੜੀ ਗੱਲ ਤੋਂ ਆਪਾਂ ਹੁਣ ਸ਼ੁਰੂਆਤ ਕਰਨੀ, ਉਹ ਆਪਾਂ ਕੱਲ ਜਾਂਦੇ ਜਾਂਦੇ ਮਾੜੀ ਜੀ ਦੱਸੀ ਸੀ ਜੀ, ਤੇ ਆਪਾਂ ਇਹ ਵੀ ਕਿਹਾ ਸੀ ਵੀ ਪੂਰਾ ਦਿਨ ਭਾਈ ਸਾਹਿਬ ਇਹਦੇ ਤੇ ਕੰਮ ਮਗਣਾ, ਤੇ ਉਹ ਮਗਿਆ ਵੀ ਜੀ। ਤੇ ਉਹ ਗੱਲ ਵੱਖਰੀ ਵੀ ਚਲੋ ਕੱਲ੍ਹ ਵਾਲੀਆਂ ਅਖਬਾਰਾਂ 'ਚ ਫੋਟੋਆਂ ਨਹੀਂ ਆਈਆਂ, ਅੱਜ ਵਾਲੀਆਂ 'ਚ ਆ ਗਈਆਂ। ਐਨ ਉਹਨਾਂ ਨੇ ਵੱਡੇ ਵੱਡੇ ਪੇਜਾਂ ਦੇ ਉੱਪਰ ਲਾਈਆਂ ਵੀ ਭਾਈ ਸਾਹਿਬ ਆਹ ਨੇ ਭਾਈ ਸਾਹਿਬ, ਤੇ ਇਹਨਾਂ ਦੀ ਚਰਚਾ ਉਦੋਂ ਚੱਲੀ ਸੀ। ਤੇ ਅਚਾਨਕ ਬਾਪੂ ਨੂੰ ਮੈਂ 2-4 ਪਤਾ ਪਰ ਉਹ ਐਂ ਕਰਕੇ ਮੇਰੇ ਅੱਛਾ ਉਹ ਨਿੱਕਿਆ ਉਹਦੇ ਦੀਦੀ ਨਹੀਂ ਯਾਰ। ਉਹ ਕਹਿੰਦਾ ਕੀ ਬਾਪੂ ਯਾਰ ਘੜੀ 12 ਲੱਖ ਵਾਲੀ। ਉਹ ਕਹਿੰਦਾ ਬਾਪੂ ਬੰਨੀ ਥੋੜਾ ਯਾਰ ਉਹ ਲਵਾਈ ਥੋੜਾ ਲਵਾ। ਉੱਥੇ ਬੈਠੇ ਬਾਪੂ ਵੀਰੇ ਵੀ ਕਹਿੰਦੇ ਆ ਨਿੱਕਿਆ ਤਾਂ ਤੇਰੀ ਉਮਰ ਦਾ ਹੀ ਲੱਗਦਾ, ਹਾਂ ਤੂੰ 10 ਰੁਪਈਏ ਵੀ ਗਵਾ ਕੇ ਆਇਆ ਨਾ, ਤੇ ਉਹ ਕਹਿੰਦੇ 10 ਕਰੋੜ ਲੱਭਾ ਈ। ਆਹੋ ਸੋ ਇਹ ਪਤਾ ਲੱਗਾ ਵੀ ਈਡੀ ਕੋਲੋਂ ਜਾਂਚ ਪੜਤਾਲ ਕਰਦਿਆਂ ਫਾਈਨਲੀ ਈਡੀ ਨੂੰ ਲੱਗਿਆ ਹੋਊਗਾ ਵੀ ਨਹੀਂ ਯਾਰ ਅਜੇ ਗੱਲਾਂ ਹੋਰ ਨੇ ਪੁੱਛਣ ਗਿੱਛਣ ਵਾਲੀਆਂ ਜੀ। ਸੋ ਜੇ ਆਪਾਂ ਗਲਤ ਨਹੀਂ ਤੇ 8 ਤਰੀਕ ਤੱਕ ਉਹਨਾਂ ਆਖਿਆ ਵੀ ਅਸੀਂ ਫਿਰ ਆਪਣੇ ਹਿਸਾਬ ਨਾਲ ਜਾਂਚ ਪੜਤਾਲ ਕਰਾਂਗੇ। ਨਹੀਂ ਬਿਲਕੁਲ ਜੀ। ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਸਾਹਿਬ ਦੇ ਘਰੋਂ ਉਹਨਾਂ ਦੀ ਪਤਨੀ, ਉਹਨਾਂ ਦੀ ਭੈਣ ਤੇ ਭੈਣ ਦਾ ਬੇਟਾ ਭੁਪਿੰਦਰ ਹਨੀ ਭਾਣਜਾ ਹੋਇਆ ਇਹਨਾਂ ਦਾ, ਤੇ ਉਹਨਾਂ ਦੇ ਭਾਣਜੇ ਦੇ ਘਰੋਂ ਪਿਛਲੇ ਛਾਪਾ ਵੱਜਾ ਸੀ। ਕਹਿੰਦੇ ਜੀ ਟ੍ਰਾਂਜੈਕਸ਼ਨਾਂ ਦਾ ਬਹੁਤ ਪਤਾ ਲੱਗਾ, ਲੈਣ ਦੇਣ ਜਿਹੜੇ ਪੈਸਿਆਂ ਦਾ ਹੋਇਆ, ਕੈਸ਼ ਮਿਲਿਆ, ਮਹਿੰਗਾ ਸਮਾਨ ਮਿਲਿਆ। ਉਹਦੇ ਤੋਂ ਬਾਅਦ ਈਡੀ ਨੇ ਇੱਕ ਵਾਰੀ ਸੱਦਾ ਪੱਤਰ ਭੇਜਿਆ, ਉਹ ਕਹਿੰਦੇ ਜੀ ਚਿੱਤ ਨਹੀਂ ਤਕੜਾ, ਕੋਵਿਡ ਦੇ ਸਿੰਪਟਮ ਲੱਗਦੇ ਆ। ਫਿਰ ਸੱਦਾ ਪੱਤਰ ਭੇਜਿਆ ਕਿ ਮਾੜਾ ਜਿਹਾ ਜਲੰਧਰ ਵਾਲੇ ਦਫ਼ਤਰ ਆਇਓ। ਜਲੰਧਰ ਵਾਲਾ ਦਫ਼ਤਰ ਵੀ ਉਹ ਆ, ਕਈ ਵਾਰੀ ਗੱਲਾਂ ਚੱਲਦੀਆਂ ਹੁੰਦੀਆਂ ਕਿ ਉੱਥੇ ਤਾਂ ਸਿਆਲਾਂ ਨੂੰ ਵੀ ਜਿਹੜਾ ਜਾਵੇ ਤਾਂ ਤਰੇੜੀ ਆਉਂਦੀ ਹੈ। ਫਿਰ ਭੁਪਿੰਦਰ ਹਨੀ ਹੋਰੀ ਉੱਥੇ ਗਏ, 7-8 ਘੰਟੇ ਉਹਨਾਂ ਨੇ ਸਵਾਲ ਪੁੱਛੇ। ਸਾਨੂੰ ਨਹੀਂ ਪਤਾ ਕਿੰਨੀ ਵਾਰੀ ਪਾਣੀ ਪੀਤਾ, ਕਿਉਂਕਿ ਇਹ ਰਿਪੋਰਟਿੰਗ ਦਿੰਦੇ ਉਹਨੂੰ 11 ਵਾਰੀ ਤਾਂ ਪਾਣੀ ਹੀ ਪੀਤਾ। ਉਹਦੇ ਤੋਂ ਬਾਅਦ ਫਿਰ ਉਹ ਕਹਿੰਦੇ ਜੀ ਸੰਤੁਸ਼ਟ ਨਹੀਂ, ਤੁਹਾਨੂੰ ਰੱਖਣਾ ਪੈਣਾ, ਹਿਰਾਸਤ 'ਚ ਲੈਣਾ ਪੈਣਾ। ਉਹ ਕਹਿੰਦੇ ਘਬਰਾਹਟ ਬਹੁਤ ਹੁੰਦੀ ਹੈ। ਇਹ ਮਤਲਬ ਉੱਦਾਂ ਹੀ ਹੋਇਆ ਜਿੱਦਾਂ ਨਾ ਪੇਸ਼ੈਂਟ ਲੈ ਗਏ ਹਸਪਤਾਲ ਤੇ ਉਹ ਕਹਿੰਦੇ ਡਾਕਟਰ ਸਾਹਿਬ ਬਹੁਤ 3-4-5 ਘੰਟੇ ਕਿੱਦਾਂ ਹੁਣ ਜੀ ਵੀ ਦਾਖਲ ਕਰਨਾ ਪੈਣਾ, ਅਜੇ ਆਪਰੇਸ਼ਨ ਹੋਇਆ ਨਹੀਂ ਪੂਰਾ। ਅੱਛਾ ਚਲੋ ਫਿਰ ਕਰ ਲਓ। ਕਹਿੰਦੇ ਇੱਦਾਂ ਨਹੀਂ, ਪਹਿਲਾਂ ਮਾੜਾ ਜਮ੍ਹਾਂ ਕਰਾਓ ਤੁਸੀਂ ਉੱਧਰਲੇ ਪਾਸੇ ਭੇਟਾ ਦੇ, ਫਿਰ ਆਪਾਂ ਜਮ੍ਹਾਂ। ਉਸੇ ਤਰ੍ਹਾਂ ਉਹਨਾਂ ਨੇ ਪਹਿਲਾਂ ਡਾਕਟਰਾਂ ਕੋਲੋਂ ਚੈੱਕ ਕਰਾ ਲਿਆ ਵੀ ਡਾਕਟਰ ਸਾਹਿਬ ਕਹਿੰਦਾ ਲਿਖ ਦਿਓ ਵੀ ਬੰਦਾ ਠੀਕ। ਉਹ ਕਹਿੰਦੇ ਠੀਕ ਕੋਈ ਗੱਲ ਨਹੀਂ, ਫਿਰ ਲੈ ਆਓ ਇੱਥੇ। 8 ਤੱਕ ਆਪਾਂ ਹੁਣ ਪੁੱਛਦੇ ਹਾਂ ਵੀ ਕਿਹੜੀ ਚੀਜ਼ ਕਿੱਥੋਂ ਆਈ ਕਿੱਥੋਂ ਨਹੀਂ ਆਈ ਜੀ। ਨੇ ਕੋਰਟ 'ਚ ਪੇਸ਼ ਕੀਤਾ, ਕੋਰਟ ਵਾਲੇ ਨੇ ਕਿਹਾ ਇਹਨੂੰ 8 ਤੱਕ ਰੱਖ ਸਕਦੇ ਹੋ, ਪੁੱਛਗਿੱਛ ਕਰ ਸਕਦੇ ਹੋ। ਦੇਖੋ ਗੱਲ ਇਹ ਹੈ ਕਿ ਭਾਰਤ ਦੇ ਵਿੱਚ ਕੇਸ ਜਿੱਦਾਂ ਚੱਲਦੇ ਹੁੰਦੇ ਆ ਕਿ ਇੱਕ ਬੰਦੇ ਤੋਂ ਜਦੋਂ ਪਤਾ ਲੱਗਾ, ਕਿਉਂਕਿ ਜੇ ਤੁਸੀਂ ਰੇਤਾ ਵਾਲੀ ਟਰਾਲੀ ਵੀ ਲਿਜਾਣੀ ਆ ਨਾ, ਤੁਹਾਡੇ ਇਕੱਲਿਆਂ ਦੇ ਵੱਸ ਦੀ ਗੱਲ ਨਹੀਂ ਹੁੰਦੀ। ਕਈ ਵਾਰੀ ਤੁਹਾਡੇ ਕੋਲ ਟਰਾਲੀ ਨਹੀਂ ਹੁੰਦੀ, ਟਰਾਲੀ ਕਿਸੇ ਦੀ ਮੰਗਦੇ ਹੋ। ਕਈ ਵਾਰੀ ਕਿਉਂਕਿ ਤੁਹਾਡੇ ਵਰਗਾ ਬੰਦਾ ਤਾਂ ਚਲੋ ਪਤਾ ਲੱਗਦਾ ਖਾਂਦੇ ਪੀਂਦੇ ਪਰਿਵਾਰ ਦੇ ਹੈਗੇ ਹੋ, ਤੁਸੀਂ ਟਰਾਲੀ ਇਕੱਲੇ ਲੱਦ ਸਕਦੇ ਹੋ, ਚਾਹੇ 3 ਦਿਨ ਲੱਗਣ। ਮੇਰੇ ਕੋਲੋਂ ਥੋੜ੍ਹੀ ਲੱਦ ਹੋ ਜਾਣੀ ਆ, ਕਿਉਂਕਿ ਐਂ ਕਈ ਭਰ ਕੇ ਜਦੋਂ ਉੱਪਰਲੇ ਪਾਸੇ ਨੂੰ ਮਾਰਨੀ ਹੁੰਦੀ ਹੈ, ਇੱਥੇ ਕੜਾਲ ਉੱਦਾਂ ਹੀ ਪੈ ਜਾਣੀ। ਉਹਦੇ ਤੋਂ ਬਾਅਦ ਜੇ ਮੰਨ ਲਓ ਕਿ ਟਰਾਲੀ ਵੀ ਭਰ ਲਈ, ਫਿਰ ਕਈ ਵਾਰੀ ਟਰਾਲੀ ਜਦੋਂ ਬਾਹਰ ਕੱਢੀ ਦੀ ਖੁੱਭ ਜਾਂਦੀ ਹੁੰਦੀ ਹੈ, ਫਿਰ ਕਿਸੇ ਦਾ ਟਰੈਕਟਰ ਮੰਗਣਾ ਪੈਂਦਾ। ਜਾਣੀ ਇੱਕ ਟਰਾਲੀ ਵੀ ਰੇਤੇ ਦੀ ਜੇ ਲੈ ਕੇ ਆਉਣੀ ਹੋਵੇ ਤਾਂ ਇੱਕ ਤੋਂ ਵੱਧ ਬੰਦਿਆਂ ਦੀ ਲੋੜ ਪੈਂਦੀ ਹੈ। ਇੱਥੇ ਤਾਂ ਸੁੱਖ ਨਾਲ ਰੌਲਾ ਬਹੁਤ ਵੱਡਾ ਪਿਆ। ਹੁਣ ਉਹ ਨਾਲ ਕਿਹੜੇ ਬੰਦੇ ਸੀ, ਸ਼ਖਸੀਅਤਾਂ ਮਾਣਮੱਤੀਆਂ ਸਤਿਕਾਰਯੋਗ ਸ਼ਖਸੀਅਤਾਂ ਕਿਹੜੀਆਂ ਸੀ ਜਿਹੜੀਆਂ ਨਜਾਇਜ਼ ਮਾਈਨਿੰਗ ਦੇ ਕੰਮ ਧੰਦੇ 'ਚ ਲੱਗੀਆਂ ਸੀ। ਈਡੀ ਵਾਲਿਆਂ ਨੇ 8 ਤਰੀਕ ਤੱਕ ਉਹ ਸਾਰਾ ਕੁਝ ਖਿੱਦੋ ਦੇ ਵਿੱਚੋਂ ਲੀਰਾਂ ਬਾਹਰ ਲਿਆਉਣੀਆਂ। ਹੁਣ ਬੰਦੇ ਆਮ ਨਿਕਲਦੇ ਆ ਕਿ ਖਾਸ ਨਿਕਲਦੇ ਆ, ਚਰਚਾ ਇਹਦੀ ਹੈ, ਪਰ ਸਵਾਲ ਸਾਰੇ ਚੰਨੀ ਸਾਹਿਬ ਤੋਂ ਪੁੱਛੀ ਜਾਂਦੇ ਆ। ਉਹ ਤਾਂ ਪੁੱਛਣਗੇ ਹੀ। ਦੇਖੋ ਸਭ ਤੋਂ ਪਹਿਲਾਂ ਤੇ ਮਜੀਠੀਆ ਸਾਹਿਬ ਉਹ ਕਹਿੰਦੇ ਮੈਂ ਤੁਹਾਨੂੰ ਉਦੋਂ ਫਾਰਮੂਲਾ ਦੱਸਿਆ ਸੀ ਨਾ
ਫਿਰ ਪੁੱਛਣ ਲੱਗ ਪੈਂਦੇ ਨੇ ਚੇਤਾ ਤੁਹਾਨੂੰ ਕਿ ਨਹੀਂ ਚੇਤਾ? ਉਹ ਕਹਿੰਦੇ ਸਾਨੂੰ ਸਾਹਿਬ ਕਾਹਦਾ ਚੇਤਾ ਮਹਾਰਾਜ, ਸਾਡਾ ਤਾਂ ਕੰਮ ਜੀ ਖਬਰਾਂ ਇਕੱਠੀਆਂ ਕਰਨੀਆਂ, ਤੁਸੀਂ ਕਹਿਤਾ ਉੱਧਰੋਂ ਬਿਆਨ ਆ ਗਿਆ, ਉੱਧਰੋਂ ਬਿਆਨ ਆ ਗਿਆ, ਤੁਸੀਂ ਆਪ ਦੱਸ ਦੇ। ਕਹਿੰਦੇ ਦੇਖੋ ਮੈਂ 3 ਨਾਂ ਲਏ ਸੀ, ਚੰਨੀ, ਉਸ ਤੋਂ ਬਾਅਦ ਹਨੀ ਅਤੇ ਫਿਰ ਮਨੀ। ਇਹ ਇੱਦਾਂ ਕਹਿੰਦੇ ਚੱਲਦਾ ਸਰਕਲ, ਇਹ ਮਜੀਠੀਆ ਸਾਹਿਬ ਦਾ ਦਾਵਾ। ਉਹ ਕਹਿੰਦੇ ਪਹਿਲਾਂ ਕੀ ਫੜਿਆ ਗਿਆ? ਮਨੀ, ਯਾਨੀ ਕਿ ਪੈਸਾ। ਮਨੀ ਤੋਂ ਬਾਅਦ ਪਤਾ ਲੱਗਾ ਵੀ ਹਨੀ ਕੋਲੋਂ ਫੜਿਆ ਗਿਆ, ਅਤੇ ਹਨੀ ਹੁਣ ਕਿਹਦਾ ਰਿਸ਼ਤੇਦਾਰ? ਚੰਨੀ ਦਾ। ਕਹਿੰਦੇ ਇਹ ਉੱਧਰ ਨੂੰ ਜਾਣੀ ਹੈ ਕਹਾਣੀ, ਮੈਂ ਤੈਨੂੰ ਉੱਧਰ ਹੀ ਕਿਹਾ ਸੀ, ਅਜੇ ਤਾਂ ਕੰਮ ਤੁਰਿਆ ਨਹੀਂ। ਗੱਲ ਤਾਂ ਠੀਕ ਹੈ ਉਹਨਾਂ ਦੀ। ਉਹ ਕਹਿੰਦੇ ਜੀ ਹਨੀ ਤੇ ਮਨੀ ਦੋਨੇ ਹੀ ਚੰਨੀ ਸਾਹਿਬ ਦੇ ਆ। ਦੇਖੋ ਮੈਂ ਇੱਕ ਗੱਲ ਕਲੀਅਰ ਕਰ ਦਿੰਦਾ, ਚੰਨੀ ਸਾਹਿਬ ਦਾ ਕੋਈ ਕਸੂਰ ਨਹੀਂ ਜਾਪਦਾ, ਕਿਉਂਕਿ ਉਹ ਕਹਿੰਦੇ ਕਿ ਦੇਖੋ ਕਾਨੂੰਨ ਆਪਣਾ ਕੰਮ ਕਰ ਰਿਹਾ ਨਾ, ਜਿਹੜਾ ਗਲਤ ਹੋਏਗਾ ਉਹਨੂੰ ਸਜ਼ਾ ਮਿਲੇ, ਅਸੀਂ ਤਾਂ ਕਹਿੰਦੇ ਹਾਂ ਬਿਲਕੁਲ ਠੀਕ ਹੈ। ਪਰ ਕਿੰਨਾ ਚੰਗਾ ਹੁੰਦਾ ਸੰਧਾਲੀਆ ਸਾਹਿਬ, ਕਿੰਨਾ ਚੰਗਾ ਹੁੰਦਾ। ਕਿਉਂਕਿ ਮੰਨ ਲਓ ਕਿ ਇੱਕ ਦੇ ਘਰੋਂ ਚੋਰੀ ਹੋਈ ਹੈ, ਤੁਸੀਂ ਮੰਨ ਲਓ ਪਿੰਡ ਦੇ ਸਰਪੰਚੋਂ, ਮੁਖੀਆ, ਹੁਣ ਸਰਪੰਚੋਂ ਤੁਸੀਂ ਪਿੰਡ ਦੇ, ਮੇਰੇ ਘਰੋਂ ਚੋਰੀ ਹੋ ਗਈ, ਤੀਸਰੇ ਬੰਦੇ ਦੇ ਘਰੇ ਸੌਦਾ ਮੇਰੇ ਵਾਲਾ ਮਿਲ ਗਿਆ ਕਿ ਮੇਰੀ ਮੱਝ ਖੋਲ੍ਹ ਕੇ ਲੈ ਗਿਆ ਤੇ ਉਹਨਾਂ ਦੇ ਵੱਜੀ ਹੈ। ਉਹ ਕਹਿੰਦੇ ਸਾਨੂੰ ਕੀ ਪਤਾ ਸਾਡੀ ਹਵੇਲੀ ਕੌਣ ਬਣ ਗਿਆ। ਗੱਲ ਠੀਕ ਹੈ, ਪਰ ਜਿਹੜਾ ਸਰਪੰਚ ਹੁੰਦਾ ਉਹਨੇ ਦੇਖਣਾ ਹੁੰਦਾ, ਪੈੜ ਕੱਢਣ ਨੂੰ ਬੰਦਾ ਲਿਆਉਂਦੇ, ਅੱਛਾ ਇੱਧਰੋਂ ਗਈ, ਆਹ ਕੰਮ ਹੋਇਆ, ਨਾਲ ਦੇ ਨੇ ਕਹਿਣਾ ਮੈਂ ਕੋਠੇ ਤੇ ਸੁੱਤਾ ਸੀ, ਮੈਨੂੰ ਸੁਣਿਆ ਇੱਦਾਂ ਦੀ ਗੱਲ, ਮੈਨੂੰ ਫਲਾਨਾ ਲੱਗਾ, ਕਿਉਂਕਿ ਡੱਬੀਆਂ ਵਾਲੀ ਖੇਸੀ ਉਹੀ ਲੈਂਦਾ। ਜਾਂ ਉੱਦਾਂ ਕਰੇ ਮੈਂ ਕੋਠੇ ਤੇ ਸੀਗਾ, ਕੁੱਤਾ ਮਾੜਾ ਜਿਹਾ ਭੌਂਕਿਆ ਉੱਧਰੋਂ ਤੇ ਮੈਨੂੰ ਲੱਗਾ ਵੀ ਬਿੜਕ ਜੀ ਆਉਂਦੀ ਹੈ, ਇਹ ਸਾਡੇ ਵਾਲੇ ਡੰਗਰ ਵੀ ਡੰਗੇ ਆ, ਉਦੋਂ ਮੈਨੂੰ ਲੱਗਾ ਵੀ ਹੈ ਤੇ ਕੋਈ ਡੰਗਰ ਹੀ ਲਈ ਜਾਂਦਾ। ਚੰਗਾ ਹੁੰਦਾ ਜੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਜਿੱਦਣ ਬਿਕਰਮ ਸਿੰਘ ਮਜੀਠੀਆ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਉੱਥੇ ਉਹਨਾਂ ਨੇ ਪ੍ਰਤੀਕਿਰਿਆ ਨਹੀਂ ਦਿੱਤੀ ਕੋਈ। ਉਹ ਕਹਿੰਦੇ ਸੀ ਜੀ ਭਾਗ ਪਹਿਲਾ ਹੈ, ਅਜੇ ਇਸ ਸੀਰੀਜ਼ ਦਾ ਦੂਜਾ ਪਾਰਟ ਆਉਣਾ ਹੈ। ਉਦੋਂ ਉਹਨਾਂ ਨੇ ਕਿਹਾ ਸੀ ਜੀ ਆਹ ਦੇਖੋ ਵੀਡੀਓ, ਤੇ ਇਹਦੇ ਵਿੱਚ ਉਹ MLA ਦੇ ਸਟicker ਲੱਗੀ ਗੱਡੀ 'ਚ ਜਾ ਰਿਹਾ ਹੈ, ਆਹ ਦੇਖੋ ਜੀ ਉਹਨੂੰ ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਦੇ ਬੰਦੇ ਮਿਲੇ ਆ। 2-3 ਚੀਜ਼ਾਂ ਇੱਦਾਂ ਦੀਆਂ ਸੀ। ਮੁੱਖ ਮੰਤਰੀ ਸਾਹਿਬ ਦੇ ਕੋਲ ਜੇ ਪਾਵਰ ਘਟ ਗਈ ਸੀ, ਜੇ ਉਦੋਂ ਮੈਨੂੰ ਨਹੀਂ ਪਤਾ ਕੋਡ ਆਫ ਕੰਡਕਟ ਲੱਗਾ ਸੀ ਕਿ ਨਹੀਂ, ਜੇ ਲੱਗ ਵੀ ਗਿਆ ਸੀ, ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਲਿਖ ਦੇਣੀ ਚਾਹੀਦੀ ਸੀ ਕਿ ਦੇਖੋ ਜੀ ਅਸੀਂ ਪਾਕ ਸਾਫ ਬੰਦੇ ਆ, ਆਮ ਘਰਾਂ ਦੇ ਵਿੱਚੋਂ ਉੱਠੇ ਆ, ਨਾਗਵਲ ਪਾ ਲੈਂਦੇ ਆ, ਮੰਜੇ ਬੁਣ ਲੈਂਦੇ ਆ, ਅਸੀਂ ਦੀਵਾਲੀ ਤੇ ਪਟਾਕੇ ਵੇਚ ਕੇ ਗੁਜ਼ਾਰਾ ਕਰ ਲਿਆ, ਕਿਰਦਾਰ ਤੇ ਦਾਗ ਨਹੀਂ ਲੱਗਣ ਦਿੱਤਾ। ਅੱਜ ਜਿਸ ਤਰੀਕੇ ਪੰਜਾਬ ਦੇ ਇੱਕ ਸਿਆਸੀ ਪਾਰਟੀ ਦੇ ਲੀਡਰ ਨੇ, ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ, ਭਾਵ ਕਿ MLA ਬਿਕਰਮ ਸਿੰਘ ਮਜੀਠੀਆ ਨੇ, ਜਿੱਦਾਂ ਮੇਰਾ ਨਾਂ ਲੈ ਕੇ ਨਿਸ਼ਾਨੇ ਲਾਏ ਆ ਕਿ ਭਾਈ ਮੇਰੇ ਕਰਕੇ ਉਹਨੇ, ਮੈਨੂੰ ਵੀ ਪਤਾ ਲੱਗੇ ਕਿ ਪੰਜਾਬ ਦੇ 2 ਕਰੋੜ 12 ਲੱਖ ਵੋਟਰਾਂ ਦੇ ਵਿੱਚੋਂ ਇਹ ਕੌਣ ਹੈ ਭੁਪਿੰਦਰ ਸਿੰਘ ਹਨੀ, ਇਹਨੂੰ ਕਿੰਨੇ ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਦੇ ਬੰਦੇ ਦੇ ਦਿੱਤੇ, ਇਹ ਕਿਹੜੇ MLA ਦੇ ਸਟicker ਲਾ ਕੇ ਗੱਡੀ ਜਿਹੜੀ ਉਹ ਲਈ ਫਿਰਦਾ ਸੀ, ਜਾਂਚ ਦੇ ਆਰਡਰ ਦੇ ਦਿੰਦੇ, ਰੌਲਾ ਹੀ ਨਹੀਂ ਸੀ ਪੈਣਾ। ਇਹ ਪੈਣਾ ਨਹੀਂ ਸੀ ਨਾ, ਪਰ ਕਾਰਨ ਹੈ ਨਾ, ਦੇਖੋ ਦੂਸਰੇ ਪਾਸੇ ਖੜ ਕੇ ਦੇਖ ਲਓ ਤੁਸੀਂ, ਮੰਨ ਲਓ ਵੀ ਬੰਦਾ ਕੋਈ ਮੇਰਾ ਕੰਮ ਮਾੜਾ ਜਿਹਾ ਮੋਟਰਸਾਈਕਲ ਤੇ ਜਾਂਦਾ ਹੋਵੇ ਨਾ, ਤੇ ਉੱਥੇ ਆ ਵੀ ਕਾਕਾ ਲਾ ਵੀ ਸਾਈਡ ਤੇ ਕਾਗਜ਼ ਲਿਆਵੇ, ਕੋਈ ਪਹੁੰਚ ਨਾ ਹੋਵੇ, ਨਿੱਕਾ ਮੋਟਾ ਫਿਰ ਵੀ ਕਹਿੰਦਾ ਯਾ ਮੇਰੇ ਚਾਚਾ ਜੀ ਫਲਾਨੇ ਜੀ ਗੱਲ ਕਰੋ ਮਾੜੀ ਵੀ, ਹੈ ਨਾ। ਹੁਣ ਜੇ ਚਾਚਾ ਜੀ ਭਾਵੇਂ ਛੋਟੇ ਮੋਟੇ ਅਫਸਰ ਵੀ, ਹੁਣ ਤਾਂ ਵੀ ਅਗਲਾ ਕਹਿੰਦਾ ਵੀ ਚੱਲ ਯਾਰ ਉਹ ਜਿਹੜਾ ਮੋਟਰਸਾਈਕਲ ਹੀ ਛੁੱਟ ਜੇ, ਚਲਾਨ ਹੀ ਵੱਜ ਜਾਵੇ ਆਪਣਾ, ਜੀ ਉੱਥੇ ਵੀ ਅਗਲਾ ਪਹੁੰਚ ਕਰਦਾ। ਅਤੇ ਹੁਣ ਜੇ ਆਪਾਂ ਹਨੀ ਹੋਰਾਂ ਦੇ ਪੁਆਇੰਟ ਆਫ ਵਿਊ ਤੋਂ ਦੇਖੀਏ ਜੀ, ਮਾਸੜ ਮੁੱਖ ਮੰਤਰੀ ਹੋਵੇ ਤੇ ਤੁਸੀਂ ਆਖੋ ਵੀ ਮਤਲਬ ਵੀ ਨਾਲ ਕੋਈ ਜਿਪਸੀ ਕਾਲੀ ਤੇ ਸਟicker ਤੇ ਬੰਦੇ ਪੰਚਰ ਨਾਲ ਬੰਦੂਕਾਂ ਵਾਲੇ ਨਾ ਹੋਣ, ਫਿਰ ਉਹਦੇ ਬਿਨਾਂ ਟੌਰ ਨਹੀਂ ਬਣਦਾ। ਇਹ ਕਮਾਲ ਕਰ ਰਹੇ ਨੇ। ਨਹੀਂ ਗੱਲ, ਮੈਂ ਇਸ ਗੱਲ ਦੇ ਨਾਲ ਮੈਂ ਸਹਿਮਤ ਹਾਂ, ਤੁਸੀਂ ਦਿਲੋਂ ਬੋਲੇ ਹੋ, ਮੈਂ ਦੇਖਿਆ। ਨਹੀਂ ਮੈਂ ਤਾਂ ਕਿ ਵੀ ਮਤਲਬ ਉਹ ਕਹਿੰਦਾ ਯਾਰ ਮਾਸੜਾ ਉਹੀ ਗੱਲਾਂ ਯਾਰ, ਫਿਰ ਮਤਲਬ ਕਿੱਦਾਂ ਯਾਰ ਮਾਸੜ ਹੋਣ ਦਾ ਕੀ ਫਾਇਦਾ, ਅਸੀਂ ਰਗੜ ਕੇ ਗੋਡੇ ਤੇ ਲਾਉਣਾ ਹੀ ਮਾਸੜ, ਜੇ 4 ਬੰਦੇ ਨਾ ਮਿਲੇ। ਥੋੜੀ ਮਾਸੜਾ ਕਰਾਈਏ, ਕਰਾਈਏ, ਏਡੇ ਪੂਰੀ ਸੇਵਾ ਕੀਤੀ ਹੈ ਜੋ ਤੱਕ ਨਹੀਂ ਵੀ ਸੀ ਮੁੱਖ ਮੰਤਰੀ। ਚਲੋ ਇੱਥੇ ਮੈਂ ਇੱਕ ਗੱਲ ਦੱਸ ਦੇਣਾ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਪਿੰਡ ਦੇ ਵਿੱਚ ਕੋਈ ਸੀਨੀਅਰ ਜੂਨੀਅਰ ਮੀਤ ਪ੍ਰਧਾਨ ਨੇ, ਕੋਈ ਜਨਰਲ ਸਕੱਤਰ ਨੇ, ਕੋਈ ਜੁਆਇੰਟ ਸੈਕਟਰੀ ਨੇ, ਕਿਉਂਕਿ ਹੁਣ ਤਾਂ ਉਹ ਲੈਟਰ ਹੈਡ ਜੇਬ ਦੇ ਵਿੱਚ ਹੀ ਹੁੰਦਾ ਨਾ, ਉਹਦੇ ਵਿੱਚੋਂ ਨਾਂ ਭਰ ਕੇ ਦੇ ਦੇਣਾ, ਦਸਤਖਤ ਪ੍ਰਧਾਨ ਸਾਹਿਬ ਦੇ ਕੀਤੇ ਹੁੰਦੇ ਆ। ਉਹਨਾਂ ਦੇ ਵਿੱਚੋਂ ਬਹੁਤਿਆਂ ਨੂੰ ਲੱਗਦਾ ਹੁੰਦਾ ਕਿ ਭਾਈ ਕੋਈ ਗੱਲ ਨਹੀਂ, ਹੋਰ ਨਹੀਂ ਕੁਛ, ਤਾਂ ਉਹ ਪਤਾ ਕੀ ਕਹਿੰਦੇ ਹੁੰਦੇ ਆ, ਯਾਰ ਕਿੱਥੇ ਦੌੜਾ ਫਿਰਦਾ, 4 ਟਰਾਲੀਆਂ ਰੇਤਾ ਦੀਆਂ ਸਟਾ ਕੇ ਮੁੜ ਕੇ ਇੱਥੇ ਪਰਚੂਨ ਜਿਹਾ 'ਚ ਵੇਚੀ ਜਾ, ਰੁਪਈਏ ਲੋੜੇ ਦੇ ਥੋੜ੍ਹਾ ਜਿਹਾ ਬੱਜਰ ਸਟਾ, ਇੱਥੇ ਗੱਲ ਕਿਹੜੀ ਹੈ, ਆਹ ਥਾਣੇ ਵਾਲਿਆਂ ਨਾਲ ਚੌਂਕੀ ਵਾਲਿਆਂ ਨਾਲ ਗੱਲ ਕਰਾ ਦਿੰਦੇ ਆ, ਚਿੰਤਾ ਨਹੀਂ ਕਰਨੀ, ਕੰਮ ਤੇਰੇ ਕਹੇ ਦੇ ਹੋਣਗੇ। ਅਸੀਂ ਉਹਨਾਂ ਸਾਰੇ ਸੀਨੀਅਰ ਮੀਤ ਜਿਹੜੇ ਸੀਨੀਅਰ ਤੇ ਜੂਨੀਅਰ ਮੀਤ ਪ੍ਰਧਾਨ ਨੇ ਉਹਨਾਂ ਨੂੰ ਬੇਨਤੀ ਕਰਦੇ ਹਾਂ। ਦੂਸਰੀ ਗੱਲ, ਜੇ ਕੋਈ ਅਫਸਰਾਂ ਦਾ ਰਿਸ਼ਤੇਦਾਰ ਹੈ, ਮੰਤਰੀਆਂ ਦਾ, ਸਿਆਸਤਦਾਨਾਂ ਦਾ ਰਿਸ਼ਤੇਦਾਰ ਹੈ, ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਭਾਈ ਅਗਲੇ ਕੰਮ ਜੇ ਤੁਸੀਂ ਇਦਾਂ ਦਾ ਕਰਦੇ, ਸਾਨੂੰ ਨਹੀਂ ਪਤਾ ਦੱਸ ਕੇ ਕਰਦੇ ਹੋ ਕਿ ਕਿੱਦਾਂ ਕਰਦੇ ਹੋ, ਸਾਨੂੰ ਨਹੀਂ ਪਤਾ ਕਿ ਉਹ ਪੈਸੇ ਤੁਹਾਡੇ ਹੁੰਦੇ ਕਿ ਨਾਲ ਉਹਨਾਂ ਦੇ ਵੀ ਹੁੰਦੇ ਆ, ਪਰ ਅਗਲੇ ਫਿਰ ਕਹਿ ਦਿੰਦੇ ਆ ਭਾਈ ਜਿਹਨੇ ਕੀਤਾ ਭੁਗਤੇ, ਕਾਨੂੰਨ ਆਪਣਾ ਕੰਮ ਕਰ ਰਿਹਾ। ਇਸ ਕਰਕੇ ਬਹੁਤ ਬਚ ਕੇ, ਇਹ ਮਤ ਸਮਝੋ ਭੁਪਿੰਦਰ ਸਿੰਘ ਹਨੀ ਅੰਦਰ ਗਿਆ, ਇਹ ਸਮਝੋ ਕਿ ਜਿਹੜਾ ਵੀ ਬੰਦਾ ਕੋਈ ਇਦਾਂ ਦਾ ਉੱਪਰਲੇ ਥੱਲੜੇ ਲੈਵਲ ਤੇ ਕੰਮ ਕਰਦਾ, ਲੱਤਾਂ ਕੰਬਣੀਆਂ ਚਾਹੀਦੀਆਂ। ਨਹੀਂ ਇਹ ਗੱਲ ਹੈਗੀ, ਮਤਲਬ ਇਹ ਤਾਂ ਹੁਣ ਦੇਖੋ ਜਦੋਂ ਚੰਨੀ ਸਾਹਿਬ ਨੇ ਕਹਿ ਤਾ ਵੀ ਯਾਰ ਮੈਨੂੰ ਕੋਈ ਇਤਰਾਜ਼ ਨਹੀਂ, ਜਿਹੜੀ ਕੋਈ ਕਾਰਵਾਈ ਹੋ ਰਹੀ ਹੈ, ਕਾਨੂੰਨ ਆਪਣਾ ਕੰਮ ਕਰੇ, ਸੱਚ ਝੂਠ ਆਪੇ ਸਾਹਮਣੇ ਆ ਜੂ, ਗੱਲ ਉਹਨਾਂ ਦੀ ਵੀ ਮੰਨ ਲੈਣੀ ਚਾਹੀਦੀ। ਪਰ ਕਾਰਨ ਪਤਾ ਕੀ ਆ, ਉਹ ਜਿੱਦਾਂ ਕਹਿੰਦੇ ਵੀ ਮਤਲਬ ਸ਼ਰੀਕੀ ਵਾਲਿਆਂ ਨੂੰ ਤਾਂ ਗੱਲਾਂ ਕਰਨ ਨੂੰ ਮਿਲ ਜਾਂਦੀਆਂ ਨੇ। ਹੁਣ ਦੇਖੋ ਮਜੀਠੀਆ ਸਾਹਿਬ ਨੇ ਤੇ ਉਹੀ ਚੰਨੀ ਹਨੀ ਤੇ ਮਨੀ ਸੁਣਾਤਾ, ਉਹ ਮਨੀ ਹਨੀ ਤੇ ਕਹਿੰਦੇ ਵੀ ਆ ਗਿਆ ਕਾਬੂ, ਹੁਣ ਚੰਨੀ ਤੇ ਆਉਣਾ।
दूजे पासे केजरीवाल साहब दिल्लियों वो नवा फार्मूला काट रहे, कहते यार ये भ्रष्टाचार करने के लिए 4-5 साल तो लगते हैं, इतने साल तो चाहिए भ्रष्टाचार के लिए। इन्होंने तो रिकॉर्ड बना दिए, 111 दिनों में ही कमाल कर दिए। मतलब हूँ बंदा जिदा ढिला जिहा स्माइल जी दे के बोल वो पोले जे मूँह नाल गल करके निकल जाना, अगले दा अंदर लूह देना करांगे। हाँ भी जानी वो कहते अंदरां बाल दित्तियां फड़ के। मैं इत्थे सुखबीर सिंह बादल साहब ਨੂੰ ਲੈ ਕੇ ਆਉਣਾ ਐਂ ਕਰਕੇ ਘੁਮਾ ਕੇ ਤੇ ਨਾਲ ਭਗਵੰਤ ਮਾਨ ਸਾਹਿਬ ਦੀ ਗੱਲ ਕਰਨੀ ਹੈ, ਕਿਉਂਕਿ ਤੁਸੀਂ ਮਜੀਠੀਆ ਸਾਹਿਬ ਤੇ ਕੇਜਰੀਵਾਲ ਸਾਹਿਬ ਦੀ ਗੱਲ ਕੀਤੀ, ਉਹਨਾਂ ਦੀ ਪਾਰਟੀ ਦਾ ਇੱਕ ਬੰਦਾ ਮੈਂ ਨਾਲ ਇੰਟਰੋਡਿਊਸ ਕਰਾਂਗਾ। ਸੁਖਬੀਰ ਸਿੰਘ ਬਾਦਲ ਸਾਹਿਬ ਕਹਿੰਦੇ ਦੇਖੋ ਗੱਲ ਇਹ ਹੈ, ਚੰਨੀ ਸਾਹਿਬ ਕਹਿੰਦੇ ਮੈਨੂੰ ਅੰਦਰੋਂ ਪਤਾ ਲੱਗਾ, ਮੈਂ ਵੈਸੇ ਨਾ ਉਹਨਾਂ ਦੀ ਜਾਣੀ ਉਹਨਾਂ ਦੇ ਸੈੱਲ ਜਿਹੜੇ ਆ ਉਹਨਾਂ ਦੇ ਉੱਤੇ ਕਮਾਲ ਜਾਣਾ। ਉਹਨਾਂ ਨੇ ਉਦੋਂ ਭਗਵੰਤ ਮਾਨ ਸਾਹਿਬ ਦੇ ਦੱਸਦੇ ਦੁਕਾਨਾਂ ਨੂੰ ਕੀ ਕਰ ਲਿਆ ਉਹਨਾਂ ਨੇ, ਜਾਣੀ ਅੰਦਰਲੀਆਂ ਗੱਲਾਂ। ਉਹ ਕਹਿੰਦੇ ਮੀਟਿੰਗਾਂ ਹੁੰਦੀਆਂ ਸਾਨੂੰ ਉਸ ਵੇਲੇ ਪਤਾ ਲੈਂਦਾ ਸਰਕਾਰ ਦੀਆਂ ਮੀਟਿੰਗਾਂ ਦਾ। ਨਹੀਂ ਸੈੱਲ ਹੁੰਦੇ ਆਪਣੇ ਨਿੱਕੇ ਬੰਦਿਆਂ ਦੇ, ਉਹਨਾਂ ਬੈਟਰੀ ਰੱਖੀ ਹੋਣੀ ਲੈ ਠੀਕ ਹੈ, ਅਗਲੇ ਫਿਰ ਵੱਡੇ ਲੀਡਰ ਨੇ। ਉਹ ਕਹਿੰਦੇ ਜੀ ਗੱਲ ਇਹ ਹੈ ਕਿ ਪਤਾ ਇਹ ਲੱਗਾ ਕਿ ਜਿਹੜੇ ਪੈਸੇ ਫੜੇ ਗਏ ਨਾ ਉਹ ਸੀਗੇ ਤਾਂ ਇਹਨਾਂ ਦੇ ਵੱਡਿਆਂ ਦੇ, ਅੱਧੇ ਕੁ ਉਹਦੇ ਵਿੱਚੋਂ ਕਹਿੰਦੇ ਰੇਤਾ ਦੇ ਹੀ, ਸਾਰੇ ਪੈਸੇ 2 ਨੰਬਰ ਦੀ ਰੇਤਾ ਦੇ ਨਹੀਂ, ਅੱਧੇ ਕੁ ਬਦਲੀਆਂ ਤੇ ਨਿਯੁਕਤੀਆਂ ਦੇ ਹੀ, ਕਿਉਂਕਿ ਮਰਿੰਡੇ ਦੁਕਾਨ ਸੀ, ਮੁੰਡਾ ਇਹੀ ਕੰਮ ਕਰਦਾ ਸੀ ਉਹਨਾਂ ਦੇ ਕਹਿਣ ਤੇ। ਉਹ ਜਾਣੀ ਅੱਗੇ ਹੀ ਲੈ ਗਿਆ ਉਹਨਾਂ ਨੇ, ਅੱਗੇ ਜਾ ਕੇ ਹੁੰਦਾ ਨਾ ਕਿ ਕੁੱਲ ਕਿੰਨਾ ਖਰਚਾ ਇੰਨਾ, ਕਹਿੰਦਾ ਇੱਦਾਂ ਨਹੀਂ ਬਈ ਇਹ 10 ਕੱਲੀ ਚੀਜ਼, ਉਹਨਾਂ ਨੇ ਕੱਲੀ ਚੀਜ਼ ਲਿਖ ਕੇ ਦੱਸਤੀ। ਭਗਵੰਤ ਮਾਨ ਸਾਹਿਬ ਲੈ ਲਓ, ਭਗਵੰਤ ਮਾਨ ਸਾਹਿਬ ਕਹਿੰਦੇ ਜੀ ਦੇਖੋ ਗੱਲ ਇਹ ਹੈ, ਉਹਨਾਂ ਨੇ ਸਿੱਧਾ ਹੀ ਦੋਸ਼ ਲਾਇਆ, ਕਹਿੰਦੇ ਕਾਂਗਰਸ ਪਾਰਟੀ ਦੀ ਸਰਕਾਰ ਦੀ ਇੱਕ ਪ੍ਰਾਪਤੀ ਤਾਂ ਹੈਗੀ ਆ ਪੰਜਾਬ ਦੇ ਲੋਕਾਂ ਨੂੰ ਦੇਣ ਹੈ, ਕਹਿੰਦੇ ਬੜੀ ਵੱਡੀ। ਉੱਥੇ ਪੱਤਰਕਾਰ ਕਹਿੰਦੇ ਜੀ ਕਿਹੜੀ? ਉਹ ਕਹਿੰਦੇ 2 ਮੁੱਖ ਮੰਤਰੀ ਦਿੱਤੇ, ਦੋਨੇ ਭ੍ਰਿਸ਼ਟ। ਹਾਂ ਸਿਰੇ ਦੇ ਨਹੀਂ ਉਹ ਵੈਸੇ ਇੱਕ ਗੱਲ ਤੇ ਹੈਗੀ ਆ ਵੀ ਇਹ ਜਿਸ ਹਿਸਾਬ ਨਾਲ ਇਸ ਵਕਤ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਿਆ ਕੰਮ, ਉਹਦੇ ਤੋਂ ਇਦਾਂ ਜਾਪਦੀ ਹੈ ਗੱਲਬਾਤ ਵੀ ਜਿਹੜਾ ਹੁਣ 6 ਤਰੀਕ ਨੂੰ ਐਲਾਨ ਕਰਨਾ ਦਾਖੇ ਆ ਗਏ ਲੁਧਿਆਣੇ ਕੋਲੇ ਰਾਹੁਲ ਗਾਂਧੀ ਸਾਹਿਬ ਨੇ, ਹੋ ਸਕਦਾ ਵੀ ਜਿੱਦਾਂ ਹੁੰਦਾ ਨਾ ਮਤਲਬ ਉਹ ਡਾਇਰੀ ਤੇ ਇੱਕ ਨਾਂ ਲਿਖ ਲੈਂਦੇ ਹੋਣਗੇ, ਫਿਰ ਮਿਟਾ ਲੈਂਦੇ ਹੋਣਗੇ, ਫਿਰ ਲਿਖ ਲੈਂਦੇ ਹੋਣਗੇ, ਫਿਰ ਮਿਟਾ ਲੈਂਦੇ ਹੋਣਗੇ। ਹੋ ਸਕਦਾ ਹੁਣ ਫਿਰ ਲਿਖਿਆ ਹੋਵੇ ਤੇ ਕਹਿਣ ਯਾਰ ਕਿੱਦਾਂ ਕਰੀਏ, ਫਿਰ ਹੋ ਸਕਦਾ ਆਖਣ ਵੀ ਮੇਰੇ ਭੈਣ ਜੀ ਨੂੰ ਪੁੱਛ ਲੈਣੇ, ਭੈਣ ਜੀ ਤਾਂ ਯੂਪੀ ਨੇ, ਮੰਮੀ ਨੂੰ ਪੁੱਛ ਲੈਣੇ, ਉਹ ਢਿੱਲੇ ਨੇ ਸੋਨੀਆ ਗਾਂਧੀ। ਉਹ ਕਹਿੰਦਾ ਪੁੱਤ ਮੈਂ ਤੇ ਗੋਲੀ ਖਾ ਕੇ ਲੰਮੀ ਪਈ, ਤੁਸੀਂ ਆਪ ਹੀ ਕਰ ਲਓ ਜੋ ਕਰ ਹੁਣ ਮੈਂ ਨਜਿੱਠਾਂਗੀ, ਦੱਸੋ ਤੁਹਾਡਾ ਤੇ ਉਹ ਕੁਝ ਰਹਿੰਦਾ। ਦੇਖੋ ਸੰਧਾਲੀਆ ਸਾਹਿਬ, ਹਰੀਸ਼ ਚੌਧਰੀ ਸਾਹਿਬ ਨੇ ਕਲੀਅਰ ਕਰ ਦਿੱਤਾ ਕਿ ਦੁਪਹਿਰ 2 ਵਜੇ ਦਾ ਸਮਾਂ ਹੋਊਗਾ, ਲੁਧਿਆਣਾ ਫਿਰੋਜ਼ਪੁਰ ਰੋਡ ਹੋਊਗਾ, ਉੱਥੋਂ ਦਾ ਇੱਕ ਰਿਜ਼ੋਰਟ ਹੋਊਗਾ, ਉੱਥੇ ਰਾਹੁਲ ਗਾਂਧੀ ਸਾਹਿਬ ਬੈਠਣਗੇ, ਸਿੱਧੂ ਸਾਹਿਬ, ਚੰਨੀ ਸਾਹਿਬ ਤੇ ਲੀਡਰਸ਼ਿਪ ਨਾਲ ਹੋਏਗੀ। ਤੇ ਜਿਹੜੇ ਕੈਪਟਨ ਸੰਦੀਪ ਸੰਧੂ ਸਾਹਿਬ ਦਾ ਹਲਕਾ ਪੈਂਦਾ ਦਾਖਾ, ਉਹ ਕਹਿੰਦੇ ਜੀ ਉਹਨਾਂ ਨੇ ਡਿਊਟੀਆਂ ਲਾਤੀਆਂ, ਜਿੰਨੇ ਕੁ ਵਰਕਰ ਕੋਵਿਡ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਚਾਹੀਦੇ ਉਨੇ ਕੁ ਉੱਥੇ ਮੂਹਰੇ ਬੈਠੇ ਹੋਣਗੇ। ਤੇ ਪੰਜਾਬ ਦੇ 117 ਦੇ 117 ਹਲਕਿਆਂ 'ਚ ਇਕੱਠ ਹੋਣਗੇ, ਉੱਥੇ ਸਕਰੀਨਾਂ ਵੱਡੀਆਂ ਲੱਗੀਆਂ ਹੋਣਗੀਆਂ, ਜਿੱਦਾਂ ਅਰਵਿੰਦ ਕੇਜਰੀਵਾਲ ਹੋਰਾਂ ਨੇ ਕੀਤਾ ਸੀ ਕਿ ਇੱਦਾਂ ਅਸੀਂ ਕਲੀਅਰ ਕਰਨਾ। ਆਪਾਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਕਾਂਗਰਸ ਪਾਰਟੀ ਮਤ ਚਿੰਤਾ ਕਰੇ ਕਿ ਉਹਨਾਂ ਦਾ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਏਗਾ। ਇੱਕ ਹੁੰਦਾ ਨਾ ਕਿ ਐਂ ਨਿਆਣੇ ਖੇਡਦੇ ਹੁੰਦੇ ਆ, ਉਹ ਮਾਰਨਾ ਛੱਕਾ। ਪਿੰਡਾਂ ਦੇ ਵਿੱਚ ਇਹ ਬਹੁਤ ਹੁੰਦਾ ਕਿਉਂਕਿ ਗਰਾਊਂਡ ਨਹੀਂ ਹੁੰਦੇ, ਉਹਨਾਂ ਨੇ ਜਾਂ ਗਲੀ 'ਚ ਖੇਡਣਾ ਹੁੰਦਾ ਜਾਂ ਛੱਪੜ ਦੇ ਨੇੜੇ ਜਿਹੜਾ ਸੁੱਕਾ ਥਾਂ ਉੱਥੇ ਖੇਡਣਾ ਹੁੰਦਾ। ਤੇ ਉੱਥੇ ਇਹ ਸ਼ਰਤ ਛੋਟੀ ਹੁੰਦੀ ਹੈ ਕਿ ਤੂੰ ਕਿੰਨੇ ਛੱਕੇ ਜਾਂ ਚੌਕੇ ਮਾਰਦਾ, ਇਹ ਸ਼ਰਤ ਵੱਡੀ ਹੁੰਦੀ ਹੈ ਜੇ ਪਾਣੀ 'ਚ ਡਿੱਗੀ ਤੂੰ ਆਊਟ ਆ ਫੇ ਬਈ। ਇੱਦਾਂ ਹੀ ਕਾਂਗਰਸ ਪਾਰਟੀ ਜੀ ਸਦਕੇ ਭਲਕੇ ਦੁਪਹਿਰੇ 2 ਵਜੇ ਮੁੱਖ ਮੰਤਰੀ ਦੇ ਚਿਹਰੇ ਦੀ ਅਨਾਉਂਸਮੈਂਟ ਕਰੇ, ਪਰ ਜੇ 25 ਬੰਦੇ ਤੁਸੀਂ ਉੱਥੇ ਲਾਓਗੇ ਨਾ ਤਾਂ 125 ਬੰਦੇ ਜੇ ਮੇਰੀ ਮੰਨਣ ਤਾਂ ਫਿਰ ਬਗਾਵਤ ਠੱਲਣ ਨੂੰ ਪਹਿਲਾਂ ਹੀ ਲਾ ਦੇਣ ਫੀਲਡਿੰਗ ਦੇ ਵਿੱਚ ਉਹ, ਕਿ ਭਾਈ ਗੇਂਦ ਜੇ ਕਿਤੇ ਛੱਪੜ ਦੇ ਡੂੰਘੇ ਪਾਣੀ 'ਚ ਡਿੱਗ ਪਈ ਫੇ ਨਹੀਂ ਚੱਕੀ ਜਾਣੀ, ਕਿਉਂਕਿ ਉੱਥੇ ਕੋਈ ਪਜਾਮਾ ਟੰਗ ਕੇ ਵੜਦਾ ਨਹੀਂ ਹੁੰਦਾ। ਜਿਹਨੂੰ ਵੀ ਮੁੱਖ ਮੰਤਰੀ ਦਾ ਚਿਹਰਾ ਲਾਣਗੇ, ਦੂਜੇ ਪਾਸੇ ਭਾਵੇਂ ਉਸ ਵੇਲੇ ਉਹ ਹੌਲੀ ਦੇਣੀ ਮੁਸਕਰਾਉਂਦਾ ਰਹੇ ਕਿ ਮੁਸਕਰਾਈਏ ਆਪ ਇਸ ਸ਼ਹਿਰ ਮੇ ਹੁੰਦਾ ਨਾ ਕਿ ਸ਼ਹਿਰ ਦੇ ਵਿੱਚ ਖੱਡੇ ਪਏ ਹੁੰਦੇ ਵੱਡੇ ਵੱਡੇ, ਪਰ ਅੰਦਰ ਉਹਦੇ ਕੀ ਹੁੰਦਾ ਹੋਣਾ ਉਹਨਾਂ ਨੂੰ ਹੀ ਪਤਾ। ਮੇਰਾ ਖਿਆਲ ਆ ਇਹ ਤਾਂ ਪ੍ਰੈਕਟਿਸ ਚਾਹੀਦੀ ਆ ਰਾਹੁਲ ਗਾਂਧੀ ਸਾਹਿਬ ਦੀ ਕਰਾ ਲੈਣ ਉਹਨਾਂ ਨੂੰ ਪਹਿਲਾਂ ਨਾ। ਇੱਕ ਤੇ ਅੱਜ ਕੱਲ੍ਹ ਦੂਜੀਆਂ ਬੋਤਲਾਂ ਆ ਗਈਆਂ ਪਲਾਸਟਿਕ ਵਾਲੀਆਂ ਠੰਡੇ ਵਾਲੀਆਂ, ਉਹ ਨਹੀਂ, ਇਹ ਪਹਿਲੀ ਕੱਚ ਦੀ ਬੋਤਲ ਹੁੰਦੀ ਐ ਖੋਲ੍ਹਣ ਵਾਲੀ, ਉਹ ਵਾਲੀ ਬੋਤਲ ਇੱਕ ਠੰਡੇ ਦੀ ਲਿਆ ਕੇ ਦੇਣਾ ਉਹਨਾਂ ਨੂੰ। ਦੇਵਾਂਗੇ ਵੀ ਇਹ ਜਿਹੜੀ ਬੋਤਲ ਆ ਰਾਹੁਲ ਗਾਂਧੀ ਸਾਹਿਬ ਪਹਿਲਾਂ ਇਹਨੂੰ ਹਿਲਾ ਲੈਣਾ ਇੱਦਾਂ, ਉਸ ਤੋਂ ਬਾਅਦ ਤੁਸੀਂ ਲਾਗੇ ਕਰਕੇ ਖੋਲ੍ਹਣੇ ਆ ਤੇ ਇਹ ਕੋਸ਼ਿਸ਼ ਕਰਨੀ ਉਬਲੇ ਨਾ ਹੈ ਨਾ। ਵੀ ਜੇ ਤੁਹਾਡੇ ਲੀੜਿਆਂ ਦੇ ਪਈ ਤੇ ਸਮਝੋ ਵੀ ਇਹ ਤੁਸੀਂ ਢੱਕਣ ਐ ਖੋਲ੍ਹਣਾ, ਤੁਸੀਂ ਕਹਿਣਾ ਵੀ ਫਲਾਨਾ CM ਨਾਲ ਹੀ ਉਹ ਕੁਝ ਹੋਣਾ। ਇੱਕ ਹੋਰ ਵੀ ਗੱਲ ਹੈ, ਅੱਗੇ ਬਾਂਟੇ ਵਾਲੇ ਬੱਤੇ ਹੁੰਦੇ ਸੀ ਨਾ, ਬਾਂਟੇ ਵਾਲੇ ਗੋਲੀ ਵਾਲੇ, ਜਿਨ੍ਹਾਂ ਦੇ ਵਿੱਚੋਂ ਮਾਰ ਕੇ ਪਰਸ ਹਵਾ 'ਚ ਨਿਕਲਦੀ ਸੀ। ਤੁਹਾਡੇ ਵਰਗੇ ਜਿਹੜੇ ਸ਼ਰਾਰਤੀ ਹੁੰਦੇ ਆ ਬਚਪਨ ਦੇ ਵਿੱਚ, ਮੈਂ ਹੁਣ ਇੱਧਰ ਵੀ ਸ਼ਰਾਰਤੀ ਹੋ ਨਹੀਂ ਬਚਪਨ ਤੋਂ ਆਪ ਜੀ ਇਸ ਤਰ੍ਹਾਂ ਦੇ ਸੀ, ਇਸ ਤਰ੍ਹਾਂ ਦੇ ਸਨ। ਹੁਣ ਉਹ ਜਿਹੜਾ ਕਈ ਵਾਰੀ ਜੀ ਕਰਦਾ ਹੁੰਦਾ ਕਿ ਨਹੀਂ ਬਈ ਇਹਨੂੰ ਦੁੱਧ ਸੋਡੇ ਨੂੰ ਥੋੜ੍ਹਾ ਜਿਹਾ ਬਚਾ ਕੇ ਸਿੱਧਾ ਪੀਣਾ। ਰਾਹੁਲ ਗਾਂਧੀ ਸਾਹਿਬ ਇਹ ਗੱਲ ਚੰਗੇ ਤਰੀਕੇ ਸਮਝਣ, ਜਿੰਨੀ ਕਾਂਗਰਸ ਪਾਰਟੀ ਦੇ ਵਿੱਚ ਧੜੇਬੰਦੀ ਹੈ ਕਿ ਤੁਹਾਡਾ ਮੁੱਖ ਮੰਤਰੀ ਦਾ ਚਿਹਰਾ ਚੋਣਾਂ ਤੋਂ ਪਹਿਲਾਂ ਅਨਾਊਂਸ ਕਰਨਾ, ਗੋਲੀ ਵਾਲੇ ਬੱਤੇ ਨੂੰ ਸਿੱਧਾ ਮੂੰਹ ਨਾਲ ਲਾ ਕੇ ਪੀਣਾ, ਕਿ ਜੇ ਤੁਸੀਂ ਮਾੜੀ ਜੀ ਬੋਤਲ ਵੱਧ ਇੱਦਾਂ ਕੀਤੀ ਤੇ ਬਾਂਟਾ ਆ ਕੇ ਉੱਥੇ ਫਸ ਜਾਣਾ, ਅੰਦਰ ਜਾਣਾ ਕੁਛ ਨਹੀਂ। ਜੇ ਤੁਸੀਂ ਥੋੜ੍ਹੀ ਜਿਹੀ ਐਂ ਕਰ ਲਈ ਬਾਂਟਾ ਪਿੱਛੇ ਨੂੰ ਚੱਲ ਜਾਣਾ, ਮੂੰਹ ਦੇ ਵਿੱਚ ਆਉਣਾ ਕੁਛ ਨਹੀਂ। ਬੈਲੈਂਸ ਕਿੱਦਾਂ ਬਣਾ ਕੇ ਰੱਖਣਾ ਹੈ
ਇਹ ਰਾਹੁਲ ਗਾਂਧੀ ਹੋਰਾਂ ਦੇ ਲਈ ਸਭ ਤੋਂ ਵੱਡੀ ਚੁਣੌਤੀ ਹੋਏਗੀ। ਇੱਕ ਅੱਜ ਕੱਲ੍ਹ ਬੀਬੀ ਸੋਸ਼ਲ ਮੀਡੀਆ ਦੇ ਉੱਤੇ ਬਜ਼ੁਰਗ ਬੀਬੀ ਬੜੀ ਪ੍ਰਚਲਿਤ ਹੈ, ਚੁਟਕਲਿਆਂ ਵਾਲੀ ਬੀਬੀ। ਉਹ ਬੀਬੀ ਤੋਂ ਚੇਤਾ ਮੈਨੂੰ ਆਉਂਦਾ ਸੀ ਕਿ ਰਾਹੁਲ ਗਾਂਧੀ ਹੋਰਾਂ ਨੇ ਜਦੋਂ ਪੰਜਾਬ ਨੂੰ ਤੁਰਨਾ ਨਾ, ਬੀਬੀ ਸੋਨੀਆ ਗਾਂਧੀ ਨੇ ਉਸਲੇ ਪੁੱਛਣਾ, ਪੁੱਤ ਵੋਟਾਂ ਜਿਹੜੀਆਂ ਪਵਾਈਆਂ ਸੀ ਉਹਨਾਂ ਦੇ ਕਾਗਜ਼ ਲੈ ਲੈ। ਉਹਨੇ ਕਿਹਾ ਬੀਬੀ ਲੈ ਲੈ। ਪੁੱਤ ਟਿਕਟ ਰੱਖ ਲਈ ਹੈ ਸ਼ਤਾਬਦੀ ਦੀ? ਬੀਬੀ ਰੱਖ ਲਈ ਹੈ। ਅੱਛਾ ਪੁੱਤ ਜਿੱਥੇ ਚੱਲਿਆ ਇੱਜ਼ਤ ਜ਼ਰੂਰ ਰੱਖ ਲਈ। ਇੰਨਾ ਕੁਝ ਤਾਂ ਰੱਖ ਹੀ ਲਿਆ। ਅੱਛਾ ਨਹੀਂ, ਪਰ ਇੱਕ ਚੀਜ਼ ਹੈ, ਉਹ ਪਤਾ ਨਹੀਂ ਸੱਚ ਝੂਠ ਕੋਈ ਧਿਆਨ 'ਚ ਆਈ ਇਹ ਗੱਲ, ਜਿੰਨੀ ਕਹਿੰਦੇ ਕੋਈ 70 ਕੇ ਕੋਈ ਕਹਿੰਦਾ 75 ਲੱਖ ਕਾਲਾਂ ਕੂਲਾਂ ਕੇ ਕੁਝ ਲੋਕਾਂ ਕੋਲੋਂ ਪੁੱਛਿਆ ਕਿਛਿਆ, ਪਤਾ ਨਹੀਂ ਜੀ ਮੈਨੂੰ। ਇਹ ਵੀ ਅੰਦਰਲੀ ਗੱਲ ਹੈ, ਆਮ ਲੋਕਾਂ ਨੂੰ ਨਹੀਂ ਪਤਾ ਹੁੰਦੀ। ਮੈਂ ਨਹੀਂ ਕਹਿੰਦਾ ਵੀ ਇੱਦਾਂ, ਇਹ ਚਰਚਾ ਜੀ, ਇਹਦੀ ਆਪਾਂ ਕੋਈ ਕਨਫਰਮੇਸ਼ਨ ਨਹੀਂ ਕਹਿੰਦੇ ਵੀ ਇਹ ਕਨਫਰਮਡ ਆ, ਪਰ ਕਹਿੰਦੇ ਆ ਵੀ 70-75 ਲੱਖ ਦੇ ਕਰੀਬ ਜਿਹੜੀਆਂ ਕਾਲਾਂ ਜਾਂ ਲੋਕਾਂ ਕੋਲੋਂ ਪਤਾ ਕੀਤਾ। ਦੇਖੋ ਨਾ, ਕਾਰਨ ਪਤਾ ਕਿ ਜੇ ਕੱਲ ਬਣੀ ਯਾਰ ਆਮ ਆਦਮੀ ਪਾਰਟੀ, ਉਹ 22-23 ਲੱਖ ਫੋਨ ਤਾਂ ਉਹਨਾਂ ਨੂੰ ਆ ਗਏ ਸੀ ਜੀ। ਤੇ ਯਾਰ 135-36 ਸਾਲ ਪੁਰਾਣੀ ਕਾਂਗਰਸ ਪਾਰਟੀ 70-75 ਲੱਖ ਤਾਂ ਚਾਹੀਦੇ ਯਾਰ, ਕੀ ਕਰਦੇ? ਸੰਧਾਲੀਆ ਸਾਹਿਬ, ਮੈਂ ਰਾਹੁਲ ਗਾਂਧੀ ਹੋਰੀ ਜੇ ਅਜੇ ਨਹੀਂ ਜਹਾਜ਼ ਜਾਂ ਟ੍ਰੇਨ ਤੇ ਚੜੇ, ਮੈਂ ਉਹਨਾਂ ਨੂੰ ਹੁਣੇ ਇੱਕ ਸਲਾਹ ਦੇਣਾ। 2 ਕਰੋੜ ਤੇ 12 ਲੱਖ ਵੋਟਾਂ ਆ, ਮੈਂ ਇਸੇ ਗੱਲ ਤੇ ਆਉਣ ਲੱਗਿਆ। 1 ਕਰੋੜ ਤੇ 80 ਲੱਖ ਤੋਂ ਵੱਧ ਪੋਲ ਨਹੀਂ ਹੋਣੀਆਂ, ਤੇ 21 ਲੱਖ ਆਪਾਂ ਆਮ ਆਦਮੀ ਪਾਰਟੀ ਦੀਆਂ ਕੱਢ ਦਈਏ, 1 ਕਰੋੜ ਤੇ 60 ਰਹਿ ਗਈਆਂ। ਉਹ 'ਚੋਂ ਥੋੜ੍ਹੀਆਂ ਅਕਾਲੀਆਂ ਨੇ ਵੀ ਲੈਣੀਆਂ, ਭਾਜਪਾ ਨੇ ਵੀ ਲੈਣੀਆਂ, ਕੈਪਟਨ ਸਾਹਿਬ ਨੇ ਲੈਣੀਆਂ, ਬਸਪਾ ਵਾਲਿਆਂ ਨੇ ਲੈਣੀਆਂ, ਕਿਸਾਨਾਂ ਨੇ ਲੈਣੀਆਂ। ਤੁਸੀਂ ਚਾਹੇ ਮੁੱਖ ਮੰਤਰੀ ਦਾ ਚਿਹਰਾ ਅਨਾਉਂਸ ਕਰਿਓ ਨਾ ਕਰੋ, ਤੁਹਾਡੀਆਂ 70 ਸੀਟਾਂ ਬਕੀਆਂ ਵੇ। ਹਾਂ, ਮੈਂ ਹਿਸਾਬ ਲਾਉਂਦਾ ਵੀ ਇਹਦੇ ਤੋਂ ਤੇ ਇਹ ਗੱਲ ਪਤਾ ਲੱਗਦੀ ਵੀ ਜੇ ਮੰਨ ਲਓ ਇੱਕ ਟੱਬਰ ਹੈ, ਟੱਬਰ 'ਚ 4 ਵੋਟਾਂ ਵੀ ਲਾ ਲਈਏ, ਤੇ ਜੇ ਆਪਾਂ ਉਹਨੂੰ ਚੌਕੇ ਦੇ ਵੀ ਗੁਣਾ ਕਰੀਏ ਤਾਂ ਵੀ ਉਹਦੇ ਵੋਟਾਂ ਤੋਂ ਵੱਧ ਜਾਂਦਾ ਕੰਮ, ਹੈ ਨਾ। ਜੇ 2 ਕਰੋੜ 10 ਲੱਖ ਤੁਸੀਂ ਕਹਿੰਦੇ ਆ ਜਾਂ 20 ਲੱਖ ਕਹਿੰਦੇ ਆ, ਤਾਂ ਇਹ ਤਾਂ ਮੈਂ 2 ਕਰੋੜ 80 ਬਣ ਜਾਂਦੀਆਂ, 7 ਚੌਕ 28 ਦੇ ਹਿਸਾਬ ਨਾਲ ਕਰੀਏ ਜੀ। ਇਹ ਫਿਰ ਪਤਾ ਕਰ ਲਓ ਵੀ ਜਦੋਂ ਫੋਨ ਲਾਇਆ ਸੀ ਪੰਜਾਬ ਹੀ ਵੱਜਿਆ ਸਾਰਾ। ਉਹੀ ਗੱਲ ਹੈ ਵੀ ਕਿਹੜੀ ਭਾਸ਼ਾ 'ਚ ਬੋਲਦੇ ਸੀ ਬੰਦੇ। अरे हमका फोन तो आया था, बोल रहे थे किसी को मुख्यमंत्री बना, हमें बोला बना दीजिए, कोई फर्क नहीं पड़ता। बनाना जरूर, खाली मत रहना कुर्सी, हमें ही बना देना चाहे बबूआ। संधालिया सब एक हो गया नहीं, मुश्किल हो जूगी। देखो कांग्रेस पार्टी वाले ਨੂੰ ਅੱਜ ਅਸੀਂ ਬਹੁਤ ਇਸ ਕਰਕੇ ਸਲਾਹ ਦਿੰਦੇ ਆ, ਸਾਡੇ ਕੋਲੋਂ ਤੁਹਾਡੀਆਂ 4 ਦਿਨ ਖਬਰਾਂ ਹੋਰ ਨਹੀਂ ਪੜ੍ਹ ਹੋਣੀਆਂ। ਅਜੇ ਅਸੀਂ ਤੁਹਾਡੇ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਨੂੰ ਤੁਸੀਂ ਮੁੱਖ ਮੰਤਰੀ ਅਨਾਉਂਸ ਕਰਨ ਹੋਏ, ਉਹਨਾਂ ਤੋਂ ਆਪਣਾ ਭਰਾ ਨਹੀਂ ਬਣਾਇਆ ਹੋਇਆ, ਉਹਨੂੰ ਕਾਗਜ਼ ਨਹੀਂ ਵਾਪਸ ਲਿਆ ਡਾਕਟਰ ਮਨੋਹਰ ਸਿੰਘ ਨੇ। ਉਹ ਕਾਹਦੇ ਲਈ ਲੈਣੇ, ਕਮਾਲ ਕਰਦੇ। ਮੈਂ ਤੈਨੂੰ ਪਹਿਲੇ ਦਿਨ ਕਿਹਾ ਹੈ, ਜਦੋਂ ਮੈਂ ਕਿਹਾ ਵੀ ਅੱਛਾ ਆਹੋ ਆਪ ਤਾਂ ਇਹਨਾਂ 2 ਟਿਕਟਾਂ ਲੈ ਲਈਆਂ ਤੇ ਸਾਡੀ ਰਾਂ ਇੱਕ ਨਾ ਸਰੀ ਇਹਨਾਂ ਕੋਲੋਂ, ਕੋਈ ਰਹਿਣ ਦੋ ਤੁਸੀਂ, ਕੋਈ ਨਹੀਂ ਕਰ ਲਾਂਗੇ ਵੀਰ ਜੀ ਨਾਲ ਗੱਲ। ਆਪਦੇ ਦੋਨੇ ਮੁੰਡੇ ਬਾਹਰ ਭੇਜ ਦਿੱਤੇ ਆ, ਸਾਡੇ ਵਾਲੇ ਦਾ ਚੇਤਾ ਨਾ ਆਇਆ, ਕੋਈ ਨਹੀਂ ਏਦਾਂ ਮਹਾਰਾਜ ਦੇਖਦਾ, ਗਰੀਬਾਂ ਦੀ ਸੁਣੂਗਾ, ਗਰੀਬਾਂ ਦੀ ਸੁਣੂਗਾ। ਸੰਧਾਲੀਆ ਸਾਹਿਬ ਫਿਰ ਵੀ 2 ਬੰਦੇ ਬਣਾ ਲੈ। ਇੱਕ ਕਿਸ਼ਨ ਬਾਵਾ ਜੀ ਹੋਰੀ ਨੇ, ਉਹਨਾਂ ਨੂੰ ਲੁਧਿਆਣੇ ਤੋਂ ਵਾਪਸ ਕਰਾ ਲਿਆ ਕਾਗਜ਼, ਦਾਮਨ ਬਾਜਵਾ ਥਿੰਦ ਹੋਰੀ ਸੁਨਾਮ ਤੋਂ ਕਾਗਜ਼ ਵਾਪਸ ਲੈ ਗਏ। ਪਰ ਮੈਂ ਸੋਚਦਾ ਸੀ ਜਦੋਂ ਹਰੀਸ਼ ਚੌਧਰੀ ਹੋਰਾਂ ਨੇ ਕਿਹਾ, ਕਿਉਂਕਿ ਬਹੁਤ ਵੱਡੀ ਕੋਸ਼ਿਸ਼ ਹੈ ਕਿ ਤੁਸੀਂ ਮੁੱਖ ਮੰਤਰੀ ਦਾ ਚਿਹਰਾ ਅਨਾਉਂਸ ਕਰਨਾ, ਪਰ ਮੁੱਖ ਮੰਤਰੀ MLAs ਨਾ ਬਣਨਾ। ਉਹ ਕਹਿੰਦੇ ਜੀ ਜਿਹੜੇ ਬੰਦਿਆਂ ਨੇ ਕਾਗਜ਼ ਵਾਪਸ ਨਹੀਂ ਲਿਆ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਕਰਨੀ ਆ। ਠੀਕ ਹੈ, ਤਲਵੰਡੀ ਸਾਬੋ ਤੋਂ ਆਪਾਂ ਸਾਰਿਆਂ ਨੂੰ ਪਤਾ ਹੈ ਹਰਮਿੰਦਰ ਸਿੰਘ ਹੋਰੀ ਜੱਸੀ ਸਾਹਿਬ, ਉਹ ਕਹਿੰਦੇ ਆ ਜੀ ਮੈਂ ਖਲੋਤਾ, ਉਹਨਾਂ ਨੇ ਕਾਗਜ਼ ਵਾਪਸ ਨਹੀਂ ਲਏ। ਫਿਰ ਇੱਧਰਲੇ ਪਾਸਿਓਂ ਭਦੌੜ ਤੋਂ ਹੀ ਅਜੈਬ ਸਿੰਘ ਭੱਟੀ ਹੋਰਾਂ ਦੇ ਘਰੋਂ ਬੀਬੀ ਜੀ, ਉਹਨਾਂ ਨੇ ਮੇਰੇ ਖਿਆਲ ਕਾਗਜ਼ ਵਾਪਸ ਨਹੀਂ ਲਏ। ਇਸੇ ਤਰ੍ਹਾਂ ਮੁੱਖ ਮੰਤਰੀ ਸਾਹਿਬ ਦੇ ਭਰਾ ਡਾਕਟਰ ਮਨਮੋਹਨ ਸਿੰਘ ਨੇ ਬੱਸੀ ਪਠਾਣਾ ਤੋਂ ਕਾਗਜ਼ ਵਾਪਸ ਨਹੀਂ ਲਏ। ਸੁਲਤਾਨਪੁਰ ਲੋਧੀ ਤੋਂ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਾਗਜ਼ ਵਾਪਸ ਨਹੀਂ ਲਏ। ਤੇ ਸਵਾਲ ਸਭ ਤੋਂ ਵੱਡਾ ਪਤਾ ਕੀ ਹੈ ਕਿ ਕੀ ਰਾਣਾ ਇੰਦਰ ਪ੍ਰਤਾਪ ਤੇ ਹੀ ਕਾਰਵਾਈ ਹੋਏਗੀ, ਡਾਕਟਰ ਮਨੋਹਰ ਸਿੰਘ ਤੇ ਕਾਰਵਾਈ ਹੋਏਗੀ, ਜਾਂ ਰਾਣਾ ਇੰਦਰ ਪ੍ਰਤਾਪ ਹੋਰਾਂ ਦੇ ਲਈ ਪ੍ਰਚਾਰ ਵੀ ਕਰ ਰਹੇ ਨੇ ਨਾ ਰਾਣਾ ਗੁਰਜੀਤ ਸਿੰਘ ਹੋਰੀ, ਕੈਬਨਿਟ ਮਿਨਿਸਟਰ। ਯਾਨੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਵਿੱਚ ਹਿੰਮਤ ਕਿੰਨੀ ਕੁ ਹੈ, ਕਿਉਂਕਿ ਉਹ ਰੋਜ਼ ਕਹਿੰਦੇ ਆ ਕਿ ਭਾਈ ਮੈਂ ਤਾਂ ਪ੍ਰਚਾਰ ਕਰਨਾ ਹੀ, ਚਿੱਠੀਆਂ ਵੀ ਗਈਆਂ ਹੋਈਆਂ ਨੇ। ਹੁਣ ਚੁਣ ਕੇ ਕਾਰਵਾਈ ਕਰਨੀ ਹੈ ਕਿ ਵੱਡਿਓ ਕਰਨੀ ਹੈ, ਵੀ 2 ਦਿਨਾਂ 'ਚ ਪਤਾ ਲੱਗ ਜੂ। ਕੁਛ ਵੀ ਨਹੀਂ ਹੋਣਾ ਬਾਟ ਸਾਹਿਬ। ਜਦੋਂ ਪਿਛਲੀ ਵਾਰ ਹੋਇਆ ਸੀ ਉਦੋਂ ਵੀ ਤੁਸੀਂ ਨਾ ਵੀ ਇੱਥੋਂ ਵੀ ਵਿਰੋਧੀ ਹੈ, ਉੱਥੋਂ ਵੀ ਵਿਰੋਧੀ ਹੈ, ਇੱਥੋਂ ਵੀ ਆਜ਼ਾਦ, ਉੱਥੋਂ ਵੀ ਆਜ਼ਾਦ, ਉਦੋਂ ਵੀ ਧਮਕੀ ਸੇਮ ਹੀ ਆਈ ਸੀ, ਕਿੰਨੇ ਕੁ ਨੇ ਵਾਪਸ ਲੈ ਕੇ ਤੇ, ਜਾਂ ਉਦੋਂ ਬਾਅਦ 4.5 ਪੌਣੇ 5 ਸਾਲ ਲੰਘ ਗਿਆ ਹੁਣ ਲਗਭਗ, ਕਿੰਨੇ ਕਿਤੇ ਕਾਰਵਾਈ ਹੋਈ। ਨਾਲੇ ਗੱਲ ਪਤਾ ਕੀ ਹੈ, ਇਹ ਤੇ ਉੱਦਾਂ ਹੈ ਵੀ ਜਿਹੜੀ ਸਵਾਰੀ ਨੇ ਟਿਕਟ ਨਾਲ ਲਈ ਅਸੀਂ ਥੱਲੇ ਲਾ ਦੇਣੀ ਆ, ਕੋਈ ਗੱਲ ਨਹੀਂ ਤੁਸੀਂ ਗੱਲ ਲਾਉਣੀ, ਮਗਰ ਇੱਕ ਨਵੀਂ ਨਕੋਰ ਬੱਸ ਵਾਲੇ ਅੱਗੇ ਆਵਾਜ਼ਾਂ ਮਾਰਨਾ, ਕਿਤੇ ਸੀਟ ਨਾਲ ਦਿਆਂਗੇ ਠੰਡਾ ਪਾਣੀ ਪੀਣ ਵਾਲਾ, ਜਿਹੜੀ ਸੀਟ ਤੇ ਕੋ ਬਿਠਾਵਾਂਗੇ। ਇਸ ਕਰਕੇ ਹੁਣ ਉਹ ਗੱਲਾਂ ਨਹੀਂ ਰਹਿ ਗਈਆਂ ਮੈਨੂੰ ਜਾਪਦਾ। ਹੁਣ ਨਵੀਂ ਬੱਸ ਵਾਲੇ ਦੀ ਗੱਲ ਕਰ ਲਈ ਵੈਸੇ। 1 ਮਿੰਟ ਰੁਕ ਜਾਣਾ, ਲਹਿਰੇ ਗਾਗੇ ਮੇਰਾ ਜਾਣ ਨੂੰ ਜੀ ਕਰਦਾ ਸੀ, ਕਿਉਂਕਿ ਮੈਂ ਜਦੋਂ ਇੱਕ ਵਾਰੀ ਅਜੇ ਯੂਨੀਵਰਸਿਟੀ ਪੜ੍ਹਦਾ ਉੱਥੇ ਮੈਂ ਇੰਟਰਵਿਊ ਦੇਣ ਗਿਆ ਸੀ ਇੱਕ ਕਾਲਜ ਦੇ ਵਿੱਚ। ਅੱਛਾ, ਤੇ ਉਹ ਰੱਖਿਆ ਨਹੀਂ ਰੱਖਣਾ ਕਾਹਦਾ ਸੀ, ਕਿਉਂਕਿ ਤੁਸੀਂ ਰੱਖਦੇ ਹੋ, ਅੱਜ ਵੀ ਰੱਖਦੇ ਹੋ ਤੁਸੀਂ, ਦੱਸੋ ਮੈਨੂੰ। ਲੈ ਹੱਦ ਹੋ ਗਈ ਬਾਰ ਸਾਹਿਬ, ਅਸੀਂ ਰੱਖਿਆ ਹੀ ਨਹੀਂ, ਜਿੱਦਾਂ ਤੁਸੀਂ ਰੱਖਦੇ ਉੱਦਾਂ ਨਾ ਕੋਈ ਕਿਸੇ ਨੂੰ ਰੱਖੇ। ਮੈਂ ਪਤਾ ਨਹੀਂ ਕਿਹੜੀ ਗੱਲੋਂ ਚੁੱਪਾਂ, ਮੈਂ ਹੁਣੇ ਹੀ ਦੱਸ ਦੇਣਾ। ਮੇਰੀ ਗੱਲ ਸੁਣੋ, ਕਿੰਨੇ ਦਿਨ ਹੋ ਗਏ ਮੈਂ ਹੁਣ ਨਾ ਤੁਹਾਡਾ ਲੈ ਕੇ ਕਹਿੰਦੇ ਹੁੰਦੇ ਨਾ ਧੀਏ ਗੱਲ ਸੁਣ ਤੇ ਨੋਏ ਕੰਨ ਕਰ, ਕਿੰਨੇ ਦਿਨ ਹੋ ਗਏ ਤੁਹਾਨੂੰ ਬੇਨਤੀ ਕਰਦੇ ਨੂੰ ਕਿ ਪਾਣੀ ਠੰਡਾ ਆਉਂਦਾ ਹੀ।
ਹੈ ਮੈਂ ਕਹੀ ਜਾਂਦਾ ਨਹੀਂ ਕੋਈ ਨਹੀਂ ਚਲੋ ਪਾਣੀ ਗਰਮ ਹੋਣਾ ਚਾਹੀਦਾ ਹੀ ਜਿਹੜੇ ਲਵਾਉਣੇ ਗੀਜ਼ਰ ਬਣਾਉਂਦੇ ਯਾਰ ਹੁਣ ਆਹ ਦਿਨ ਨਾ ਰਾਜ ਦਿਨ ਨਾ ਚਲੋ ਸਾਡੇ ਪੰਜਾਬ ਲਹਿਰੇ ਗਾਗੇ ਤੋਂ ਪਿਛਲੀ ਵਾਰੀ ਬੜਾ ਕਮਾਲ ਦਾ ਹਲਕਾ ਮੈਂ ਪਹਿਲਾਂ ਵੀ ਇੱਕ ਵਾਰੀ ਗੱਲ ਕੀਤੀ ਸੀ ਕਿ ਉੱਥੇ ਨਾ ਗਰਜਾ ਸਿੰਘ ਖੰਡੇਵਾਦ ਹੁੰਦੇ ਸੀ ਅਕਾਲੀ ਦਲ ਦੇ ਲੀਡਰ ਬੀਬੀ ਪੱਠਲ ਹਰਦੇ ਨਹੀਂ ਸੀ ਕਿਸੇ ਤੋਂ ਉਹ ਸਧਾਰਨ ਪਰਿਵਾਰ ਚੋਂ ਸੀ ਸਧਾਰਨ ਦਾ ਮਤਲਬ ਕਿ ਤੁਹਾਡੇ ਵਾਂਗੂ ਬਹੁਤ ਵੱਡੇ ਪਰਿਵਾਰ ਚੋਂ ਨਹੀਂ ਸੀ ਵੱਡੇ ਲੀਡਰਾਂ ਚੋਂ ਨਹੀਂ ਸੀ ਖੱਡ ਹੈ ਨਹੀਂ ਉਹਨਾਂ ਦੀ ਕੋਈ ਇਹ ਗੱਲ ਪੱਕੀ ਹੈ ਉਹਨਾਂ ਨੂੰ ਟਿਕਟ ਦਿੱਤੀ ਤਾਂ ਬੜਾ ਫਸਮਾ ਮੁਕਾਬਲਾ ਹੋਇਆ ਬਹੁਤ ਥੋੜੀਆਂ ਵੋਟਾਂ ਤੇ ਬੀਬੀ ਪੱਠਲ ਜਿੱਤੇ ਸੀ ਕੰਬਲਾ ਕੁੰਬਲਾ ਦੀ ਗੱਲ ਬੜੀ ਚੱਲਦੀ ਸੀ ਉਦੋਂ ਉਹਦੇ ਤੋਂ ਬਾਅਦ ਫਿਰ ਪਿਛਲੀ ਵਾਰੀ ਪਰਮਿੰਦਰ ਸਿੰਘ ਢੀਂਡਸਾ ਆ ਗਏ ਢੀਂਡਸਾ ਸਾਹਿਬ ਤੋਂ ਪਹਿਲਾਂ ਉੱਥੋਂ ਭਗਵੰਤ ਮਾਨ ਸਾਹਿਬ ਆ ਗਏ ਸੀ ਢੀਂਡਸਾ ਸਾਹਿਬ ਜਿੱਤ ਗਏ ਅਕਾਲੀ ਦਲ ਦੀ ਟਿਕਟ ਤੇ ਐਤਕੀ ਪਰਮਿੰਦਰ ਸਿੰਘ ਢੀਂਡਸਾ ਫੇਰ ਖੜੇ ਆ ਤੇ ਬੀਬੀ ਭੱਠਲ ਵੀ ਖੜੇ ਆ ਉਸੇ ਲਹਿਰੇ ਗਾਗੇ ਤੋਂ ਰੌਲਾ ਬੜਾ ਪਿਆ ਕਿ ਆਮ ਆਦਮੀ ਪਾਰਟੀ ਦੀ ਟਿਕਟ ਜਿਹਦੀ ਬਣਦੀ ਉਹਦੀ ਥਾਂ ਕਿਸੇ ਹੋਰ ਨੂੰ ਦਿੱਤੀ ਪਰ ਪਰਮਿੰਦਰ ਸਿੰਘ ਢੀਂਡਸਾ ਨੇ ਨਾ ਇੱਕ ਬੇਨਤੀ ਕੀਤੀ ਜਾ ਕੇ ਇਲੈਕਸ਼ਨ ਕਮਿਸ਼ਨ ਕਹਿੰਦੇ ਜੀ ਆਹ ਤਾਂ ਗਲਤ ਗੱਲ ਹੈ ਜੀ ਆਹ ਇਦਾਂ ਥੋੜੀ ਹੋਇਆ ਆਹ ਕੋਈ ਖੇਡਣ ਥੋੜੀ ਹੋਇਆ ਕੋਈ ਖੇਡ ਭਾਵਨਾ ਵੀ ਚੀਜ਼ ਹੁੰਦੀ ਹੈ ਕੀ ਹੋਇਆ ਜੀ ਕਹਿੰਦੇ ਜੀ ਮੇਰਾ ਨਾਮ ਹੈ ਪਰਮਿੰਦਰ ਸਿੰਘ ਢੀਂਡਸਾ ਕਹਿੰਦੇ ਹਾਂ ਜੀ ਕਹਿੰਦੇ ਜੀ ਆਹ ਦੇਖੋ ਮੇਰੇ ਮੁਕਾਬਲੇ ਤੇ ਇੱਕ ਬੰਦਾ ਖੜਾ ਕੀਤਾ ਪਰਮਿੰਦਰ ਸਿੰਘ ਢੀਂਗਰਾ ਇਹ ਦੇਖੋ ਖੇਡ ਭਾਵਨਾ ਦੀ ਗੱਲ ਨਹੀਂ ਹੈਗੀ ਢੀਂਡਸਾ ਸਾਹਿਬ ਨੂੰ ਵੈਸੇ ਆਪਾਂ ਯਾਦ ਕਰਾ ਦਿੰਦੇ ਆ ਜਦੋਂ ਉਹ ਆਪਣੀ ਪਹਿਲੀ ਪਾਰਟੀ ਸੀਗੇ ਉਦੋਂ ਮਨਪ੍ਰੀਤ ਬਾਦਲ ਸਾਹਿਬ ਨੇ PPP ਬਣਾਈ ਸੀ ਉਦੋਂ ਵੀ ਬੜੇ ਲੋਕਾਂ ਨੂੰ ਹੁੰਦਾ ਹੈ ਯਾਰ ਇੱਥੇ ਵੀ ਇੱਕ ਮਨਪ੍ਰੀਤ ਬਾਦਲ ਕਾਗਜ਼ ਭਰ ਗਿਆ ਪਤਾ ਨਹੀਂ ਕਿਹੜਾ ਉਹ ਕਹਿੰਦੇ ਯਾਰ ਇੱਕ ਮਨਪ੍ਰੀਤ ਬਾਦਲ ਅਸਲੀ ਆ ਇੱਕ ਮਨਪ੍ਰੀਤ ਬਾਦਲ ਦੇ ਕਾਗਜ਼ ਭਰਾਏ ਆ ਤੇ ਐਤਕੀ ਵੀ ਗੱਲ ਕਰੀਏ ਤੇ ਮੁੱਖ ਮੰਤਰੀ ਚਰਨਜੀਤ ਚੰਨੀ ਸਾਹਿਬ ਜੀ ਹਲਕਾ ਚਮਕੌਰ ਸਾਹਿਬ ਤੋਂ ਡਾਕਟਰ ਚਰਨਜੀਤ ਸਿੰਘ ਚੰਨੀ ਵੀ ਹੈਗੇ ਇੱਕ ਨਾਲ ਮਤਲਬ ਐਡੀ ਗੱਲ ਨਹੀਂ ਹੈਗੀ ਇਹ ਤਾਂ ਚੱਲਦਾ ਹੀ ਹੈ ਦੇਖੋ ਆਮ ਆਦਮੀ ਪਾਰਟੀ ਨੂੰ ਵੱਲੋਂ ਨਾ ਪਿਛਲੀ ਵਾਰੀ ਵੀ ਡਾਕਟਰ ਚਰਨਜੀਤ ਸਿੰਘ ਉੱਥੋਂ ਖਲੋਤੇ ਵਧੀਆ ਵੋਟਾਂ ਲਈਆਂ ਚੰਨੀ ਸਾਹਿਬ ਦੇ ਨਾਲ ਮੁਕਾਬਲਾ ਬੜਾ ਹੋਇਆ ਪਰ ਮੈਂ ਇੰਨਾ ਦੱਸ ਦੇਣਾ ਕਿ ਢੀਂਡਸਾ ਸਾਹਿਬ ਦੇ ਲਈ ਨਾ ਦੋਹਰੀ ਤੇਰੀ ਦਿੱਕਤ ਹੈ ਕਿਉਂਕਿ ਇੱਕ ਤਾਂ ਪਿਛਲੀ ਵਾਰੀ ਉਹਨਾਂ ਲਈ ਸਖਾਲਾ ਬੜਾ ਸੀ ਦੇਖੋ ਮੈਂ ਅਕਾਲੀ ਦਲ ਦਾ ਉਮੀਦਵਾਰ ਤੁਹਾਨੂੰ ਪਤਾ ਹੀ ਹੈ ਚੋਣ ਨਿਸ਼ਾਨ ਤਕੜੀ ਐਤਕੀ ਇੱਕ ਉਹਨਾਂ ਨੂੰ ਟੈਲੀਫੋਨ ਦੱਸਣਾ ਪੈਣਾ ਹੀ ਨਾ ਲੈਂਡਲਾਈਨ ਟੈਲੀਫੋਨ ਨੂੰ ਲੋਕਾਂ ਦੇ ਘਰਾਂ 'ਚ ਹੁਣ ਬਹੁਤੇ ਹੈ ਨਹੀਂ ਐਤਕੀ ਫੇਰ ਜਾਣਾ ਹੈ ਬੀਬੀ ਐਤਕੀ ਚੇਤਾ ਰੱਖੀ ਟੈਲੀਫੋਨ ਹੈ ਟੈਲੀਫੋਨ ਤੇ ਮੋਹਰ ਲਾਉਣੀ ਹੈ ਤੇ ਦੂਸਰਾ ਫਿਰ ਉਹਨੂੰ ਦੱਸਣਾ ਪੈਣਾ ਬੀਬੀ ਨਾਂ ਜ਼ਰੂਰ ਪੜ੍ਹਨਾ ਚੰਗੀ ਤਰ੍ਹਾਂ ਪਰਮਿੰਦਰ ਵੀ ਪੜ੍ਹਨਾ ਸਿੰਘ ਵੀ ਪੜ੍ਹਨਾ ਢੀਂ ਵੀ ਪੜ੍ਹਨਾ ਅੱਗੇ ਜ਼ਰੂਰ ਢੀਂਡਸਾ ਪੜ੍ਹਨਾ ਤੇ ਆਪਾਂ ਨੂੰ ਇੰਨੇ ਲੰਬੇ ਚੌੜੇ ਪੜ੍ਹਨ ਦੀ ਆਦਤ ਨਹੀਂ ਹੁੰਦੀ ਆਨੇ ਉਹ ਕਿਸੇ ਵੇਲੇ ਹੁੰਦਾ ਨਾ ਮਤਲਬ ਭੁਲੇਖਿਆ ਨਾ ਜੇ ਕਿਤੇ ਗਲਤ ਨੰਬਰ ਦੀ ਢੀਂ ਹੋ ਗਈ ਤੇ ਉਹ ਫਿਰ ਢੀਂ ਕਿਤੇ ਹੋਰ ਹੋਏ ਨਹੀਂ ਵੈਸੇ ਅੱਜ ਕੱਲ੍ਹ ਭਗਵੰਤ ਮਾਨ ਸਾਹਿਬ ਨੇ ਕੰਮ ਵਧੀਆ ਕੀਤਾ ਉਹ ਬੰਦੇ ਨੇ ਐਡਾ ਡੱਬਾ ਰੱਖਿਆ ਇੱਕ ਉਹ ਆਈ ਥਿੰਕ ਸਪੀਕਰ ਹੈ ਤੇ ਉਹ ਗੱਡੀ ਉੱਤੇ ਕੱਢ ਕੇ ਰੱਖ ਲੈਂਦੇ ਐਂ ਕਰਕੇ ਬੰਦਾ ਨਾਲੇ ਗੱਲਾਂ ਬਾਤਾਂ ਕਰਕੇ ਐਤਕੀ ਨਾ ਜਦੋਂ ਤੁਸੀਂ ਜਾ ਕੇ ਬਟਨ ਦੱਬਣਾ ਉਦੋਂ ਨਾਲ ਹੀ ਉਹ ਮਾਈਕ ਉੱਤੇ ਕਰਦਾ ਸਪੀਕਰ ਦਾ ਨਾਲ ਚੀ ਸਪੀਕਰ ਚੀਕ ਮਾਰਦਾ ਹੁੰਦਾ ਕਹਿੰਦਾ ਇਹ ਚੀਕ ਨਿਕਲਣੀ ਹੈ ਇਹ ਨਹੀਂ ਸਮਝਣਾ ਮਸ਼ੀਨ ਦੀ ਚੀਕ ਨਿਕਲੀ ਹੈ ਇਹ ਤੁਹਾਨੂੰ ਪਤਾ ਕਿਹਦੀ ਚੀਕ ਕਢਾਉਣੀ ਆ ਤੁਸੀਂ ਦੱਸੋ ਨਹੀਂ ਦੇਖੋ ਉੱਥੇ ਨਾ ਗੱਲ ਬੜੀ ਜਿਹੜੀ ਧੂਰੀ 'ਚ ਖਾਸ ਤੌਰ ਦੇ ਉੱਤੇ ਉਹ ਬੜੀ ਅਜੀਬ ਬਣ ਗਈ ਹੈ ਜਿੱਦਾਂ ਹੀ ਜਾਂਦੇ ਆ ਉਹ ਕਹਿੰਦੇ ਦੇਖੋ ਮੈਂ ਫੇਰ ਬੇਨਤੀ ਕਰਦਾ ਦਲਬੀਰ ਸਿੰਘ ਗੋਲਡੀ ਨੂੰ MLA ਨੇ ਨੰਗੇ ਪੈਰੀ ਨਾ ਫਿਰਨ ਬਿਮਾਰ ਹੋ ਜੀਦਾ ਮੈਂ ਜਿੱਥੇ ਜਾਣਾ ਕਹਿੰਦੇ ਫੁੱਲ ਹੀ ਪੱਗ 'ਚ ਇੰਨੇ ਹੁੰਦੇ ਆ ਮੈਨੂੰ ਪਤਾ ਲੱਗ ਗਿਆ ਮੈਂ ਕਿੱਦਾਂ ਜਿੱਤ ਗਿਆ ਮੂਹਰਿਓਂ ਫਿਰ ਅਗਲੇ ਦਲਬੀਰ ਸਿੰਘ ਗੋਲਡੀ ਹੋਰੀ ਵੀ ਕਾਇਮ ਨੇ ਉਹ ਕਹਿੰਦੇ ਜੀ ਦੇਖੋ ਮੈਂ ਅੱਜ ਵੀ ਕਹਿਣਾ ਮੈਨੂੰ ਮਹੀਨਾ ਹੋ ਗਿਆ ਕਹਿੰਦੇ ਨੂੰ ਕਿ ਮੇਰੇ ਨਾਲ ਆ ਕੇ ਬਹਿਸ ਤਾਂ ਕਰਨ ਲੋਕਾਂ ਦੇ ਸਾਹਮਣੇ ਡਿਬੇਟ ਤਾਂ ਕਰਨ ਮੈਂ ਦੱਸੂ ਮੈਂ ਕੀ ਕੀਤਾ ਭਗਵੰਤ ਮਾਨ ਸਾਹਿਬ ਦੱਸਣ ਉਹਨਾਂ ਨੇ ਕੀ ਕੀਤਾ ਉਹ MP ਰਹੇ ਮੈਂ MLA ਦੂਸਰੀ ਗੱਲ ਉਹ ਕਹਿੰਦੇ ਜੀ ਡੰਡੌਤ ਦੀ ਗੱਲ ਕਹਿੰਦੇ ਮੈਂ ਡੰਡੌਤ ਕਰਦਾ ਅਸੀਂ ਤਾਂ ਸਤਿਕਾਰ ਕਰਦੇ ਹਾਂ ਸਾਰਿਆਂ ਦਾ ਉਹ ਤਾਂ ਗੱਡੀ 'ਚੋਂ ਨਹੀਂ ਉਤਰਦੇ ਕਹਿੰਦੇ ਉਹੀ ਲੱਗੀ ਆ ਸ਼ੀਸ਼ਾ ਜਿਹਾ ਖੁੱਲ੍ਹਦਾ ਸਨਰੂਫ ਕਹਿੰਦੇ ਉਹਨੂੰ ਹਾਂ ਸਨਰੂਫ ਦਾ ਸ਼ੀਸ਼ਾ ਜਿਹਾ ਖੁੱਲ੍ਹਦਾ ਉਹਦੇ ਵਿੱਚੋਂ ਹੀ ਬਾਹਰ ਆਉਂਦੇ ਨੇ ਪਰ ਅਗਲੀ ਗੱਲ ਉਹ ਕਹਿੰਦੇ ਜੀ ਦੇਖੋ ਪਹਿਲੇ ਦਿਨ ਇੱਥੇ ਚਰਚਾ ਚੱਲਦੀ ਸੀ ਕਿ ਬਸ ਤੁਸੀਂ ਕਾਗਜ਼ ਭਰ ਜਿਓ 51,000 ਵੋਟਾਂ ਨਾਲ ਜਿੱਤ ਜਾਓਗੇ ਫਿਰ ਕਹਿੰਦੇ ਜਦੋਂ ਉਹਨਾਂ ਨੂੰ ਲੱਗਿਆ ਕਹਿੰਦੇ ਜੀ ਕਦੇ ਕਦੇ ਆ ਜਾਇਆ ਕਰੋ ਹੁਣ ਤਾਂ ਕਹਿੰਦੇ ਰੋਜ਼ ਹੀ ਆਉਣ ਲੱਗ ਪਿਆ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਲੋਕ ਦਲਬੀਰ ਸਿੰਘ ਗੋਲਡੀ ਨੂੰ ਪਿਆਰ ਕਿੰਨਾ ਕਰਦੇ ਇਹ ਕਿਉਂਕਿ ਦੋਨੇ ਹੀ ਅੰਗ ਨੇ ਦੋਨਾਂ ਦੀਆਂ ਗੱਲਾਂ ਪ੍ਰਭਾਵਸ਼ਾਲੀ ਨੇ ਇੱਕ ਪਾਸੇ ਮੁੱਖ ਮੰਤਰੀ ਦੇ ਦਾਅਵੇਦਾਰ ਹੈ ਤੇ ਉਹ ਕਹਿੰਦੇ ਮੈਂ ਕੰਮ ਬੜਾ ਕੀਤਾ ਵੈਸੇ ਭਗਵੰਤ ਮਾਨ ਸਾਹਿਬ ਵੀ ਕਹਿੰਦੇ ਕਿ ਮੈਂ ਡੀਟੇਲ ਦਊਂਗਾ ਮੁਕਾਬਲਾ ਦਿਲਚਸਪ ਹੋ ਗਿਆ ਨਹੀਂ ਹੋ ਗਿਆ ਪੂਰਾ ਪਰ ਮੇਰੇ ਖਿਆਲ ਨਾਲ ਗੋਲਡੀ ਸਾਹਿਬ ਨੂੰ ਪੈਂਤੜਾ ਕੋਈ ਹੋਰ ਅਪਣਾਉਣਾ ਚਾਹੀਦਾ ਡਿਬੇਟ ਵਾਲੀ ਗੱਲ ਤੇ ਮੰਨਣਾ ਨਹੀਂ ਉਹਨਾਂ ਨੇ ਕਿਉਂਕਿ ਕਾਰਨ ਪਤਾ ਕੀ ਭਗਵੰਤ ਮਾਨ ਸਾਹਿਬ ਨੇ ਕਹਿਣਾ ਯਾਰ ਅਸੀਂ ਤੁਹਾਡੇ ਪ੍ਰਧਾਨ ਨੂੰ ਕਦੋਂ ਦਾ ਡਿਬੇਟ ਕਰਨ ਨੂੰ ਕਿਹਾ ਉਹਨੇ ਤਾਂ ਕੀਤੀ ਸਾਡੇ ਨਾਲ ਜੇ ਤੁਸੀਂ ਨਹੀਂ ਕਰਦੇ ਅਸੀਂ ਕਿਉਂ ਕਰੀਏ ਚਲੋ ਇੱਧਰ ਤੋਂ ਆਪਾਂ ਮੁੜੀਏ ਉਸ ਪਾਰਟੀ ਵਾਲੇ ਪਾਸੇ ਜਿਨ੍ਹਾਂ ਨੇ ਪੂਰਾ 11 ਸੂਤਰੀ ਸੰਕਲਪ ਪੱਤਰ ਦਿੱਤਾ ਹੈ ਬੈਠੇ ਹਰਦੀਪ ਸਿੰਘ ਪੁਰੀ ਸਾਹਿਬ ਕੈਪਟਨ ਸਾਹਿਬ ਨਾਲ ਅਸ਼ਵਨੀ ਸ਼ਰਮਾ ਸਾਹਿਬ ਢੀਂਡਸਾ ਸਾਹਿਬ ਹੈ ਨਾ ਲੀਡਰ ਸਾਰੇ ਬੈਠੇ ਉਹਨਾਂ ਦੇ ਨਾਲ ਹੁਣ ਗੱਲ ਇਹ ਆ ਵੀ ਉਹਦੇ 'ਚ ਕੀ ਕੁਛ ਕੀਤਾ ਉਹਦੇ ਤੋਂ ਬਿਨਾਂ ਇੱਕ ਜਿਹੜੀ ਘਟਨਾ ਵਾਪਰੀ ਆਪਾਂ ਕੱਲ੍ਹ ਜ਼ਿਕਰ ਕੀਤਾ ਸੀ ਵੀ ਯਾਰ ਕੈਪਟਨ ਸਾਹਿਬ ਨੂੰ ਸਿਰਸਾ ਸਾਹਿਬ ਨੇ ਕਿਹਾ ਵੀ ਉਹ ਪਹਿਲਾਂ ਵੀ ਸਿਸਵਾਂ ਵਾਲੇ ਫਾਰਮ 'ਚ ਹੁੰਦੇ ਸੀ ਅਤੇ ਉਹਨਾਂ ਨੇ ਬਾਅਦ 'ਚ ਵੀ ਉੱਥੇ ਹੋਣਾ ਇਸ ਗੱਲ ਦਾ ਜਵਾਬ ਹਰਦੀਪ ਸਿੰਘ ਪੁਰੀ ਸਾਹਿਬ ਨੇ ਦਿੱਤਾ ਉਹ ਕਹਿੰਦੇ ਵੀ ਇੱਕ ਮਿੰਟ ਯਾਰ ਮੈਂ ਪਹਿਲਾਂ ਆਹ ਗੱਲ ਕਲੀਅਰ ਕਰ ਲਵਾਂ ਵੀ ਉਹਨਾਂ ਕੋਲ ਅਥਾਰਟੀ ਕੋਈ ਨਹੀਂ
ਮੈਨੂੰ ਗਜਿੰਦਰ ਸਿੰਘ ਸ਼ੇਖਾਵਤ ਸਾਹਿਬ ਨੇ ਅਥਾਰਟੀ ਦਿੱਤੀ। ਉਹ ਕਹਿੰਦੇ ਵੀ ਮੇਰਾ ਬਿਆਨ ਕੋਟ ਕਰਨਾ ਵੀ ਅਸੀਂ ਡਿਸਿਪਲਿਨਡ ਪਾਰਟੀ ਹਾਂ, ਕਿਸੇ ਇੰਡੀਵਿਜੂਅਲ ਦੇ ਬਿਆਨ ਦੇ ਉੱਪਰ ਬਿਲਕੁਲ ਨਹੀਂ ਜਾਣਾ। ਅਸੀਂ ਜੋ ਵੀ ਡਿਸੀਜਨ ਲੈਣਾ ਉੱਪਰੋਂ ਪਾਰਲੀਮੈਂਟਰੀ ਜਿਹੜੀ ਸਾਡੀ ਕਮੇਟੀ ਆ ਉਹ ਪ੍ਰੋਪਰ ਹੈ ਡਿਸੀਜਨ ਲੈਂਦੀ, ਉਸ ਤੋਂ ਬਾਅਦ ਅਸੀਂ ਪੂਰਾ ਯੂਨੈਨਿਮਸਲੀ ਉਹ ਚੀਜ਼ ਦਾ ਐਲਾਨ ਕਰਦੇ ਹਾਂ ਵੀ ਆਹ ਹੋਏਗਾ ਤੇ ਆਹ ਨਹੀਂ ਹੋਏਗਾ। ਉਹਨਾਂ ਨੇ ਜੋ ਕੁਝ ਕਿਹਾ ਸੀ ਉਹਦੇ ਨਾਲ ਕੋਈ ਸਹਿਮਤੀ ਨਹੀਂ ਸਾਡੀ। ਨਹੀਂ ਦੇਖੋ ਗੱਲ ਇਹ ਹੈ ਕਿ ਉਹ ਧੋ ਹੀ ਦਿੱਤਾ ਕੰਮ। ਸਿਰਸਾ ਸਾਹਿਬ ਵੀ ਕਦੇ ਕਦੇ ਇਕੱਲੇ ਬਹਿ ਕੇ ਸੋਚਦੇ ਹੋਣੇ ਆ ਕਿ ਦੇਖੋ ਜਦੋਂ ਅਕਾਲੀਆਂ 'ਚ ਹੁੰਦੇ ਸੀ ਉਹਨਾਂ ਨੇ ਤਾਂ ਰਾਜ ਮੰਤਰੀ ਦਾ ਦਰਜਾ ਵੀ ਪੰਜਾਬ 'ਚ ਦਿੱਤਾ ਸੀ, ਇਹਨਾਂ ਨੇ ਸਟਾਰ ਪ੍ਰਚਾਰਕ ਦੀ ਲਿਸਟ 'ਚ ਵੀ ਨਹੀਂ ਰੱਖਿਆ। ਦੂਸਰੀ ਗੱਲ ਸੰਧਾਲੀ ਕਹਿੰਦੇ ਸੀਗਾ ਨਾਮ ਵਿੱਚ ਉਹਨਾਂ ਦਾ, ਮੈਨੂੰ ਨਹੀਂ ਪਤਾ। ਨਹੀਂ ਪਤਾ ਨਹੀਂ ਕਿਉਂਕਿ ਅੰਦਰਲਾ ਕਾਗਜ਼ ਤੁਹਾਡੇ ਕੋਲ ਜਾਂ ਸੁਖਬੀਰ ਸਿੰਘ ਬਾਦਲ ਸਾਹਿਬ ਕੋਲ ਹੁੰਦਾ। ਨਹੀਂ ਗੱਲ ਪਤਾ ਕੀ, ਉਹ ਕਹਿੰਦੇ ਪਹਿਲਾ ਨਾਮ ਸੀਗਾ, ਜਦੋਂ ਆ ਰੇੜਕਾ ਜਿਹਾ ਪਿਆ ਤੇ ਉਦੋਂ ਸ਼ਾਇਦ ਨਾਮ ਵਾਪਸ ਲੈ ਲਿਆ ਕਹਿੰਦੇ ਆ। ਚਰਚਾ ਇਹ ਨਹੀਂ ਮੈਨੂੰ ਪਤਾ ਵੀ ਇਹ ਸੱਚਾਈ ਕੀ ਤੇ ਉਹ ਜਾਣਨ। ਦੇਖੋ ਮੈਨੂੰ ਇਹ ਨਹੀਂ ਪਤਾ ਕਿ ਕਿਹੜੇ ਸੰਸਦੀ ਬੋਰਡ ਤੋਂ ਉਹਨਾਂ ਦੀ ਗੱਲ ਹੁੰਦੀ ਆ, ਪਰ ਮੈਂ ਇੱਕ ਗੱਲ ਦੱਸ ਦਿੰਦਾ ਕਿ 4 ਸਫ਼ਿਆਂ ਦਾ ਉਹ ਸੰਕਲਪ ਪੱਤਰ ਹੈ, 11 ਸੰਕਲਪ ਨੇ ਉਹਦੇ ਵਿੱਚ। ਉਹਦੇ ਵਿੱਚ ਜੇ ਤੁਸੀਂ ਦੂਸਰਾ ਸਫ਼ਾ ਦੇਖੋ ਜੇ 'ਚ ਲਿਖਿਆ ਤਾਂ ਉੱਥੇ ਕੱਲਾ ਕਮਲ ਦਾ ਫੁੱਲ ਚੋਣ ਨਿਸ਼ਾਨ ਹੈ। ਤੀਸਰਾ ਸਫ਼ਾ ਜੇ 'ਚ ਸੰਕਲਪ ਲਿਖੇ ਕੱਲਾ ਕਮਲ ਦਾ ਫੁੱਲ ਚੋਣ ਨਿਸ਼ਾਨ ਹੈ। ਆਖਰੀ ਸਫ਼ਾ ਜਦੋਂ ਫੋਲਡ ਕਰਦੇ ਹੋ ਉਹਦੇ ਵਿੱਚ ਫਿਰ ਵੱਡਾ ਕਰਕੇ ਕਮਲ ਦਾ ਫੁੱਲ ਹੈ, ਇੱਕ ਪਾਸੇ ਟੈਲੀਫੋਨ ਹੈ ਤੇ ਇੱਕ ਪਾਸੇ ਉਹ ਖਿੱਦੋ ਖੂੰਡੀ ਕੈਪਟਨ ਸਾਹਿਬ ਦੀ ਹੈ। ਯਾਨੀ ਕਿ ਆਪਾਂ ਨਹੀਂ ਕਹਿੰਦੇ ਕਿ ਕੌਣ ਮੁੱਖ ਮੰਤਰੀ ਹੋਏਗਾ, ਪਰ ਸੰਕਲਪ ਪੱਤਰ ਆਪਣੇ ਆਪ 'ਚ ਬਹੁਤ ਕੁਝ ਦੱਸਦਾ ਹੈ। ਸੰਧਾਲੀਆ ਸਾਹਿਬ 4 ਹੀ ਬੰਦੇ ਬੈਠੇ ਸੀ ਉੱਥੇ। ਬੀਜੇਪੀ ਪੂਰੀ ਅਗਰੈਸਿਵ ਹੋ ਕੇ ਪੂਰੀ ਗਤੀ ਨਾਲ ਆਈ ਹੈ। ਇੱਕ ਪਾਸੇ ਰਾਜਨਾਥ ਸਿੰਘ ਦੁਆਬੇ ਤੇ ਮਾਝੇ 'ਚ ਪ੍ਰਚਾਰ ਕੀਤਾ, ਡਿਫੈਂਸ ਮਿਨਿਸਟਰ ਨੇ। ਦੂਸਰੇ ਪਾਸੇ ਹਰਦੀਪ ਸਿੰਘ ਪੁਰੀ ਕੇਂਦਰ ਦੇ ਮੰਤਰੀ ਨੇ, ਬੀਬੀ ਮੀਨਾਕਸ਼ੀ ਲੇਖੀ ਕੇਂਦਰ ਦੇ ਮੰਤਰੀ ਹੈ। ਇੱਧਰਲੇ ਪਾਸੇ ਗਜਿੰਦਰ ਸਿੰਘ ਸ਼ੇਖਾਵਤ ਕੇਂਦਰ ਦੇ ਮੰਤਰੀ ਨੇ। 4 ਬੰਦੇ ਲੱਗੇ ਆ। 4 ਬੰਦੇ ਬੈਠੇ, ਅਸ਼ਵਨੀ ਸ਼ਰਮਾ ਉਹਨਾਂ ਨਾਲ ਬਿਠਾਏ, ਪੁਰੀ ਸਾਹਿਬ ਬੈਠੇ, ਕੈਪਟਨ ਸਾਹਿਬ ਬੈਠੇ, ਢੀਂਡਸਾ ਸਾਹਿਬ ਬੈਠੇ। 11 ਸੰਕਲਪ ਜਿਹੜੇ ਦਿੱਤੇ, ਕੈਪਟਨ ਸਾਹਿਬ ਨੇ ਸ਼ੁਰੂਆਤ ਕੀਤੀ ਸੰਕਲਪ ਪੜ੍ਹਨ ਦੀ ਪੁਰੀ ਸਾਹਿਬ ਤੋਂ ਬਾਅਦ। ਉਹਦੇ ਵਿੱਚ 3-4 ਚੀਜ਼ਾਂ ਜਿਹੜੀਆਂ ਸੀ ਬੜੀਆਂ ਕਮਾਲ ਦੀਆਂ। ਇੱਕ ਤਾਂ ਉਹਦੇ ਵਿੱਚ ਇਹ ਕਿਹਾ ਕਿ ਜਿਹੜਾ ਵੀ ਕੋਈ ਕੈਂਡੀਡੇਟ ਹੋਏਗਾ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਕੋਈ ਵੀ ਬੰਦਾ ਕੋਈ ਵੀ ਚੋਣ ਲੜੇ ਅਸੀਂ ਡੋਪ ਟੈਸਟ ਕੰਪਲਸਰੀ ਕਰਾਂਗੇ। ਬਹੁਤ ਕਮਾਲ ਦੀ ਗੱਲ ਅੱਜ ਤੱਕ ਕਿਸੇ ਨੇ ਨਹੀਂ ਕਹੀ। ਦੂਸਰਾ ਉਹਨਾਂ ਨੇ ਉਹਦੇ ਵਿੱਚ ਇਹ ਵੀ ਲਿਖਿਆ ਜਿਹੜਾ ਠੀਕ ਲੱਗਿਆ ਕਿ ਦਾਲਾਂ ਤੇਲ ਬੀਜ ਜਿੱਦਾਂ ਨਵਜੋਤ ਸਿੰਘ ਸਿੱਧੂ ਕਹਿੰਦੇ ਸੀ ਉਹਨਾਂ ਦੀ ਅਸੀਂ MSP ਦੇਵਾਂਗੇ। ਬਹੁਤ ਵਧੀਆ। ਪਰ ਜਦੋਂ ਕੈਪਟਨ ਸਾਹਿਬ ਵਿੱਚ ਬੈਠੇ ਆ ਉਹ ਸੰਕਲਪ ਪੱਤਰ ਦੇ ਵਿੱਚ ਲਿਖਿਆ ਜੀ ਜੇ ਸਾਡੀ ਸਰਕਾਰ ਬਣੀ ਪੰਜਾਬੀਓ ਵੋਟਾਂ ਪਾਓ, ਅਸੀਂ ਜਿੰਨੀਆਂ ਖਾਲੀ ਅਸਾਮੀਆਂ ਪਈਆਂ ਨੇ 1 ਸਾਲ ਦੇ ਵਿੱਚ ਭਰਾਂਗੇ। ਮੈਂ ਸੋਚ ਰਿਹਾ ਸੀ ਕਿ ਕੈਪਟਨ ਸਾਹਿਬ ਨੇ ਇਸੇ ਹੀ ਪ੍ਰੈਸ ਕਾਨਫਰੰਸ ਕਿਹਾ ਕਿ ਜਿੰਨਾ ਚਿਰ ਮੇਰੀ ਸਰਕਾਰ ਸੀ ਅਸੀਂ 22-23 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ। ਮੈਂ ਸੋਚ ਰਿਹਾ ਸੀ ਕਿ ਜੇ 4.5 ਸਾਲ ਹੁਣੇ ਹੀ ਮੁੱਖ ਮੰਤਰੀ ਰਹੇ, ਕੈਪਟਨ ਸਾਹਿਬ ਨੇ 22 ਲੱਖ ਬੰਦੇ ਨੌਕਰੀ ਦੇ ਉੱਤੇ ਰੱਖੇ, ਤਾਂ ਫਿਰ ਖਾਲੀ ਅਸਾਮੀ ਕਿਹੜੀ ਹੈ? ਪਤਾ ਕੀ ਗੱਲ, ਉਹੀ ਗੱਲਾਂ ਭਾਟ ਸਾਹਿਬ, ਘਬਰਾਉਣਾ ਨਹੀਂ। ਦੇਖੋ ਕਾਰਨ ਹੈ ਇਹ ਉਹੀ ਨੌਜਵਾਨ ਨੇ ਜਿਨ੍ਹਾਂ ਦੀ ਗੱਲ ਉਹ ਕਰਦੇ ਨੇ, ਜਿਨ੍ਹਾਂ ਦੇ ਬਾਪੂ ਦਾ ਕਰਜ਼ਾ ਸੀ ਤੇ ਉਹ ਕੈਪਟਨ ਸਾਹਿਬ ਨੇ ਸਾਰਾ ਮਾਫ ਕਰਤਾ ਜੀ। ਉਹ ਵੀ ਤਾਂ ਭੁਲੇਖੇ ਨਾਲ ਲਿਖੀ ਗਈ ਲਾਈਨ ਵਿੱਚ, ਉਹਦੇ ਲਿਖੀ ਉਹਨਾਂ ਨੇ। ਉਹ ਕਹਿੰਦੇ ਵੀ ਦੇਖੋ ਹੈ ਤਾਂ ਯਾਰ ਸਿਆਸਤ ਕੀ ਨਹੀਂ ਮੈਂ ਕਹਿੰਦਾ ਭਾਜਪਾ ਤੇ ਢੀਂਡਸਾ ਸਾਹਿਬ ਦਾ ਕੋਈ ਕਸੂਰ ਨਹੀਂ ਹੈ। ਕੋਈ ਕਸੂਰ ਨਹੀਂ, ਉਹ 5 ਸਾਲ ਸਰਕਾਰ 'ਚ ਨਹੀਂ ਸੀਗੇ। ਇੱਕ ਹੋਰ ਬੇਨਤੀ ਕੈਪਟਨ ਸਾਹਿਬ ਤੋਂ ਪੁੱਛਣਾ ਚਾਹੀਦਾ ਸੀ ਵੀ ਕੈਪਟਨ ਸਾਹਿਬ ਆ ਲੈਣ ਜਹਾਂ ਤੱਕ ਕੈਪਟਨ ਸਾਹਿਬ ਹੋ ਸਕਦਾ ਜਾਂ ਤਾਂ ਐਨਕ ਭੁੱਲ ਗਏ ਹੋਣ ਕਿਤੇ, ਉਹਨਾਂ ਨੇ ਬਾਅਦ 'ਚ ਬਣਾਇਆ ਯਾਰ ਆ ਲੈਣ ਕਿੱਦਾਂ ਲਿਖੀ ਤੁਸੀਂ ਵੀ ਇਹਦੇ ਕਰਜ਼ਾ ਮਾਫ ਕਰੋ। ਉਹ ਤਾਂ ਮੈਂ ਕਰਤਾ ਸੀ ਯਾਰ, ਪਹਿਲਾਂ ਦਿਖਾ ਲਈਦਾ ਹੁੰਦਾ ਸੰਕਲਪ ਪੱਤਰ। ਗਲਤ ਲਿਖ ਲਿਆ ਤੁਸੀਂ, ਦੱਸੋ ਹੱਦ ਕਰ। ਦੇਖੋ ਅਸੀਂ ਫਿਰ ਕਹਿੰਦੇ ਆ ਅਸ਼ਵਨੀ ਸ਼ਰਮਾ ਸਾਹਿਬ ਭਾਜਪਾ ਦੇ ਪ੍ਰਧਾਨ ਬੈਠੇ, ਪੁਰੀ ਸਾਹਿਬ ਬੈਠੇ, ਉਹਨਾਂ ਦੀ 5 ਸਾਲ ਸਰਕਾਰ ਨਹੀਂ ਸੀ। ਢੀਂਡਸਾ ਸਾਹਿਬ ਦੀ 5 ਸਾਲ ਸਰਕਾਰ ਨਹੀਂ ਸੀ। ਕੈਪਟਨ ਸਾਹਿਬ ਵਿੱਚ ਬੈਠੇ ਸੀ। 5 ਸਾਲਾਂ ਦੇ ਵਿੱਚੋਂ 4.5 ਸਾਲ ਤੋਂ ਵੱਧ ਸਮਾਂ ਉਹ ਮੁੱਖ ਮੰਤਰੀ ਰਹੇ। ਇੱਕ ਹੋਰ ਕਮਾਲ ਦੀ ਗੱਲ ਉਹਦੇ ਵਿੱਚ ਲਿਖਿਆ ਸੀ ਕਿ ਜਿਹੜਾ ਵੀ ਪੰਜਾਬ ਦਾ ਨੌਜਵਾਨ ਗੱਭਰੂ ਮੁਟਿਆਰ ਸ਼ੈਲ ਛਬੀਲੇ ਆ ਜਿਹੜਾ ਵੀ ਗ੍ਰੈਜੂਏਟ ਹੋ ਜਾਊਗਾ BA ਕਰਨ ਤੋਂ ਬਾਅਦ ਜਾਂ BA ਕਰਨ ਤੋਂ ਬਾਅਦ 2 ਸਾਲ ਜਾਨੀ ਕਿ 24 ਮਹੀਨੇ ਉਹਨਾਂ ਨੂੰ 4-4 ਹਜ਼ਾਰ ਰੁਪਈਆ ਬੇਰੁਜ਼ਗਾਰੀ ਭੱਤਾ ਦੇਣਾ ਹੈ। 4-4 ਹਜ਼ਾਰ ਰੁਪਈਆ। ਮੈਂ ਸੁਣਦਾ ਹੀ ਮੈਨੂੰ ਹਾਸਾ ਆ ਗਿਆ। ਨਹੀਂ ਹੱਸੋ ਨਾ, ਮੈਂ ਹਿਸਾਬ ਦੱਸਾਂ ਉਹਦਾ। ਹਾਂਜੀ 750 ਪਾਉਣਾ ਢੀਂਡਸਾ ਸਾਹਿਬ ਨੇ, 750 ਪਾਉਣਾ BJP ਵਾਲੇ, ਕਿੰਨਾ ਹੋ ਗਿਆ? 1500। 2500 ਦੇ ਕੈਪਟਨ ਸਾਹਿਬ ਪਹਿਲੇ ਦਿੰਦੇ ਨਹੀਂ ਲੈਦਾ ਬੰਦਾ ਹੱਸੀ ਜਾਂਦਾ। ਤੁਸੀਂ ਹੋਰ ਸੁਣੋ ਮੈਨੂੰ ਹਾਸਾ ਕਿਉਂ ਆਇਆ ਸੀ। ਮੈਨੂੰ ਹਾਸਾ ਆਇਆ ਸੀ, ਮੈਂ ਸਿੱਧਾ ਹੀ ਲਿਵ ਲੱਗ ਜਾਂਦੀ ਨਾ ਕਈ ਵਾਰੀ। ਮੈਂ 10 ਸਾਲ ਪਿੱਛੇ ਚਲੇ ਗਿਆ ਜਦੋਂ 2012 ਦੀ ਚੋਣ ਸੀ। ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਰਹੀ ਸੀ ਤੇ ਫਿਰ ਬਣੀ। ਉਦੋਂ ਵਾਅਦਾ ਕੀਤਾ ਗਿਆ ਸੀ ਕਿ 1000 ਰੁਪਈਆ ਬੇਰੁਜ਼ਗਾਰੀ ਭੱਤਾ ਦੇਵਾਂਗੇ। ਉਦੋਂ ਢੀਂਡਸਾ ਸਾਹਿਬ ਵੀ ਵੇਚੀ ਸੀ, ਅਸ਼ਵਨੀ ਸ਼ਰਮਾ ਸਾਹਿਬ ਦੀ ਪਾਰਟੀ ਵੀ ਵੇਚੀ ਸੀ ਤੇ ਚਲੋ ਪੁਰੀ ਸਾਹਿਬ ਉਦੋਂ ਮੈਨੂੰ ਨਹੀਂ ਪਤਾ ਸਿਆਸਤ ਦੇ ਵਿੱਚ ਆ ਚੁੱਕੇ ਸੀ ਕਿ ਨਹੀਂ, ਪਰ ਉਹਨਾਂ ਦੀ ਪਾਰਟੀ ਨੇ ਉਦੋਂ ਵਾਅਦਾ ਕੀਤਾ ਸੀ, ਪਰ ਪੰਜਾਬ ਦੇ ਕਿਸੇ ਵੀ ਨੌਜਵਾਨ ਨੂੰ ਫੁੱਟੀ ਕੌਡੀ ਨਹੀਂ ਮਿਲੀ। ਉਹਦੇ ਤੋਂ ਬਾਅਦ 5 ਸਾਲ ਬੀਤ ਗਿਆ। ਫਿਰ ਕੈਪਟਨ ਸਾਹਿਬ ਉਹ ਕਹਿੰਦੇ ਅਸੀਂ ਤਾਂ 2500 ਦੇਣਾ ਹੀ, ਯਾਨੀ ਨਾ 1000 ਮਿਲਿਆ 10 ਸਾਲ ਪਹਿਲਾਂ, ਨਾ 5 ਸਾਲ ਪਹਿਲਾਂ 2500 ਮਿਲਿਆ। ਪਰ ਸਦਕੇ ਜਾਈਏ ਲੀਡਰ ਸਾਹਿਬ ਤੁਹਾਡੀ ਹਿੰਮਤ ਤੇ ਵਧਾ ਕੇ 4000 ਕਰਤਾ ਹੈ। ਠੀਕ ਹੈ ਨਾ,
ਮੈਂ ਇਹਦੇ ਕੋਲ ਮੁਤਰਾਜ ਆ ਉਹਨਾਂ ਦੇ। ਅੱਛਾ ਯਾਰ 5 ਪੂਰਾ ਕਰ ਦੇ, ਕਿਹੜਾ ਦੇਣਾ ਸੀ 5100 ਸ਼ਗਨ ਸਕੀਮ ਆਹੋ ਵੀ ਚਲੋ ਠੀਕ। ਇੱਕ ਗੱਲ ਤੇ ਹੈਗੀ ਆ ਵੀ ਜਿਸ ਹਿਸਾਬ ਨਾਲ ਇਹ ਕੰਮ ਚੱਲ ਰਿਹਾ ਨਾ ਵੀ ਕੋਈ ਤੇ ਪੁੱਛਣ ਵਾਲਾ ਹੋਵੇ ਵੀ ਮਹਾਰਾਜ ਤੁਸੀਂ ਜੋ ਪਹਿਲਾਂ ਕਰ ਹਟੇ ਹੋ ਕੋਈ ਉਹਦਾ ਜਵਾਬ ਵੀ ਦੇ ਦਿਓ। ਕਿਉਂਕਿ ਦੇਖੋ ਇੱਕ ਗੱਲ ਤਾਂ ਹੈਗੀ ਹਰਦੀਪ ਸਿੰਘ ਪੁਰੀ ਸਾਹਿਬ ਨੇ ਡਿਫੈਂਡ ਕਰਤਾ ਵੀ ਹਾਂਜੀ ਨਹੀਂ ਇੱਦਾਂ ਨਹੀਂ ਚਿਹਰੇ ਦਾ ਕੋਈ ਰੌਲਾ ਨਹੀਂ ਹੈਗਾ, ਪਰ ਇਹ ਜਵਾਬ ਅੱਜ ਨਹੀਂ ਕੱਲ੍ਹ ਨਹੀਂ ਪਰਸੋਂ ਬੀਜੇਪੀ ਵਾਲਿਆਂ ਨੂੰ ਵੀ ਦੇਣਾ ਪੈਣਾ ਵੀ ਮਹਾਰਾਜ ਇਹ ਤੁਸੀਂ ਜਿਹੜਾ ਸੰਕਲਪ ਪੱਤਰ ਬਣਾਈ ਬੈਠੇ ਹੋ, ਪਾਰਟੀ ਦੇ ਵਿੱਚ 37 ਸੀਟਾਂ ਦਿੱਤੀਆਂ, ਉਹ ਗੱਲ ਵੱਖਰੀ ਵੀ ਖਵਾ ਕੇ ਤੁਸੀਂ ਮਸਾਂ ਅਗਲੇ ਬੰਦੇ ਕੋਲੇ 25 ਕੀ ਰਹਿਣਤੀਆਂ, ਪਰ ਉਹਨਾਂ ਕੋਲੋਂ ਵੀ ਪੁੱਛ ਲਓ ਵੀ 4.5 ਸਾਲ। ਇੱਕ ਹੁੰਦਾ ਨਾ ਵੀ ਦੇਖੋ ਮਤਲਬ ਅਗਲਾ ਬੰਦਾ ਰਿਲੇ ਰੇਸ ਹੈ, ਵੀ ਰਿਲੇ ਰੇਸ ਦਾ ਮਤਲਬ ਇਹ ਹੋਊਗਾ ਵੀ ਜਿਹੜਾ ਪਹਿਲਾਂ ਭੱਜਿਆ ਉਹ ਕੁਛ ਤੇ ਇੱਕ ਕੋਈ 1.5 ਕੋਈ 2-2.5 ਗੇੜੇ ਉਹਨੇ ਪੂਰੇ ਕੀਤੇ ਹੋਣਗੇ ਨਾ। ਅਗਲਾ ਆਖੇ ਵੀ ਯਾਰ ਤੂੰ 2 ਗੇੜੇ ਲਾ ਤੇ ਚੱਲ 2 ਖਿਸੋ ਕੇ ਅਸੀਂ ਲਾਉਣੇ ਆ ਜੀ, ਅਗਲੇ ਬੰਦੇ ਨੂੰ ਵਿੱਚ ਬਿਠਾ ਕੇ ਆਪਾਂ ਇਹ ਵੀ 5 ਦੇ 5 ਗੇੜੇ ਲਾਵਾਂਗੇ। ਉਹ ਵੀਰ ਮੇਰਾ ਤੁਸੀਂ ਕੀ ਕੀਤਾ ਫਿਰ 5 ਸਾਲ। ਮੈਂ ਹੋਰ ਕਹਿਣਾ ਜੇ ਕੈਪਟਨ ਸਾਹਿਬ ਕਿਤੇ ਕਹਿੰਦੇ ਨਾ ਕਿ ਅੱਜ ਥੋੜਾ ਸਿਹਤ ਨਹੀਂ ਠੀਕ ਜਾਂ ਮੈਂ ਫਲਾਨੀ ਜਗ੍ਹਾ ਪ੍ਰਚਾਰ ਕਰਨ ਜਾਣਾ, ਕੋਈ ਗੱਲ ਨਹੀਂ ਮੈਂ ਨਾਲ ਹੀ ਆ, ਤਾਂ ਚੰਗਾ ਰਹਿਣਾ ਸੀ ਕੰਮ। ਕਿਉਂਕਿ ਕਈ ਵਾਰੀ 4.5 ਸਾਲ ਮੁੱਖ ਮੰਤਰੀ ਦਾ ਇਦਾਂ ਹੋਇਆ ਕਿ ਭਾਈ ਉਹਨਾਂ ਨੇ ਆਉਣਾ ਸੀ, ਆਏ ਜਾਂ ਨਹੀਂ ਆਏ। ਚਲੋ ਇੱਕ ਗੱਲ ਹੋਰ ਅਸੀਂ ਫੇਰ ਕਹਿੰਦੇ ਆ ਕਿ ਇਹ ਸਾਰੀਆਂ ਚੀਜ਼ਾਂ 11 ਦੀਆਂ 11 ਚੀਜ਼ਾਂ, ਔਰਤਾਂ ਨੂੰ 33% ਪੁਲਿਸ ਦੇ ਵਿੱਚ ਸਰਵਿਸਿਜ਼ ਦੇਣੀਆਂ ਬਹੁਤ ਚੰਗੀ ਗੱਲ ਹੈ। ਇਹਦੇ ਤੋਂ ਇਲਾਵਾ ਜੇ ਅਸੀਂ ਬਾਰਡਰ ਪਾਰੋਂ ਜਿਹੜੀ ਤਸਕਰੀ ਹੁੰਦੀ ਹੈ, ਹਥਿਆਰ ਨਸ਼ਾ ਆਉਂਦਾ ਖਤਮ ਕਰਨਾ ਬਹੁਤ ਚੰਗੀ ਗੱਲ ਹੈ, ਹੋਣਾ ਚਾਹੀਦਾ। ਪਰ ਸੰਧਾਲੀਆ ਸਾਹਿਬ ਇੱਕ ਗੱਲ ਇਹ ਸਿਰਫ ਮੈਂ ਫਿਰ ਕਹਿੰਦਾ ਅਸ਼ਵਨੀ ਸ਼ਰਮਾ ਸਾਹਿਬ, ਪੁਰੀ ਸਾਹਿਬ ਤੇ ਢੀਂਡਸਾ ਸਾਹਿਬ ਕਿਉਂਕਿ ਉਹ 5 ਸਾਲ ਸਰਕਾਰ 'ਚ ਨਹੀਂ ਸੀ, ਉਹ ਵਾਅਦੇ ਕਰ ਸਕਦੇ ਆ। ਇੱਕ ਉਹਦੇ ਵਿੱਚ ਲਾਈਨ ਜਿਹੜੀ ਲਿਖੀ ਗਈ ਨਾ ਕਮਾਲ ਕਹਿਰ ਹੋਇਆ। ਹਾਂ ਮੈਂ ਕਿਹਾ ਇੰਨਾ ਕਹਿਰ ਹੋਇਆ ਕਿ ਤੁਹਾਨੂੰ ਵੀ ਲੱਗੂਗਾ ਕਿ ਸੱਚੀ ਕਹਿਰ ਹੀ ਹੋ ਗਿਆ ਰੱਬਾ। ਉਹ ਕਹਿੰਦੇ ਜੀ ਮਾਫੀਆ ਰਾਜ ਆਉਂਦੇ ਹੀ ਖਤਮ ਕਰ ਦੇਣਾ। ਫਿਰ ਮੈਨੂੰ ਖਿਆਲ ਆਇਆ, ਮੈਂ ਕਿਹਾ ਸਤੰਬਰ ਮਹੀਨੇ ਤੱਕ ਤਾਂ 4.5 ਸਾਲ ਕੈਪਟਨ ਸਾਹਿਬ ਮੁੱਖ ਮੰਤਰੀ ਸੀ, ਮਾਫੀਆ ਰਾਜ ਕਿਤੇ ਰਹਿ ਗਿਆ? ਨਹੀਂ ਹੋ ਸਕਦਾ ਚੰਨੀ ਸਾਹਿਬ ਦੇ 111 ਦਿਨ ਜਾ ਗਿਆ ਨਹੀਂ ਸਪੈਸ਼ਲ ਲਿਖਿਆ ਰੇਤ ਸ਼ਰਾਬ, ਸਪੈਸ਼ਲ 2 ਚੀਜ਼ਾਂ ਮੈਂਸ਼ਨ ਕੀਤੀਆਂ ਕਿ ਮਾਫੀਆ ਹੈਗਾ ਹੀ ਤੇ ਇਹਨੂੰ ਖਤਮ ਕਰਨਾ। ਮੈਂ ਸੋਚਿਆ ਵੀ ਜੇ ਰੇਤ ਨਸ਼ਾ ਮਾਫੀਆ ਹੀ ਹੈਗਾ ਤਾਂ ਉਹ 60-65 ਹਜ਼ਾਰ ਫੜ ਕੇ ਬੰਦਾ ਕਿਹੜਾ ਅੰਦਰ ਦੇਤਾ ਮੇਰੀ ਸਰਕਾਰ ਨੇ। ਅੱਛਾ ਨਹੀਂ ਇੱਕ ਗੱਲ ਹੋਰ ਮੈਂ ਲੱਗਦਾ ਵੀ ਉਹ 11 ਦੀ ਬਜਾਏ ਇੱਕ 12ਵਾਂ ਸੰਕਲਪ ਪੱਤਰ ਰੱਖਦੇ, ਉਹ 'ਚ ਇੱਕ ਵੱਖਰਾ ਪੰਨਾ ਲਾਉਂਦੇ ਵੀ ਇੰਨਾ ਕੁ ਕੰਮ ਕੀਤਾ। ਕਿਉਂਕਿ ਦੇਖੋ ਨਾ ਉਦੋਂ ਹੀ ਕੈਪਟਨ ਸਾਹਿਬ ਕਹਿੰਦੇ ਕੋਈ 92, 93, 97 ਪਤਾ ਨਹੀਂ ਕਿੱਥੇ ਕਿਤੇ ਜਾ ਕੇ ਗੱਲ ਆਪਣੀ ਸੀ, ਪਰ ਕੁੱਲ ਮਿਲਾ ਕੇ ਮੇਰੇ ਖਿਆਲ 90 ਤੋਂ ਇੱਕ ਘੱਟ 99% ਤੇ ਗੱਲ ਨਿਬੜਦੀ ਸੀ ਵੀ ਯੂਨੈਨਿਮਸਲੀ ਯਾਰ 99% ਅਸੀਂ ਵਾਅਦੇ ਪੂਰੇ ਕਰਤੇ। ਉਹ 99% ਦੇ ਵਿੱਚ ਕੋਈ ਮਾਫੀਆ ਰਾਜ, ਕੋਈ ਕਰਜ਼ਾ ਮਾਫੀ, ਕੋਈ ਬੇਰੁਜ਼ਗਾਰੀ, ਕੋਈ ਰੋਜ਼ਗਾਰ, ਕਿਸੇ ਨੂੰ ਕੋਈ ਨਹੀਂ ਆਇਆ ਹਿਸਾਬ ਕਿਤਾਬ ਉਹਦੇ। ਨਹੀਂ ਹੈ ਹੀ ਨਹੀਂ। ਜਦੋਂ ਉੱਥੇ ਕਿਹਾ ਨਾ ਉਹਨਾਂ ਨੇ ਕਹਿੰਦੇ ਹਰ ਪਿੰਡ ਦੇ ਵਿੱਚ ਡਿਸਪੈਂਸਰੀ। ਯਾਨੀ ਮੈਂ ਸੋਚਿਆ 4.5 ਸਾਲ ਪੰਜਾਬ ਦਾ ਕੋਈ ਜਵਾਕ ਬਿਮਾਰ ਹੀ ਨਹੀਂ ਹੋਇਆ, ਕਿਸੇ ਬਜ਼ੁਰਗ ਦਾ ਕੋਈ ਮਾੜਾ ਮੋਟਾ ਉਹਨੂੰ ਕੋਈ ਖੰਘ ਜ਼ੁਕਾਮ ਹੋਈ ਨਹੀਂ, ਉਹਦੀ ਕੋਈ ਲੱਤ ਦੀ ਨਾੜ ਚੜੀ ਨਹੀਂ, ਉਹਨੂੰ ਡਿਸਪੈਂਸਰੀ ਜਾਣ ਦੀ ਲੋੜ ਪਈ ਨਹੀਂ। ਬਾਕੀ ਸੰਧਾਲੀਆ ਸਾਹਿਬ ਕੋਈ ਬੰਦਾ ਇਹ ਨਾ ਸੋਚੇ ਕਿ ਅਸੀਂ ਆਲੋਚਨਾ ਕਰਦੇ ਨਾ। ਜਿਹੜੀ ਗੱਲ ਉਹਨਾਂ ਨੇ ਕਹੀ ਨਾ ਕਿ ਡੋਪ ਟੈਸਟ ਲਾਜ਼ਮੀ ਕਰਾਂਗੇ, ਬਹੁਤ ਚੰਗੀ, ਅੱਜ ਤੱਕ ਕਿਸੇ ਨੇ ਨਹੀਂ ਕਹੀ ਤੇ ਅਸੀਂ ਇਸ ਗੱਲ ਦੇ ਲਈ ਧੰਨਵਾਦ ਕਰਦੇ ਹਾਂ ਭਾਜਪਾ, ਢੀਂਡਸਾ ਸਾਹਿਬ ਤੇ ਕੈਪਟਨ ਸਾਹਿਬ ਦੀ ਧਿਰ ਦਾ। ਦੂਸਰਾ, ਜੇ ਨਵਜੋਤ ਸਿੰਘ ਸਿੱਧੂ ਨੇ ਸ਼ੁਰੂਆਤ ਕੀਤੀ ਸੀ ਉਹ ਇਕੱਲੇ ਕਹਿੰਦੇ ਅਜੇ ਪਾਰਟੀ ਥੋੜੀ ਕਹਿੰਦੀ ਹੈ, ਇਹਨਾਂ ਨੇ ਤਾਂ 3 ਪਾਰਟੀਆਂ ਨੇ ਕਹਿਤਾ ਕਿ ਦਾਲਾਂ, ਤੇਲ ਬੀਜ, ਇਹਨਾਂ ਸਾਰੀਆਂ ਚੀਜ਼ਾਂ ਦੀ ਅਸੀਂ MSP ਦਿਆਂਗੇ। ਬਹੁਤ ਚੰਗੀ ਗੱਲ ਹੈ, ਇਹ ਚਾਹੀਦਾ। ਜੇ 33% ਔਰਤਾਂ ਪੁਲਿਸ ਦੇ ਵਿੱਚ ਹੋਣਗੀਆਂ ਤਾਂ ਹੋਰ ਕੀ ਚਾਹੀਦਾ, ਬਾਹਰੋਂ ਨਸ਼ਾ ਪੱਤਾ ਆਉਣਾ ਬੰਦ ਹੋ ਜਾਏ, ਵਧੀਆ। ਪਰ ਇੱਕ ਗੱਲ ਦੀ ਝੋਲ ਕਿ ਜੇ 1000 ਰੁਪਈਆ ਵੀ ਲੜਕੀਆਂ ਨੂੰ ਦੇਣਾ ਹੈ, ਜੇ ਆਪਾਂ ਆਸ਼ਾ ਵਰਕਰਾਂ ਨੂੰ ਤੇ ਆਂਗਣਵਾੜੀ ਵਰਕਰਾਂ ਨੂੰ 8000 ਤੇ 6000 ਤਨਖਾਹ ਵੀ ਕਰਨੀ ਹੈ, ਜੇ 4000 ਬੇਰੁਜ਼ਗਾਰੀ ਭੱਤਾ ਦੇਣਾ ਹੈ, ਚੰਗਾ ਹੁੰਦਾ 4 ਸਫ਼ੇ ਨੇ 2 ਸਫ਼ੇ ਨਾਲ ਹੋਰ ਜੋੜ ਦਿੰਦੇ ਕਿ ਪੈਸੇ ਆਣੇ ਕਿੱਥੋਂ ਆ। ਯਾਰ ਫਿਰ ਉਹ ਗੱਲਾਂ ਮੈਂ ਆਖਾਂ ਵੀ ਬੰਦਾ 2 ਸਫ਼ੇ ਹੋਰ ਜੜਾਉਣ ਨੂੰ ਫਿਰਦਾ, ਮੈਂ ਤਾਂ 4 ਜੜਾ ਦੇਣੇ ਸੀ। ਮੈਂ ਦੇਖੋ ਵੀ ਗੱਲ ਆ ਵੀ ਜਿਹੜੇ ਬਜ਼ੁਰਗ ਨੇ ਬਜ਼ੁਰਗਾਂ ਨੂੰ ਇੱਕ ਤੇ ਪੰਜੀਰੀ ਕਰਕੇ ਦਿਆ ਕਰਨੀ, ਮਤਲਬ ਸਿਆਲ ਆ ਗਿਆ ਗੋਡੇ ਖੜ ਜਾਂਦੇ, ਰੌਲਾ ਪੈਂਦਾ ਫਿਰ ਮੁੜ ਕੇ। ਫਿਰ ਕਈ ਵਾਰ ਮਾਈਆਂ ਬੀਬੀਆਂ ਹੁੰਦੀਆਂ ਵੇ ਪੁੱਤ ਖੁੰਡੀ ਪੁਰਾਣੀ ਹੋਏ, ਖੁੰਡੀ ਹਰੇਕ ਨੂੰ ਮਾਦਲ ਨਵੀਂ ਚਾਹੀਦੀ। ਇੱਕ ਬੂਟੀਆਂ ਵਾਲਾ ਸੂਟ ਥੋੜਾ ਮੋਟਾ ਹੁੰਦਾ ਨਾ, ਉਹ ਵੀ ਮਤਲਬ ਸਿਆਲ ਦੇ ਹਿਸਾਬ ਨਾਲ ਰਬੜ ਵਾਲੇ ਬੂਟ ਵੀ ਦਿਆ ਕਰਾਂਗੇ। ਉਹ ਇਹੋ ਜਿਹੀਆਂ ਚੀਜ਼ਾਂ ਹੋਰ ਨਾਲ ਲਾ ਦਿੰਦੇ। ਤੇ ਤੁਸੀਂ ਆਹ ਜਿਹੜਾ ਕੰਮ ਤੁਸੀਂ ਕਹਿੰਦੇ ਪੈਸੇ ਕਿੱਥੋਂ, ਯਾਰ ਪੈਸੇ ਵੀ ਕਦੀ ਸਰਕਾਰਾਂ ਕੋਲ ਥੋੜ੍ਹੇ ਆ। WhatsApp ਕੀ ਗੱਲਾਂ ਕਰਦੇ, ਉਹ ਗੱਲਾਂ ਗਰੀਬਾਂ ਵਾਲੀਆਂ ਯਾਰ। ਉਹ ਸਰਕਾਰਾਂ ਕੋਲ ਨਹੀਂ ਕਦੀ ਪੈਸੇ ਦੀ ਘਾਟ ਹੋਈ, ਉਹ ਨਹੀਂ ਹੋਈ ਮਹਾਰਾਜ। ਮੈਂ ਮਨਪ੍ਰੀਤ ਬਾਦਲ ਸਾਹਿਬ ਦੀ ਗੱਲ ਮੈਂ ਸੁਣਦਾ ਸੀ, ਮਨਪ੍ਰੀਤ ਬਾਦਲ ਸਾਹਿਬ ਨੂੰ ਪੁੱਛ ਲਿਆ, ਕੋਈ ਲੀਡਰ ਗੱਲ ਵੀ ਸੁਣਦੇ ਨਹੀਂ ਮੇਰੀ ਉਹਨਾਂ ਦੀ ਗੱਲ ਤਾਂ ਮੈਂ ਤੁਹਾਨੂੰ ਜਵਾਬ ਦੇਣ ਲੱਗਾ। ਪੁੱਛ ਲਿਆ, ਕਹਿੰਦੇ ਮਨਪ੍ਰੀਤ ਬਾਦਲ ਸਾਹਿਬ, ਕੈਪਟਨ ਸਾਹਿਬ ਕਹਿੰਦੇ ਯਾਰ ਖਜ਼ਾਨਾ ਖਾਲੀ, ਮੈਨੂੰ ਕਹਿੰਦੇ ਰਿਹਾ ਮਨਪ੍ਰੀਤ ਹਰ ਵਾਰੀ, ਤੇ ਚੰਨੀ ਸਾਹਿਬ ਵਾਰੀ ਨੇ ਖਜ਼ਾਨੇ ਦਾ ਮੂੰਹ ਖੋਲ੍ਹਤਾ। ਉਹ ਕਹਿੰਦੇ ਜੀ ਇੱਦਾਂ ਦੀ ਹਜ਼ੂਰ ਗੱਲ ਕੋਈ ਨਹੀਂ ਹੈ, ਦਰਅਸਲ ਕੈਪਟਨ ਸਾਹਿਬ ਚਾਹੁੰਦੇ ਨਹੀਂ ਸੀ ਕੋਈ ਕੰਮ ਕਰਨਾ ਤੇ ਖਜ਼ਾਨਾ ਉਹਨਾਂ ਨੂੰ ਵਰਤਣ ਲਈ ਕਰ ਹੀ ਦਿੰਦੇ। ਵੀ ਕਈ ਤਾਂ ਪੜਾਈ ਹੈ ਜੇ ਉਹਨਾਂ ਨੇ ਵਾਹੁਣੀ ਹੋਵੇ, ਉਹੀ ਨਾ, ਉਹ ਵੀ ਮੰਗਵੀਂ ਕਈ ਯਾਰ ਤੁਸੀਂ ਦਿੱਤੀ ਨਹੀਂ, ਅਗਲਾ ਪੁੱਛੇ ਤੇ ਹੈ ਕਈ ਹੈ ਨਹੀਂ। ਉਹ ਕਹਿੰਦੇ ਕਈ ਤੇ ਸਾਹਮਣੇ ਪਈ ਸੀ ਵਿਹੜੇ 'ਚ, ਉਹਨਾਂ ਜਦੋਂ ਹੁਣ ਵਾਹੁਣੀ ਨਹੀਂ ਤੇ ਫਿਰ ਕਰੀਏ ਕੀ ਦੱਸੋ।
ਹੁਣ ਜੇ ਮਨਪ੍ਰੀਤ ਬਾਲ ਸਾਹਿਬ ਦੀ ਗੱਲ ਸਹੀ ਹੈ, ਫਿਰ ਬੀਜੇਪੀ ਵਾਲੇ ਵੀ ਜ਼ਰੂਰ ਨੇਰੇ ਸਵੇਰੇ ਪੁੱਛ ਲੈਣਾ ਉਹਨਾਂ ਨੂੰ ਵੀ ਮਹਾਰਾਜ ਜੇ ਬੰਦਾ ਇਦਾਂ ਦਾ ਸੀ ਪਹਿਲਾਂ ਦੱਸ ਦਿੰਦੇ, ਮਾੜੀ ਜਿਹੀ ਦੱਸੇ ਹੈ ਨਾ, ਅਸੀਂ ਹੁਣ ਨਾਲ ਰਲਾ ਬੈਠੇ ਕੋਈ ਨਾ ਕੋਈ ਸੱਜਣ ਮਿੱਤਰ ਤਾਂ ਹੁੰਦਾ ਹੀ ਆ, ਦੂਰੋਂ ਦੱਸ ਕਹਿੰਦਾ ਵੀ ਰਿਸ਼ਤੇਦਾਰੀ ਦਾ ਕੋਈ ਜੁੜਦੀ ਹੋਏ ਗੱਲ, ਯਾਰ ਫਲਾਣਾ ਤੁਸੀਂ ਵੀ ਉਧਰ ਆਏ ਪਿੰਡ ਤੇ ਦੱਸ ਦਿੰਦੇ ਆਪਣੇ ਉਧਰ ਮਾਸੀ ਯਾਰ ਆਪਾਂ ਤਾਂ ਦੱਸ ਦਿੰਦੇ ਉੱਥੇ ਰੁਕ ਜਾਣਾ ਸੀ। ਬਾਕੀ ਸੰਧਾਲੀਆ ਸਾਹਿਬ ਜਿੱਦਾਂ ਅਜੇ ਇਹਨਾਂ ਨੇ ਲਿਖਤੀ ਦਿੱਤਾ ਹੈ, ਭਾਜਪਾ ਕੈਪਟਨ ਸਾਹਿਬ ਤੇ ਢੀਂਡਸਾ ਸਾਹਿਬ ਨੇ, ਜਿੱਦਾਂ ਹੀ ਆਮ ਆਦਮੀ ਪਾਰਟੀ, ਅਕਾਲੀ ਦਲ, ਕਿਸਾਨ, ਕਾਂਗਰਸ, ਲੋਕ ਇਨਸਾਫ ਪਾਰਟੀ, ਸਾਰੀਆਂ ਪਾਰਟੀਆਂ ਦੇ ਮੈਨੀਫੈਸਟੋ ਜਿੱਦਾਂ ਆਉਣਗੇ, ਅਸੀਂ ਕੋਸ਼ਿਸ਼ ਕਰਾਂਗੇ ਕਿ ਪੋਸਟਮਾਰਟਮ ਇਸੇ ਤਰੀਕੇ ਹੀ ਕਰੀਏ। ਨਹੀਂ ਬੜਾ ਜ਼ਰੂਰੀ ਹੈ। ਇੱਕ ਆਪਾਂ ਇਹਦੇ ਨਾਲ ਜੁੜਦੀ ਗੱਲ ਕਰ ਲਈਏ, MSP ਦੀ ਗੱਲ ਜਿਹੜੀ ਚੱਲੀ ਸੀ, ਮੈਨੂੰ ਐਂ ਸੀ ਵੀ ਉਹ ਰਹਿ ਨਾ ਜਾਵੇ, ਕਿਉਂਕਿ ਵਾਹ ਚਿਰ ਬਾਅਦ ਤੋਮਰ ਸਾਹਿਬ ਬੋਲਿਆ, ਲੋਕ ਉਡੀਕਦੇ ਸੀ। ਹੁਣ ਤੇ ਮੈਨੂੰ ਲੱਗਦਾ ਵੀ ਕਿਸਾਨਾਂ ਨੇ ਉਧਰੋਂ ਜਦੋਂ ਦੇਹ ਵਟਨੇ ਤੇ ਵਟਣਾ ਚਾੜਨਾ ਸ਼ੁਰੂ ਕੀਤਾ ਵੀ ਯਾਰ ਇਦਾਂ ਤੇ ਫਿਰ ਇਦਾਂ ਹੀ ਸਹੀ ਵੀ ਯੂਪੀ 'ਚ ਅਸੀਂ ਇਕੱਲੀ ਸੀਟ ਤੇ ਜਾ ਕੇ ਵਿਰੋਧ ਕਰਾਂਗੇ। ਹੁਣ ਉਹਨਾਂ ਨੇ ਜਾ ਕੇ ਪਾਰਲੀਮੈਂਟ 'ਚ ਬਿਆਨ ਦਿੱਤਾ ਵੀ ਦੇਖੋ ਜੀ ਗੱਲ ਇਹ ਆ ਵੀ MSP ਤੇ ਦੇਣੀ, ਹੱਥੀਂ ਬੱਧੀ ਦੇਣੀ ਆ, ਸਾਡਾ ਤਾਂ ਕੋਈ ਇਤਰਾਜ਼ ਨਹੀਂ ਇਹਦੇ 'ਚ। ਉਹ ਤਾਂ ਪ੍ਰਧਾਨ ਮੰਤਰੀ ਸਾਹਿਬ ਵੀ ਕਹਿੰਦੇ ਆ ਅਸੀਂ ਤਾਂ ਪੈਸੇ ਵੀ ਰੱਖੀ ਬੈਠੇ ਆ। ਉਹ ਕਮੇਟੀ ਬਣਾਉਣ ਦੀ ਗੱਲ ਸੀ, ਪਰ ਇਲੈਕਸ਼ਨ ਕਮਿਸ਼ਨ ਨੇ ਕਿਹਾ ਵੀ ਇੱਦਾਂ ਨਾ ਕਰੋ, ਹੁਣ ਤੁਸੀਂ ਇਲੈਕਸ਼ਨ ਲੰਘ ਲੈਣ ਦਿਓ, ਇਲੈਕਸ਼ਨ ਤੋਂ ਬਾਅਦ ਆਪਾਂ ਕਮੇਟੀ ਬਣਾ ਦੇਣੀ, ਆਪਾਂ ਤਾਂ ਦਾਲਾਂ ਤੇ ਫਰੂਟਾਂ ਤੇ ਸਬਜ਼ੀਆਂ ਤੇ ਹਰੇਕ ਚੀਜ਼ ਤੇ MSP ਦੇਣੀ। ਦੇਖੋ ਤੋਮਰ ਸਾਹਿਬ ਬਹੁਤ ਸਿਆਣੇ ਨੇ, ਇਸੇ ਕਰਕੇ ਭਾਰਤ ਦੇ ਕੈਬਨਿਟ ਮਿਨਿਸਟਰ ਨੇ। ਉਹਨਾਂ ਨੇ ਜੇ ਆਖਿਆ ਤਾਂ ਚੰਗਾ ਹੈ, ਜੇ ਹੋ ਜਾਵੇ ਤਾਂ ਉਹਦੇ ਤੋਂ ਵੀ ਚੰਗਾ ਹੈ। ਪਰ ਸੰਘਰਸ਼ ਮੁੱਕਾ ਤਾਂ ਸਾਰਾ ਦਸੰਬਰ ਖਾਲੀ ਲੰਘ ਗਿਆ, ਜਨਵਰੀ ਦੇ ਪਹਿਲੇ ਮੈਨੂੰ ਲੱਗਦਾ ਡੂਢ ਕੁ ਹਫ਼ਤਾ ਵੀ ਖਾਲੀ ਲੰਘ ਗਿਆ, ਫੇਰ ਕੋਡ ਆਫ ਕੰਡਕਟ ਲੱਗਾ ਸੀ। ਕਿਸਾਨ ਜਥੇਬੰਦੀਆਂ ਤਾਂ ਪਹਿਲਾਂ ਹੀ 15 ਮੇਰੇ ਖਿਆਲ ਜਨਵਰੀ ਦੀ ਮੀਟਿੰਗ ਰੱਖ ਬੈਠੀਆਂ ਸੀ, ਤੇ ਉਹਦੇ ਤੋਂ ਹਫ਼ਤਾ ਤੱਕ ਪਹਿਲਾਂ ਹੀ ਕੋਡ ਆਫ ਕੰਡਕਟ ਲੱਗਦਾ। ਕਮੇਟੀ ਬਣ ਜਾਂਦੀ ਤਾਂ ਚੰਗਾ ਸੀ, ਕਿਹੜਾ ਪੈਸੇ ਲੱਗਣੇ ਸੀ ਕਮੇਟੀ ਬਣਨ ਤੇ। ਚਲੋ ਉਹ ਕਹਿੰਦੇ ਜੀ ਸਾਨੂੰ ਫਿਰ ਪੁੱਛਣਾ ਪਿਆ ਨਾ ਇਲੈਕਸ਼ਨ ਕਮਿਸ਼ਨ ਨੂੰ ਕਿ ਜੀ ਅਸੀਂ ਕਮੇਟੀ ਬਣਾ ਸਕਦੇ, ਉਹ ਕਹਿੰਦੇ ਜੀ ਜੇ ਤੁਸੀਂ ਬਾਅਦ 'ਚ ਬਣਾ ਲਓ ਤਾਂ ਠੀਕ ਹੈ। ਪਰ ਦੋ ਚੀਜ਼ਾਂ ਉਹਨਾਂ ਨੇ ਹੋਰ ਕਹੀਆਂ। ਪਹਿਲੀ ਗੱਲ ਇਹ ਹੈ ਕਿ ਇੱਕ ਤਾਂ ਕਿਸਾਨਾਂ ਨੇ ਕਿਹਾ ਸੀ ਕਿ ਅਸੀਂ ਵੋਟ ਪੇ ਚੋਟ ਦਾ ਨਾਅਰਾ ਦੇ ਦਿੱਤਾ ਕਿ BJP ਦਾ ਵਿਰੋਧ ਕਰਨਾ ਹੈ। ਦੂਸਰਾ TMC ਦੀ ਇੱਕ MP ਬੀਬੀ ਨੇ ਉੱਥੇ ਕੱਲ ਕਹਿ ਦਿੱਤਾ ਸੀ ਜਿਹੜਾ ਪਾਰਲੀਮੈਂਟ ਦੇ ਵਿੱਚ ਕਿ ਜੀ ਇਹਨਾਂ ਨੇ ਕਾਨੂੰਨ ਤਾਂ ਵਾਪਸ ਕੀਤੇ, ਇਹਨਾਂ ਨੇ 70 ਸੀਟਾਂ UP ਦੀਆਂ ਹਾਰ ਜਾਣੀਆਂ ਸੀ। ਰਾਹੁਲ ਗਾਂਧੀ ਨੇ ਇਸ ਮੁੱਦੇ ਦੇ ਉੱਤੇ ਕਾਫੀ ਤਕੜਾ ਬਿਆਨ ਦਿੱਤਾ ਸੀ, ਉਹ ਚਰਚਾ ਛਿੜਪੀ। ਪਰ ਦੋ ਚੀਜ਼ਾਂ ਜਿਹੜੀਆਂ ਇੱਥੇ ਸਾਡੇ ਖੇਤੀਬਾੜੀ ਮੰਤਰੀ ਸਾਹਿਬ ਨੇ ਹੋਰ ਕਹੀਆਂ, ਉਹ ਕਹਿੰਦੇ ਜੀ ਸਾਨੂੰ ਨਹੀਂ ਪਤਾ ਕਿ ਕਿਸਾਨ ਅੰਦੋਲਨ ਦੇ ਵਿੱਚ ਕਿਸੇ ਦੀ ਮੌਤ ਹੋਈ ਹੈ, ਸਾਡੇ ਕੋਲ ਕੋਈ ਗਿਣਤੀ ਨਹੀਂ ਹੈ। ਮੁਆਵਜ਼ੇ ਦੀ ਗੱਲ ਪੁੱਛੀ ਗਈ ਸੀ, ਉਹ ਕਹਿੰਦੇ ਜੀ ਸੂਬਾ ਸਰਕਾਰਾਂ ਨੇ ਦੇਣਾ, ਉਹਨਾਂ ਦਾ ਕੰਮ ਹੈ। ਤੇ ਇੱਕ ਦੋ ਗੱਲਾਂ ਉਹਨਾਂ ਨੇ ਹੋਰ ਇਦਾਂ ਦੀਆਂ ਕਹੀਆਂ ਜਿਹਦੇ ਤੋਂ ਐਂ ਲੱਗਦਾ ਕਿ ਠੀਕ ਹੈ, ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਅਸੀਂ ਆਸ ਉਮੀਦ ਕਰਦੇ ਹਾਂ ਕਿ ਸਾਰਾ ਕੁਝ ਚੰਗੇ ਤਰੀਕੇ ਹੋਵੇ ਤਾਂ ਵਧੀਆ। ਚੋਣਾਂ ਦਾ ਕੀ ਆ, ਫੇ ਆ ਜਾਣੀਆਂ, ਉਹ ਤਾਂ ਆ ਹੀ ਜਾਣੀਆਂ। ਪਰ ਗੱਲ ਇਹ ਆ ਵੀ ਉਧਰ ਪੰਜਾਬ ਵਾਲੀਆਂ ਜਿਹੜੀਆਂ ਹੈਗੀਆਂ ਕਿਸਾਨ ਜਥੇਬੰਦੀਆਂ, ਉਹਨਾਂ ਨੂੰ ਮੰਜਾ ਮਿਲ ਗਿਆ ਜੀ। ਤੇ ਜੇ ਮੰਜਾ ਹੁਣ ਉਹਨਾਂ ਦਾ ਚੱਲ ਗਿਆ ਤੇ ਮੰਜਾ ਡਾਹ ਵੀ ਲੈਣਾ ਉਹਨਾਂ ਕਿਤੇ ਨਾ ਕਿਤੇ, ਹੈ ਨਾ। ਕਿਉਂਕਿ ਕਾਰਨ ਇਹ ਆ ਵੀ ਇਹ ਵਾਹਵਾ ਦਿਨਾਂ ਦਾ ਰੌਲਾ ਰੱਪਾ ਪੈਂਦਾ ਸੀ ਵੀ ਉਹਨਾਂ ਨੇ ਟਰੈਕਟਰ ਮੰਗਿਆ, ਟਰਾਲੀ ਮੰਗੀ ਜਾਂ ਟਰੈਕਟਰ ਟਰਾਲੀ ਇਕੱਠਾ ਮੰਗਿਆ ਵੀ ਇਹਨਾਂ ਤਿੰਨਾਂ 'ਚੋਂ ਕੁਛ ਮਿਲੂਗਾ, ਪਰ ਇਹਨਾਂ ਤਿੰਨਾਂ 'ਚੋਂ ਕੁਛ ਨਹੀਂ ਮਿਲਿਆ। ਬਹੁਤਾ ਕਰਕੇ ਕਹਿੰਦੇ ਵੀ ਮੰਜਾ ਵਿੱਚ ਆਵਾਜ਼ ਘੜੀ ਤੇ ਕੈਂਚੀ ਦੀ ਵੀ ਆਉਂਦੀ ਹੈ। ਨਹੀਂ 2-3 ਨੇ ਵਿੱਚ ਕੰਪਿਊਟਰ ਵੀ ਦਿੱਤਾ ਹੈ। ਜਾਣੀ ਸੰਯੁਕਤ ਸਮਾਜ ਮੋਰਚਾ ਬਲਵੀਰ ਸਿੰਘ ਰਾਜੇਵਾਲ ਹੋਰਾਂ ਦੀ ਅਗਵਾਈ ਵਾਲਾ, ਜਿਨ੍ਹਾਂ ਦੇ ਕੋਲੇ ਇਸ ਵੇਲੇ 104 ਦੇ ਕਰੀਬ ਕੈਂਡੀਡੇਟ ਨੇ, 10 ਚੜੂਨੀ ਸਾਹਿਬ ਦੇ ਨੇ, 2-3 ਹਲਕੇ ਖਾਲੀ ਨੇ, ਲੰਬੀ ਵੀ ਖਾਲੀ ਹੈ। ਤੇ ਬਹੁਤੇ ਹਲਕਿਆਂ ਤੋਂ ਉਹਨਾਂ ਦਾ ਚੋਣ ਨਿਸ਼ਾਨ ਮੰਜਾ ਹੋਊਗਾ, ਪਰ ਸਾਰੇ ਹਲਕਿਆਂ ਤੋਂ ਨਹੀਂ। ਉਹਨਾਂ ਨੂੰ ਉਸ ਗੱਲ ਦੇ ਲਈ ਜੱਦੋਜਹਿਦ ਅਜੇ ਕਰਨੀ ਪੈਣੀ ਹੈ। ਕਈ ਥਾਵਾਂ ਦੇ ਉੱਤੇ ਤਾਂ ਸਾਡੇ ਕੋਲ ਇਦਾਂ ਦੀਆਂ ਵੀ ਰਿਪੋਰਟਾਂ ਆਈਆਂ ਕਿ ਪਹਿਲਾਂ ਮੰਜਾ ਚੋਣ ਨਿਸ਼ਾਨ ਦੇ ਦਿੱਤਾ, ਬਾਅਦ 'ਚ ਟੈਲੀਫੋਨ ਕਰਕੇ ਉਮੀਦਵਾਰਾਂ ਸੱਦਿਆ ਜੀ ਇਹ ਨਹੀਂ ਦੇ ਸਕਦੇ ਤੁਹਾਨੂੰ, ਨਹੀਂ ਆਹ ਦੇਣਾ ਹੀ ਚੋਣ ਨਿਸ਼ਾਨ, ਕਿਉਂਕਿ ਉਹਨਾਂ ਨੇ ਸਿੱਧਾ ਸਪੈਸ਼ਲ ਟੈਲੀਫੋਨ ਕਰਕੇ ਦੱਸਿਆ ਕਿ ਆਹ ਕੁਛ ਵੀ ਹੋਇਆ। ਇੱਕ ਅੱਧੇ ਦਿਨ ਦੇ ਵਿੱਚ ਸਿਚੁਏਸ਼ਨ ਕਲੀਅਰ ਹੋ ਜੂ, ਪਰ ਬਹੁਤਾ ਕਰਕੇ ਮੰਜਾ ਜਿਹੜਾ ਉਹ ਮਿਲ ਗਿਆ। ਬਾਕੀ ਜਗ੍ਹਾ ਦੇ ਉੱਤੇ ਹਿਸਾਬ ਕਿਤਾਬ ਜਿਹੜਾ ਉਹ ਕੁਝ ਹੱਦ ਤੱਕ ਲਾਉਣਾ ਪਊਗਾ। ਹੁਣ ਸੰਧਾਲੀਆ ਸਾਹਿਬ ਇੱਕ ਗੱਲ ਜਿਹੜੀ ਹੈ ਉਹ ਕਾਫੀ ਜ਼ਰੂਰੀ ਹੈ ਇਸ ਵੇਲੇ ਕਰਨ ਵਾਲੀ, ਕਿ ਇਲੈਕਸ਼ਨ ਆ ਗਈ, ਸਾਰਾ ਕੁਝ ਹੋ ਗਿਆ, ਕਿਸਾਨਾਂ ਦੀ ਫਸਲ ਖਰਾਬ ਹੋ ਗਈ ਕਿਉਂਕਿ ਮੀਂਹ ਬਹੁਤ ਪੈ ਗਿਆ, ਪਰ ਇਹਦੇ ਬਾਵਜੂਦ ਵੀ ਰਫੜ ਉੱਥੇ ਦਾ ਉੱਥੇ ਹੀ ਖਲੋਤਾ ਹੈ, ਨਾ ਅੱਗੇ ਹੁੰਦਾ ਰਫੜ ਤੇ ਨਾ ਪਿੱਛੇ ਹੁੰਦਾ ਹੈ। ਉਹ ਰਫੜ ਇਹ ਹੈ ਕਿ ਵੱਖ-ਵੱਖ ਥਾਵਾਂ ਦੇ ਉੱਤੋਂ ਹੁਣ ਰਾਜਨਾਥ ਸਿੰਘ ਹੋਰੀ ਆਏ, ਲੀਡਰ ਆ ਰਹੇ ਨੇ ਪੰਜਾਬ, ਉਹਨਾਂ ਨੇ ਦਸੂਹੇ ਪ੍ਰਚਾਰ ਕੀਤਾ, ਸੁਜਾਨਪੁਰ ਪ੍ਰਚਾਰ ਕੀਤਾ, ਪਠਾਨਕੋਟ, ਤੇ ਇਹ ਸਾਰੀ ਬੈਲਟ ਜਿਹੜੀ ਹੈ ਇਹ ਉਹ ਆ ਜਿੱਥੇ BJP ਦੇ ਕੋਲੇ ਪੱਕਾ ਵੱਜਵਾਂ ਵੋਟ ਬੈਂਕ ਹੈਗਾ, ਕਿਉਂਕਿ ਪਠਾਨਕੋਟ ਵੀ ਅੱਧਾ ਪਹਾੜੀ ਇਲਾਕਾ, ਸੁਜਾਨਪੁਰ ਵੀ ਇਦਾਂ ਹੀ ਆ। ਜੇ ਉਹ ਦਸੂਹਾ ਮਕੇਰੀਆਂ ਵਾਲੇ ਪਾਸੇ ਆਏ ਸੀ, ਉਹ ਵੀ ਨੀਮ ਪਹਾੜੀ ਇਲਾਕਾ, ਕੰਢੀ ਖੇਤਰ ਉਹਦੇ ਵਿੱਚ ਪੈਂਦਾ। ਇਹ ਸਾਰੇ ਹਲਕਿਆਂ 'ਚੋਂ ਜਦੋਂ ਅਕਾਲੀ ਭਾਜਪਾ ਗੱਠਜੋੜ ਹੁੰਦਾ ਸੀ ਤਾਂ ਇਹ ਸੀਟਾਂ ਭਾਜਪਾ ਦੇ ਖਾਤੇ ਸੀ। ਲੋਕ ਸਭਾ ਦੀਆਂ ਸੀਟਾਂ ਗੁਰਦਾਸਪੁਰ ਦੇ ਵਿੱਚ ਪਠਾਨਕੋਟ ਆਉਂਦਾ, ਸੁਜਾਨਪੁਰ ਆਉਂਦਾ, ਇਧਰਲੇ ਪਾਸੇ ਹੁਸ਼ਿਆਰਪੁਰ ਦੇ ਵਿੱਚ ਦਸੂਹਾ ਮਕੇਰੀਆਂ ਆਉਂਦੇ ਆ। ਇਹ ਸੀਟਾਂ ਤੋਂ ਵੀ ਭਾਜਪਾ ਦੇ ਬੰਦੇ ਹੀ ਚੋਣ ਲੜ ਕੇ ਤੇ MP ਵੀ ਬਣੇ ਹੋ। ਹੁਣ ਉੱਥੇ ਜਾ ਕੇ ਇੱਕ ਹਾਲ ਸੀ, ਦੇਖੋ ਸਾਈਕੀ ਜਾਣਦੇ ਹੁੰਦੇ ਸਾਰੇ, ਰਾਜਨਾਥ ਸਿੰਘ ਹੋਰੀ ਡਿਫੈਂਸ ਮਿਨਿਸਟਰ ਨੇ,
ਇੱਕ ਪਾਸੇ ਪੁਰੀ ਸਾਹਿਬ ਚੰਡੀਗੜ੍ਹ ਲੱਗੇ ਆ ਸੰਕਲਪ ਪੱਤਰ ਜਾਰੀ ਕਰਨ, ਸ਼ੇਖਾਵਤ ਸਾਹਿਬ ਦੂਸਰੀਆਂ ਪਾਰਟੀਆਂ ਦੇ ਬੰਦੇ ਭਾਜਪਾ ਸ਼ਾਮਲ ਕਰ ਰਿਹਾ। ਇਧਰਲੇ ਪਾਸੇ ਰਾਜਨਾਥ ਸਿੰਘ ਹੋਰੀ 3 ਮੀਟਿੰਗਾਂ ਨੂੰ ਸੰਬੋਧਨ ਕਰਕੇ ਗਏ ਤੇ ਇੱਕ ਜਗ੍ਹਾ ਤੇ ਉੱਤੇ ਗਏ ਤਾਂ ਇੱਕ ਖਾਸ ਤਰ੍ਹਾਂ ਦੇ ਨਾਅਰੇ ਲੱਗ ਰਹੇ ਸੀ। ਉਹਨਾਂ ਨੇ ਭਾਸ਼ਣ ਪਤਾ ਕਿੱਥੋਂ ਸ਼ੁਰੂ ਕੀਤਾ? ਬਾਬੇ ਨਾਨਕ ਤੋਂ। ਨਾਲ ਹੀ ਜਕਾਰੇ ਲੱਗਣੇ ਸ਼ੁਰੂ ਹੋ ਗਏ। ਜਾਣੀ ਕਿ ਬਹੁਤ ਚੰਗੇ ਤਰੀਕੇ ਪੂਰਾ ਹੋਮਵਰਕ ਕਰਕੇ ਤੇ ਉਹਨਾਂ ਨੇ ਬਾਰ-ਬਾਰ ਕਿਹਾ, ਕਹਿੰਦੇ ਜੀ ਦੇਖੋ ਗੱਲ ਇਹ ਹੈ, ਸਾਡੀ ਇੱਕ ਵਾਰੀ ਸਰਕਾਰ ਬਣਾਓ, ਅਸੀਂ ਸਰਕਾਰ 'ਚ ਰਹੇ, ਅਗਵਾਈ ਨਹੀਂ ਕਦੇ ਕੀਤੀ, ਸਭ ਤੋਂ ਪਹਿਲਾਂ ਨਸ਼ਾ ਬੰਦ ਕਰਾਂਗੇ। ਉਹਨਾਂ ਨੂੰ ਵੀ ਪਤਾ ਹੈ ਕਿ ਪੰਜਾਬ ਦੀ ਦੁੱਖ ਦੀ ਰੱਖ ਕਿੱਥੇ ਹੈ। ਤੇ ਦੂਸਰਾ ਉਹ ਕਹਿੰਦੇ ਜੀ ਜਿਹੜੀਆਂ ਤੁਹਾਡੀਆਂ ਕੁਰਬਾਨੀਆਂ ਸਿਰ ਹੀ ਝੁਕਾ ਸਕਦੇ ਆ, ਸਾਡੇ ਕੋਲ ਸ਼ਬਦ ਕੋਈ ਨਹੀਂ। ਨਹੀਂ ਦੇਖੋ ਇਹ ਗੱਲ ਤੇ ਹੈਗੀ ਹੈ। ਜਿਸ ਐਂਗਲ ਤੋਂ ਬੀਜੇਪੀ ਗੱਲ ਕਰਦੀ ਆ, ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ, ਉਹਨਾਂ ਕੋਲੋਂ ਕਈ ਵਾਰ ਜਵਾਬ ਨਹੀਂ ਹੁੰਦਾ ਜੀ। ਪਰ ਕਾਰਨ ਇਹ ਆ ਵੀ ਜਿਹੜਾ ਉਹ ਪਿਛਲੇ ਸਮੇਂ ਦੇ ਵਿੱਚ ਮੇਰੇ ਖਿਆਲ ਨਾਲ ਸਾਲ ਸਵਾ ਸਾਲ ਦੇ ਵਿੱਚ ਕੰਮ ਚੱਲ ਗਿਆ ਜੀ, ਉਹਦੇ ਪਿੱਛੇ ਕਾਰਨ ਪੰਜਾਬ ਦੀ ਲੀਡਰਸ਼ਿਪ ਰਹਿ ਗਈ। ਇਹ ਗੱਲ ਨਹੀਂ ਸਮਝਾ ਸਕੇ, ਗੱਲ ਪਹੁੰਚੀ ਨਹੀਂ, ਆਪਣੀ ਨਹੀਂ, ਕਿੱਥੇ ਮਿਸਕਮਿਊਨੀਕੇਸ਼ਨ ਰਹਿ ਗਿਆ, ਉਹ ਰੱਬ ਜਾਣੇ ਜੀ। ਪਰ ਜੋ ਕੁਛ ਉਹ ਆਪਣੇ ਵੱਲੋਂ ਚੱਕੀ ਫਿਰਦੇ ਨੇ ਕਿਤਾਬ ਜਾਂ ਚਾਹੇ ਜੋ ਧਾਰਮਿਕ ਪੱਖ ਤੋਂ ਗੱਲ ਕਰਨ, ਉਹ ਜਿਉਂ ਕਰਤਾਰਪੁਰ ਸਾਹਿਬ ਦੇ ਲਾਂਘੇ ਤੋਂ ਸ਼ੁਰੂ ਹੁੰਦੇ ਨੇ ਤੇ ਉਸ ਤੋਂ ਬਾਅਦ ਆਪਾਂ ਚਾਹੇ ਉਹ ਜਿਹੜਾ ਉਹਨਾਂ ਨੇ ਦਿਵਸ ਵੀ ਮਨਾਉਣਾ ਸੀ ਸਾਹਿਬਜ਼ਾਦੇ ਦੀ ਯਾਦ ਦੇ ਵਿੱਚ, ਉੱਥੋਂ ਤੱਕ ਕੱਪੜ ਜੀਏ, ਜਾਂ ਜੇ ਆਪਾਂ ਗੱਲ ਕਰੀਏ ਤੇ ਵੀ ਉਹ ਕਹਿੰਦੇ ਵੀ ਲੌਜਿਕ ਦੀ ਗੱਲ ਕਰੋ ਤੇ ਤੁਸੀਂ ਚਾਹੇ MSP ਲੈਣੀ ਤਾਂ, ਜੇ ਤੁਸੀਂ ਖੇਤੀ ਦੀ ਕੋਈ ਹੋਰ ਪਾਲਿਸੀ ਲੈਣੀ ਤਾਂ, ਜੇ ਤੁਸੀਂ ਬਾਹਰ ਨਾ ਵਪਾਰ ਖੋਲ੍ਹਣਾ ਤਾਂ, ਕਿਹੜੀ ਚੀਜ਼ ਆ ਜਿਹੜੀ ਕੇਂਦਰ ਦੇ ਹੱਕ 'ਚ ਨਹੀਂ ਹੈਗੀ ਜਾਂ ਹੱਥ 'ਚ ਨਹੀਂ ਹੈਗੀ। ਇਸੇ ਕਰਕੇ ਸ਼ਬਦ ਉਹ ਦਿੰਦੇ ਵੀ ਡਬਲ ਇੰਜਨ ਸਰਕਾਰ। ਹੁਣ ਇਹ ਗੱਲਾਂ ਸਾਰੀਆਂ ਠੀਕ ਨੇ, ਪਰ ਕਾਰਨ ਹੈ ਵੀ ਇਹ ਸਾਰਾ ਕੁਝ ਸਮਝਾਉਣ ਲਈ ਸਾਲ ਪਹਿਲਾਂ ਚਾਹੀਦਾ ਸੀ ਕੰਮ। ਹੁਣ ਟਾਈਮ ਥੋੜ੍ਹਾ ਰਹਿ ਗਿਆ, ਹੋਰ ਗੱਲ ਕੋਈ ਨਹੀਂ। ਉਹਨਾਂ ਕੋਲ ਹੈਗਾ ਇੱਕ ਬੰਦਾ ਜਿਹਨੇ ਛੇਤੀ ਸਮਝਾ ਲੈਣਾ ਹੀ। ਅੱਛਾ ਜੀ। ਤੁਸੀਂ ਦੇਖੋ ਪਠਾਨਕੋਟ ਗਏ, ਰਾਜਨਾਥ ਸਿੰਘ ਹੋਰੀ ਗੁਰਦਾਸਪੁਰ ਲੋਕ ਸਭਾ ਹਲਕੇ ਦਾ ਹਿੱਸਾ ਹੈ। ਮੈਨੂੰ ਉੱਥੇ ਨਾ ਇੱਕ ਥੋੜ੍ਹਾ ਜਿਹਾ ਭਾਰ ਘੱਟ ਲੱਗਾ, 2.5 ਕਿਲੋ ਦਾ ਹੱਥ ਹੈ ਨਹੀਂ ਸੀ ਉੱਥੇ। ਜਿਹੜੇ ਉੱਥੋਂ ਦੇ MP ਨੇ ਸਨੀ ਦਿਓਲ ਸਾਹਿਬ, ਕਿਉਂਕਿ ਕੋਈ ਵੇਲਾ ਸੀ, ਤੁਸੀਂ ਦੇਖੋ ਸਨੀ ਦਿਓਲ ਸਾਹਿਬ ਵੀ ਫਰਕ ਦੇਖਣਗੇ। ਇੱਕ ਸਮਾਂ ਸੀ ਜਦੋਂ ਉਹਨਾਂ ਨੇ ਚੋਣ ਲੜੀ ਹੈ, ਤੁਸੀਂ ਬਾਰ-ਬਾਰ ਜ਼ਿਕਰ ਕਰਦੇ ਹੁੰਦੇ ਹੋ ਪ੍ਰੋਗਰਾਮ ਦੇ ਵਿੱਚ ਵੀ, ਪ੍ਰੋਗਰਾਮ ਤੋਂ ਬਾਹਰ ਵੀ। ਤੇ ਜਦੋਂ ਉਹ ਇੱਕ ਖੁੱਲੀ ਜੀਪ ਦੇ ਵਿੱਚ ਬੈਠ ਕੇ ਪ੍ਰਚਾਰ ਕਰਦੇ ਸੀ, ਇੱਕ ਬੀਬੀ ਜੀ ਹੋਰੀ ਆਏ ਉਹਨਾਂ ਨੂੰ ਕਹਿਣ ਗੱਡੀ ਦੇ ਉੱਪਰ, ਕਾਰ ਦੇ ਉੱਤੇ ਚੜ੍ਹ ਕੇ ਕਿ ਭਾਈ ਆਪਾਂ ਵੋਟਾਂ ਤੁਹਾਨੂੰ ਹੀ ਪਾਉਣੀਆਂ। ਜਾਣੀ ਕਿ ਇੱਕ ਪਾਸੇ ਤਾਂ ਉਹ ਲੋੜੇ ਦਾ ਮੋਹ ਤੇ ਪਿਆਰ ਸੀ, ਨਲਕੇ ਹੀ ਲੋਕੀ ਭੇਂਟ ਕਰੀ ਜਾਂਦੇ ਸੀ, ਜਿਹੜਾ ਉਹਨਾਂ ਨੇ ਨਲਕਾ ਪੱਟਿਆ ਸੀ ਗਦਰ ਫਿਲਮ ਦੇ ਵਿੱਚ। ਜਾਣੀ ਕਿ ਵੋਟਾਂ ਪੈਣ ਦੇ ਵਿੱਚ ਤਾਂ ਦਿਨ ਹੀ ਥੋੜ੍ਹੇ ਰਹਿ ਗਏ ਆ। ਉਹਨਾਂ ਦੇ ਆਪਣੇ ਲੋਕ ਸਭਾ ਹਲਕੇ ਦੇ ਵਿੱਚ ਡਿਫੈਂਸ ਮਿਨਿਸਟਰ ਜਿਹੜੇ ਇੰਡੀਆ ਦੇ, ਉਹ ਉਹਨਾਂ ਦੀ ਪਾਰਟੀ ਦੇ ਬੰਦੇ ਪ੍ਰਚਾਰ ਵੀ ਕਰ ਗਏ, ਪਰ ਉਹ ਹੈ ਨਹੀਂ ਸੀਗੇ ਉੱਥੇ। ਨਹੀਂ ਇਹ ਪਿੰਡ ਵਾਲੀ ਉਦਾਹਰਨ ਹੈ। ਇਹ ਗੱਲ ਉਦੋਂ ਹੀ ਹੋ ਗਈ ਵੀ ਮੁੰਡਾ ਤੇ ਅੱਗੇ ਥੋੜ੍ਹਾ ਜਿਹਾ ਓਵਰ ਏਜ ਹੋ ਗਿਆ ਤੇ ਚਲੋ ਇੱਧਰੋਂ ਉੱਧਰੋਂ 10 ਪੈ ਕੇ ਕਿਤੇ ਵਿਆਹ ਹੋਣ ਲੱਗਾ ਤੇ ਬਰਾਤ ਅਜੇ ਤੁਰ ਲੱਗੀ ਹੈ ਤੇ ਕਾਰ ਬਰਾਤ ਵਾਲੀ ਜਿਹੜੀ ਫੁੱਲਾਂ ਵਾਲੀ ਹੁੰਦੀ ਉਹ ਨਹੀਂ ਆਈ ਜੀ। ਉਹ ਅਜੇ ਇਸ ਚੱਕਰ 'ਚ ਨੇ ਵੀ ਹੁਣ ਕਰੀਏ ਤੇ ਕਰੀਏ ਕੀ, ਚੱਲ ਕਿਸੇ ਹੋਰ 'ਚ ਬਹਿ ਕੇ ਹੁਣ ਬੱਸ 'ਚ ਬਹਾ ਕੇ ਮੁੰਡਾ ਤੇ ਖੜੀਏ ਕਰਾਂ, ਟਾਈਮ ਨਾਲ ਵਿਆਹ ਲਈਏ। ਤੇ ਤੁਸੀਂ ਗੱਲ ਕਰਦੇ ਵੀ ਕੋਈ ਬਾਲਣ ਲੈ ਕੇ ਨਹੀਂ ਲੰਘਿਆ ਅੱਗੋਂ ਦੀ। ਨਹੀਂ ਮੈਂ ਨਹੀਂ, ਫਿਰ ਆਹ ਵੀ ਗੱਲਾਂ ਉਹੀ ਹੋਈਆਂ ਨਾ। ਫਿਰ ਨਹੀਂ ਮੈਨੂੰ ਐਸੀ ਸਥਾਨਕ ਪ੍ਰਤੀਨਿਧ ਹੁੰਦੇ ਨੇ ਸੰਧਾਲੀਆ ਸਾਹਿਬ, ਉਹ ਜ਼ਰੂਰੀ ਹੁੰਦੇ ਨੇ, ਕਿਉਂਕਿ ਉਹਨਾਂ ਨੇ ਤਾਂ ਪਠਾਨਕੋਟ ਦੇ ਵੀ ਘਰ ਵੀ ਲੈ ਲਿਆ ਸੀ। ਬਾਕੀ ਘਰ ਤੋਂ ਚੇਤਾ ਆਇਆ, ਇਲੈਕਸ਼ਨ ਬੜੀ ਕਮਾਲ ਦੀ ਚੀਜ਼ ਹੈ, ਕਿਉਂਕਿ ਚੰਨੀ ਸਾਹਿਬ ਦਾ ਮੈਂ ਭਾਸ਼ਣ ਪਿਛਲੇ ਸੁਣਦਾ ਸੀ ਜਦੋਂ ਮੁੱਖ ਮੰਤਰੀ ਬਣੇ, ਆਪਣੇ ਇਲਾਕੇ 'ਚ ਗਏ, ਉਹ ਕਹਿੰਦੇ ਜੀ ਆਹ ਧਰਤੀ ਸ਼੍ਰੀ ਚਮਕੌਰ ਸਾਹਿਬ ਦੀ ਧਰਤੀ, ਗੁਰੂ ਸਾਹਿਬਾਨਾਂ ਦੇ ਨਾਲ ਸੰਬੰਧਿਤ ਧਰਤੀ, ਇਤਿਹਾਸਕ ਧਰਤੀ, ਕੁਰਬਾਨੀਆਂ ਦੀ ਧਰਤੀ, ਮੈਨੂੰ ਇਹਨਾਂ ਨੇ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚਾਤਾ, ਆਮ ਬੰਦਾ ਮੈਂ ਤੁਹਾਡਾ ਦੇਣਾ ਨਹੀਂ ਦੇ ਸਕਦਾ। ਹੁਣ ਮੈਂ ਉਹਨਾਂ ਦਾ ਬਿਆਨ ਸੁਣਦਾ ਸੀ, ਉਹ ਕਹਿੰਦੇ ਜੀ ਮੈਂ ਭਦੌੜ ਤੋਂ ਜਿੱਤ ਗਿਆ ਤਾਂ ਮੈਂ ਰਿਹਾਇਸ਼ ਇੱਥੇ ਰੱਖਣੀ ਆ। ਆਹ ਤਾਂ ਰਿਹਾਇਸ਼ ਹੀ ਰੱਖਣੀ, ਉਹ 'ਚ ਕੀ ਪ੍ਰੋਬਲਮ ਆ? ਰਿਹਾਇਸ਼ ਤੇ ਲੀਡਰਾਂ ਦੀ ਕਈ ਥਾਂ ਹੁੰਦੀ ਆ। ਅੱਛਾ ਬੇਟੀ, ਇਹਦੇ 'ਚ ਨਹੀਂ ਗੱਲ ਚੱਲ ਜਾਣੀ ਹੈਗੀ। ਦੇਖੋ ਇਹਦੇ ਤੁਸੀਂ ਦੇਖੋ ਪੰਜਾਬ ਦੇ ਵਿੱਚ ਬਹੁਤ ਸਾਰੇ ਸ਼ਬਦ ਵਾਪਸ ਲੈ ਲਵਾਂ। ਨਹੀਂ ਤੁਸੀਂ ਕਾਹਦੇ ਵਾਪਸ ਲੈਣੇ, ਬੋਲਿਆ ਤਾਂ ਅਗਲਿਆਂ ਨੇ। ਅੱਛਾ ਮੈਂ ਤਾਂ ਜਸਟ ਐਕਸਪਲੇਨ ਕਰਨ ਲੱਗਿਆ ਵੀ ਇਹ ਪੰਜਾਬ ਦੇ ਵਿੱਚ ਬਹੁਤ ਸਾਰੇ ਹਲਕੇ ਐਸੇ ਨੇ ਜਿੱਥੇ ਬੰਦੇ ਜਾਂ ਤਾਂ ਉੱਥੇ ਰਹਿੰਦੇ ਨਹੀਂ, ਜਾਂ ਫਿਰ ਉਹ ਕਿਸੇ ਵੱਡੇ ਸ਼ਹਿਰ 'ਚ ਰਹਿੰਦੇ ਆ ਤੇ ਉਹ ਜਸਟ ਹਲਕੇ 'ਚ ਆਉਂਦੇ ਜਾਂਦੇ ਆ। ਤੇ 5 ਸਾਲ ਜਦੋਂ ਲੋਕ ਕਹਿੰਦੇ ਯਾਰ ਉਹ ਫਲਾਨਾ ਬੰਦਾ ਵੇਂਦਾ ਜੀ, ਉਹਨਾਂ ਦਾ ਕੰਮ ਕੁਮ ਆਪ ਤਾਂ ਕਦੀ ਉਹ ਮਿਲੇ ਨਹੀਂ, ਹਾਂ ਉਹਨਾਂ ਨੂੰ ਫੜਾ ਹੀ ਦੇ ਜੀ ਕਾਗਜ਼ ਕੋਈ, ਉਹ ਫਿਰ ਆਪ ਹੀ ਕੰਮ ਕਰਾ ਦਿੰਦੇ। ਸੋ ਉਸੇ ਤਰ੍ਹਾਂ ਦੀ ਰਿਹਾਇਸ਼ ਇੱਕ ਉਹਨਾਂ ਨੇ ਭਦੌੜ ਰੱਖ ਲੈਣੀ ਹੈ ਤੇ ਫਿਰ ਉੱਥੋਂ ਕੰਮ ਚੱਲਦਾ ਰਹੂ। ਉਹ 'ਚ ਕੀ ਫਰਕ ਪੈਂਦਾ? ਦੇਖੋ ਗਾਹਾਂ ਨੂੰ ਨਾ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਬਿਆਨ ਆ ਜਾਣਾ, ਉਹ ਕਹਿਣਗੇ ਫਿਰ ਤੁਸੀਂ ਤਾਂ 2 ਜਗ੍ਹਾ ਰਹਿ ਲਓਗੇ, ਉਹ ਫਿਰ ਦਫ਼ਤਰ ਵੀ ਉਹ ਮੁੰਡਾ 2 ਜਗ੍ਹਾ ਬਣਾਊ। ਉਹਨਾਂ ਨੇ ਕਹਿ ਦੇਣਾ ਹੀ, ਮੈਂ ਨਹੀਂ ਕਹਿੰਦਾ। ਉਹ ਕਹਿਣ ਨਾ ਕਹਿਣ, ਇੱਕ ਬੰਦਾ ਕਹਿ ਸਕਦਾ। ਕੌਣ? ਮਜੀਠੀਆ ਸਾਹਿਬ। ਉਹ ਕਿੱਦਾਂ? ਉਹਨੇ ਕਹਿਣਾ ਵੀ ਦੇਖੋ ਚੰਨੀ ਸਾਹਿਬ ਤੁਸੀਂ ਤੇ ਉਹ ਗੱਲ ਕੀਤੀ ਨਾ ਵੀ ਉੱਥੇ ਮੈਂ ਰਿਹਾਇਸ਼ ਰੱਖ ਲੂੰ, ਉੱਥੇ ਮੈਂ ਉਹ ਕਰ ਲੂੰ, ਗੱਲ ਤੇ ਮੇਰੀ ਹੀ। ਵੀ ਜੇ ਮੈਂ ਕਿਹਾ ਵੀ ਜਾਂ ਮਜੀਠਾ ਤੇ ਜਾਂ ਫਿਰ ਇਹਦੇ ਮਜੀਠਿਓਂ ਉਹਨਾਂ ਨੇ ਪਰਿਵਾਰ ਨੂੰ ਆਖਿਆ ਵੀ ਨਹੀਂ ਤੁਸੀਂ ਸਾਂਭੋ, ਤੇ ਮੈਂ ਫਿਰ ਅੰਮ੍ਰਿਤਸਰ ਪੂਰਬੀ ਜਾ ਕੇ ਲੜਦਾ। ਨਹੀਂ ਲਾਭ ਸਿੰਘ ਹੋਰਾਂ ਨੇ ਵੀ ਕਿਹਾ, ਕਹਿੰਦੇ ਕੋਈ ਗੱਲ ਨਹੀਂ, ਕਾਗਜ਼ ਦਾਖਲ ਕਰਨ, ਜਿਹੜਾ ਕਾਗਜ਼ ਵਾਪਸ ਲੈਣ ਦਾ ਸਮਾਂ ਨਿਕਲ ਗਿਆ, ਹੁਣ ਜਨਤਕ ਐਲਾਨ ਕਰ ਦੇਣ ਚੰਨੀ ਸਾਹਿਬ ਕਿ ਚਮਕੌਰ ਸਾਹਿਬ ਵਾਲੇ ਉਹ ਮੈਨੂੰ ਵੋਟਾਂ ਨਾ ਪਾਇਓ, ਮੈਂ ਤਾਂ ਭਦੌੜ ਤੋਂ ਜਿੱਤ ਚੱਲੇ ਆ। ਕਹਿੰਦੇ ਗੱਲ ਫਿਰ ਤਾਂ ਬਣਦੀ ਹੈ। ਬਾਕੀ ਸੰਧਾਲੀਆ ਸਾਹਿਬ ਕਈ ਪਿੰਡਾਂ ਤੋਂ ਨਾ ਸੁਨੇਹੇ ਆ ਰਹੇ ਆ, ਉਹ ਕਹਿੰਦੇ ਜੀ
ਸਾਡੇ ਪਿੰਡਾਂ ਦੇ ਵਿੱਚ 50-50 100-100 ਬੰਦੇ ਇਕੱਠੇ ਹੋ ਕੇ ਫਿਰਦੇ ਆ ਵੋਟਾਂ ਲੈਣ ਨੂੰ। ਅਸੀਂ ਬਹੁਤ ਸਾਰੀਆਂ ਅਖਬਾਰਾਂ 'ਚ ਫੋਟੋ ਦੇਖਦੇ ਹਾਂ, ਟੀਵੀ ਦੇ ਉੱਤੇ ਦ੍ਰਿਸ਼ ਦੇਖਦੇ ਹਾਂ, ਵੱਡੇ ਵੱਡੇ ਇਕੱਠ ਹੋ ਰਹੇ ਆ। ਉਹ ਕਹਿੰਦੇ ਜੀ ਅਸੀਂ ਆਪੋ ਆਪਣੇ ਪਿੰਡਾਂ ਦੇ ਵਿੱਚ ਬੇਨਤੀ ਕਰਦੇ ਹਾਂ ਕਿ ਸਾਡੇ ਨਿਆਣਿਆਂ ਨੂੰ ਸਕੂਲ ਭੇਜੋ, ਸਕੂਲ ਖੋਲ੍ਹੋ। ਕੋਵਿਡ ਜੇ ਤੁਹਾਨੂੰ ਨਹੀਂ ਹੁੰਦਾ ਤਾਂ ਸਾਡੇ ਨਿਆਣਿਆਂ ਨੂੰ ਕਿੱਥੋਂ ਚੱਲਾ। ਸਕੂਲਾਂ ਦੇ ਵਿੱਚ ਤਾਂ ਬਹੁਤ ਥੋੜ੍ਹੇ ਬੱਚੇ ਜਾਂਦੇ ਆ। ਇੱਕ ਸਕੂਲ ਤਾਂ ਇਦਾਂ ਦਾ ਉਹਦੇ ਮੂਹਰੇ ਧਰਨਾ ਲੱਗਾ ਕਈ ਦਿਨ ਹੋ ਗਿਆ। ਉਹ ਕਹਿੰਦੇ ਜੀ ਅਸੀਂ ਟੀਚਰਾਂ ਨੂੰ ਵੀ ਨਹੀਂ ਜਾਣ ਦੇਣਾ, ਕੋਈ ਅਧਿਕਾਰੀ ਵੀ ਨਹੀਂ ਅੰਦਰ ਜਾਣ ਦੇਣਾ। ਜੇ ਕੋਈ ਅੰਦਰ ਜਾਊਗਾ ਤਾਂ ਬੱਚਿਆਂ ਸਮੇਤ ਜਾਊਗਾ, ਅਸੀਂ ਬੱਚੇ ਘਰੇ ਨਹੀਂ ਪੜ੍ਹਾਉਣੇ। ਅਧਿਆਪਕ ਵੀ ਬਹੁਤ ਜ਼ਿਆਦਾ ਚਿੰਤਤ ਨੇ। ਉਹ ਕਹਿੰਦੇ ਜੀ ਮਿਡ ਡੇ ਮੀਲ ਹੈ, ਦਾਣੇ ਅੰਦਰ ਪਏ ਆ, ਹੋਰ ਸਮਾਨ ਅੰਦਰ ਪਿਆ, ਉਹ ਖਰਾਬ ਹੋਈ ਜਾਂਦਾ, ਜਾਲੇ ਲੱਗੇ ਹੋ ਆ। 2 ਦਿਨ ਤਾਂ ਸਾਨੂੰ ਨਿਆਣੇ ਨਾਲ ਲੈ ਕੇ ਜਾਲੇ ਲਾਉਣ ਨੂੰ ਪੈਣੇ ਆ। ਛੱਤਾਂ ਡਿੱਗਣ ਵਾਲੀਆਂ ਹੋਈਆਂ ਪਈਆਂ। ਕਿਰਪਾ ਕਰੋ ਸਕੂਲ ਖੋਲ੍ਹ ਦਿਓ, ਇਹਤਿਆਤ ਸਾਵਧਾਨੀ ਅਸੀਂ ਵਰਤਾਂਗੇ। ਦੇਖਦੇ ਹਾਂ ਇਲੈਕਸ਼ਨ ਦੇ ਰੌਲੇ ਗੌਲੇ ਦੇ ਵਿੱਚ ਨਿਆਣਿਆਂ ਦਾ ਕਿਸੇ ਨੂੰ ਚੇਤਾ। ਨਿਆਣਿਆਂ ਦੀ ਵੋਟ ਬਣਾਓ ਸੰਧਾਲੀਆ ਸਾਹਿਬ, ਫੇਰ ਚੇਤਾ ਹੋਣਾ। ਨਿਆਣਿਆਂ ਦੀ ਵੋਟ ਬਣ ਗਈ ਫੇਰ ਤੇ ਖਲਾਰਾ ਜ਼ਿਆਦਾ ਪੈ ਜਾਣਾ। ਉਹ ਕਿਵੇਂ? ਕਿਉਂਕਿ ਹੋ ਸਕਦਾ ਕਿਸੇ ਨਾ ਕਿਸੇ ਪੋਲੀਟੀਕਲ ਪਾਰਟੀ ਨੇ ਵੀ ਨਿਆਣਿਓ ਤੁਸੀਂ ਮੈਨੂੰ ਵੋਟ, ਮੰਨ ਲਓ ਮੈਂ ਹੀ ਖਲੋਤਾ ਨਾ ਵੀ ਮੈਨੂੰ ਵੋਟ ਪਾਉਣੀ ਹੈ। ਇਹਦਾ ਤਾਂ ਨਹੀਂ ਕਿਹਾ ਵੀ ਭਰਾ ਖਲੋਤਾ ਹੀ ਆ ਲੀਡਰ ਭਰਾ ਨੇ ਆ ਮੇਰੇ ਵਾਲਾ ਵਾਅਦਾ ਨਹੀਂ ਨਾ ਕਰਨਾ ਜਿਹੜਾ ਮੈਂ ਕਰਨ ਲੱਗਾ। ਪੁੱਤ ਕੋਈ ਕਲਾਸ 'ਚ ਪੜ੍ਹਨ ਦੀ ਲੋੜ ਨਹੀਂ। ਕੋਈ ਭੈਣ ਜੀ ਕੋਈ ਮਾਸਟਰ ਆਖੇ ਨਾ ਹੋਮਵਰਕ ਕਰਕੇ ਆਇਆ ਤੇ ਮੈਂ ਚਪੇੜ ਜਿੰਨੇ ਚਪੇੜ ਮਾਰੀ ਉਹ ਮੈਂ ਨਾਲ ਦੀ ਨਾਲ ਫਾਇਰ ਕਰ ਦੇਣਾ। ਆਹ ਕੋਈ ਹੋਮਵਰਕ ਨਹੀਂ, ਕੋਈ ਫੇਲ ਹੋ ਗਿਆ ਨੰਬਰ ਪੁੱਤ ਭਾਵੇਂ 100 ਚੋਂ 1 ਲੈ ਲਈ ਮੇਰਾ ਪੁੱਤ, ਤੂੰ ਪਾਸ। 10ਵੀਂ ਤੱਕ ਕੋਈ ਪੁੱਛੂ ਨਾ, ਤੁਹਾਨੂੰ ਤਕੜੇ ਹੋ ਕੇ ਵੋਟ ਪਾਓ, ਸਰਕਾਰ ਬਣਾਓ। ਕੀ ਬਾਤ ਆ। ਹੋਰ ਕੀ ਹੋਇਆ ਦੱਸੋ? ਨਹੀਂ ਕਿਆ ਹੀ ਬਾਤ ਆ। ਮੈਂ ਕਿਹਾ ਜਾਨੀ ਨਵੀਂ ਪੀੜ੍ਹੀ ਨੂੰ ਜਿਹੜੀ ਦਿਸ਼ਾ ਤੁਸੀਂ ਦਿਖਾਈ ਆ ਨਾ, ਉਹ ਅੱਜ ਤੱਕ ਦਿਖਾਈ ਨਹੀਂ। ਜੇ ਤੁਸੀਂ ਕਿਤੇ 60-70 ਸਾਲ ਪਹਿਲਾਂ ਜਾਂ ਐਂ ਕਹੋ ਆਜ਼ਾਦੀ ਤੋਂ ਪਹਿਲਾਂ ਕਿਤੇ ਹੁੰਦੇ, ਤੁਸੀਂ ਹੋਣਾ ਸੀ ਅੱਜ ਤੁਹਾਡੇ ਹੀ ਬੁੱਤ ਲੱਗੇ ਹੋਣੇ ਸੀ ਕਿ ਇਹਨਾਂ ਨੇ ਦਿਸ਼ਾ ਦਿਖਾਈ, ਅਲਖ ਜਗਾਈ ਕਹਿਣਾ ਇਹਨਾਂ ਨੇ। ਕਿਸੇ ਹੁਣ ਤੁਸੀਂ ਦੱਸੋ ਵੀ ਨਿਆਣੇ ਮੇਰੀ ਗੱਲ ਪਤਾ ਨਹੀਂ ਸੁਣਦੇ ਹੋਣ ਨਾ ਸੁਣਦੇ ਹੋਣ, ਇਹ ਬੰਦਾ ਸਕੂਲ ਖਿਲਾ ਰਿਹਾ ਬੱਚੇ ਤੁਹਾਡੇ। ਮੈਂ ਕਹਿੰਦਾ ਜਜਾਰੇ ਲੈਣ ਦੇ ਯਾਰ, ਛੋਟੇ ਨੰਨੇ ਮੁੰਨੇ ਬੱਚੇ ਯਾਰ। ਨਹੀਂ ਚਲੋ ਠੀਕ ਹੈ। ਹੁਣ ਪੁੱਛ ਰਹੇ ਵੀ ਉਹ ਵਾਲੇ ਅੰਕਲ ਠੀਕ ਹੈ, ਉਹ ਵਾਲੇ ਅੰਕਲ ਨਹੀਂ ਠੀਕ ਹੈ। ਨਹੀਂ ਚਲੋ ਠੀਕ ਹੈ। ਉਹ ਕਹਿਣਾ ਵੀ ਉਹ ਦੂਜਾ ਅੰਕਲ ਤਾਂ ਘੜੀਸਣਾ ਹੀ ਕਿਤੇ ਆ ਗਿਆ ਇੱਥੇ, ਨਾਲੇ ਹਲਕਾ ਹੀ ਘੜੀਸ ਵੀ ਚੰਗੀ ਤਰ੍ਹਾਂ। ਉਹ ਇੱਕ ਸੰਕਲਪ ਪੱਤਰ ਉਹਨਾਂ ਨੇ ਤਿਆਰ ਕਰਨਾ, ਮਨੋਰਥ ਪੱਤਰ, ਕਿ ਜੇ ਭਾਈ ਉਹ ਲੀਡਰ ਕਿਤੇ ਸਾਡੇ ਪਿੰਡ ਬੜਿਆ, ਲੀਡਰ ਦੇ ਨਾਲ ਦਾ ਬੰਦਾ, ਅਸੀਂ ਪਹਿਲਾਂ ਸਵਾਲ ਪੁੱਛਣੇ। ਜਾਂਦੇ ਜਾਂਦੇ ਆਪਾਂ ਸਿੱਧੂ ਸਾਹਿਬ ਦੀ ਗੱਲ ਕਰ ਜਾਈਏ। ਪੁੱਛ ਲਿਆ, ਕਹਿੰਦੇ ਜੀ ਸਿੱਧੂ ਸਾਹਿਬ ਚੰਨੀ ਸਾਹਿਬ ਨੂੰ ਜੇ ਮੁੱਖ ਮੰਤਰੀ ਚਿਹਰਾ ਐਲਾਨਿਆ ਜਾਂਦਾ ਫਿਰ ਇੱਧਰ ਉੱਧਰ ਦੀ ਗੱਲ ਨਹੀਂ ਕਰਨੀ। ਰਾਹੁਲ ਗਾਂਧੀ ਸਾਹਿਬ ਨੂੰ ਪਤਾ ਉਹਨਾਂ ਨੇ ਕੀ ਕਰਨਾ, ਉਹਨਾਂ ਨੂੰ ਪਤਾ ਵੀ ਕਿਸ ਬੰਦੇ ਕੋਲੇ ਪਾਲਿਸੀ ਹੈ ਤੇ ਪੰਜਾਬ ਦੇ ਲੋਕ ਫੈਸਲਾ ਕਰਨਗੇ। ਹੁਣ ਇਹ ਜਿਹੜਾ ਕਦੀ ਮਿਸਿਜ਼ ਨਵਜੋਤ ਕੌਰ ਸਿੱਧੂ ਕਹਿੰਦੇ ਨੇ ਕਿ ਵੀ ਫਿਰ ਆਪਣੇ ਆਪਣੇ ਪ੍ਰੋਫੈਸ਼ਨ ਤੇ ਮੁੜਨਾ ਪੈਣਾ, ਉਹ ਕਹਿੰਦੇ ਨੇ ਪੰਜਾਬ ਦੇ ਲੋਕ ਫੈਸਲਾ ਕਰਨਗੇ। ਇਹ ਗੱਲ ਉਹੀ ਆ ਵੀ ਪਹਿਲਾਂ ਕੋਈ ਕੋਕੇ ਵਾਲੀ ਥੰਮਜਅਪ ਵਾਲੀ ਬੋਤਲ ਕੱਚ ਦੀਆਂ ਹਿਲਾ ਕੇ ਰਾਹੁਲ ਗਾਂਧੀ ਸਾਹਿਬ ਨੇ ਕਿਹਾ ਵੀ ਲਾਗੇ ਜੇ ਕਰਕੇ ਖੋਲ ਕੇ ਵੇਖਣਾ ਵੀ ਭਲਾ ਵਾਲਾ ਮਾਰਦਾ। ਫਿਰ ਉਹੀ ਗੱਲ, ਇਹ ਗੋਲੀ ਵਾਲਾ ਬੱਤਾ ਹੀ ਉੱਥੇ 2 ਵਾਰੀ ਪੀ ਕੇ ਦੇ। ਹੁਣ ਪੀਣ ਦਾ ਬੜਾ ਇੱਕ ਢੰਗ ਹੁੰਦਾ, ਤੁਸੀਂ ਜੇ ਬੋਤਲ ਸਿੱਧੀ ਕਰਕੇ ਪੀਓਗੇ, ਨਹੀਂ ਉਹਨੂੰ ਟੇਢੀ ਕਰਕੇ ਪੀਣਾ, ਉਹ ਫਿਰ ਕਰਾਹ ਜਾ ਹੁੰਦਾ, ਉੱਥੇ ਫਸ ਜਾਂਦਾ ਹੁੰਦਾ ਬਾਂਟਾ। ਦੇਖੋ ਇਹ ਦੋਵੇਂ ਕੰਮ ਹੀ ਕਰਾ ਲਓਗੇ ਕਿਸ ਵੀ ਹੋ ਜਾਣਾ, ਮੁੱਖ ਮੰਤਰੀ ਦਾ ਬਦਲ ਲੱਗੇ। ਠੀਕ ਹੈ ਜੀ, ਚਲਿਏ, ਬਹੁਤ ਸ਼ੁਕਰੀਆ ਸਰ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਆਪਣੀ ਫੀਡਬੈਕ ਭੇਜਦੇ ਰਿਹਾ ਕਰੋ। ਤੁਸੀਂ ਉਹ ਲਾਈਕ ਵਾਲਾ ਬਟਨ ਦੱਬ ਦਿੰਦੇ ਹੋ, ਕਮੈਂਟ ਵਧੀਆ ਕਰ ਦਿੰਦੇ ਹੋ, ਅੱਗੇ ਸ਼ੇਅਰ ਕਰ ਦਿੰਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।